ਹੁਣ ਅਸੀਂ ਇਸ FDP ਦੇ ਦੂਜੇ ਸੈਸ਼ਨ 'ਚ ਚੱਲਦੇ ਹਾਂ ਐਂਡ ਸੈਕੰਡ ਸੈਸ਼ਨ ਦਾ ਟੌਪਿਕ ਹੈ ਇੰਡੀਅਨ ਨੌਲੇਜ ਸਿਸਟਮ ਐਂਡ ਇਸ ਸੈਸ਼ਨ ਦੇ ਅੱਜ ਦੇ ਰਿਸੋਰਸ ਪਰਸਨ ਸਾਡੇ ਕੋਲ ਆ ਗਏ ਹਨ ਡਾਕਟਰ ਰਿਸ਼ੀ ਰਾਜ ਸ਼ਰਮਾ ਜੀ, ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਗੁਰਦਾਸਪੁਰ। ਅੱਜ ਦਾ ਟੌਪਿਕ ਇੰਡੀਅਨ ਨੌਲੇਜ ਸਿਸਟਮ ਸਾਡੇ ਲਈ ਨਵਾਂ ਵੀ ਹੈ, ਹਾਲਾਂਕਿ ਅਸੀਂ ਜਾਣਦੇ ਵੀ ਹਾਂ ਬਹੁਤ ਕੁਝ, ਪਰ ਫਿਰ ਵੀ ਇਹਦੇ ਵਿੱਚ ਬਹੁਤ ਕੁਝ ਜਾਣਨਾ ਬਾਕੀ ਹੈ ਕਿਉਂਕਿ ਇੰਡੀਅਨ ਨੌਲੇਜ ਸਿਸਟਮ ਦਾ ਮਤਲਬ ਇਹ ਹੈ ਕਿ ਜੋ ਅੱਜ ਦੀ ਕੰਟੈਂਪਰੇਰੀ ਐਜੂਕੇਸ਼ਨ ਹੈ ਉਹਨੂੰ ਰਿਲੇਟ ਕਰਨਾ ਆਪਣੀ ਏਂਸ਼ੀਅੰਟ ਜੋ ਵੀ ਸਾਡੇ ਕੋਲ ਐਜੂਕੇਸ਼ਨ ਸੀ ਉਹਦੇ ਨਾਲ ਰਿਲੇਟ ਕਰਨਾ। ਬਹੁਤ ਕੰਮ ਚੱਲ ਵੀ ਰਿਹਾ ਹੈ ਸਾਇੰਟੀਫਿਕ ਲੈਵਲ ਤੇ ਜਾਂ ਮੈਨੇਜਮੈਂਟ ਲੈਵਲ ਤੇ ਜਾਂ ਬਾਕੀ ਜਿਹੜੀਆਂ ਆਪਣੀਆਂ ਅਲਾਈਡ ਫੀਲਡਸ ਨੇ, ਹਿਊਮੈਨਿਟੀਜ਼ ਨੇ, ਕੰਮ ਚੱਲੀ ਜਾ ਰਿਹਾ ਹੈ। ਕਿਤੇ ਅਥਾਰਟੇਟਿਵ ਡਿਸੀਜਨ ਵੀ ਆ ਰਹੇ ਨੇ ਕਿ ਜਿਹੜੀ ਆਪਣੀ ਏਂਸ਼ੀਅੰਟ ਐਜੂਕੇਸ਼ਨ ਸੀ ਦੈਟ ਵਾਜ਼ ਮੋਸਟ ਸਕਸੈਸਫੁਲ ਜਾਂ ਮੋਰ ਸਕਸੈਸਫੁਲ ਐਂਡ ਦੈਟ ਇਜ਼ ਹੈਵਿੰਗ ਅ ਰੈਲੇਵੈਂਸ ਇਨ ਟੂਡੇਜ਼ ਟਾਈਮ ਆਲਸੋ। ਸੋ ਉਹਦੇ ਬਾਰੇ ਜ਼ਿਆਦਾ ਡਿਟੇਲ ਸਾਡੇ ਰਿਸੋਰਸ ਪਰਸਨ ਦੱਸਣਗੇ ਐਂਡ ਬਿਫੋਰ starting the session I would like to invite our worthy principal Dr. Ashwini Kumar ji to come on dais and formally welcome today's resource person Dr. Ashwini Kumar ji. Thank you, Jitendra. So today's second session, formal second session, very important. क्योंकि नैशनल एजुकेशन पॉलिसी ਦੇ ਵਿੱਚ इंडियन नॉलेज सिस्टम ਦੇ ਉੱਪਰ ਕਾਫੀ ਐਮਫਸਾਈਜ਼ ਕੀਤਾ ਗਿਆ। इंडियन नॉलेज सिस्टम ਡਜ਼ਨਟ ਮੀਨ ਕਿ ਅਸੀਂ ਕੋਈ ਇੱਕ ਖਾਸ ਪਾਰਟਿਕੂਲਰ ਧਰਮ ਦੀ ਨੌਲੇਜ ਸਿਸਟਮ ਦੀ ਗੱਲ ਕਰਨੀ ਹੈ। ਜਿਹੜਾ ਪੰਜਾਬ ਦੇ ਵਿੱਚ ਨੌਲੇਜ ਸਿਸਟਮ ਸੀ, ਵੇਦਾਂ ਦੇ ਸਮੇਂ ਤੋਂ ਜਿਹੜਾ ਨੌਲੇਜ ਸਿਸਟਮ ਸਾਡਾ ਚੱਲ ਰਿਹਾ ਸੀ, ਉਸ ਪਰਸਪੈਕਟਿਵ ਤੋਂ ਅੱਜ ਰਿਸ਼ੀ ਜੀ ਤੁਹਾਡੇ ਨਾਲ ਮੈਨੇਜਮੈਂਟ ਪ੍ਰਿੰਸੀਪਲਸ ਜਿਹੜੇ ਐਜ਼ ਐਨਸ਼ਰਾਈਨਡ ਇਨ ਏਂਸ਼ੀਅੰਟ ਜਿਹੜਾ ਟੈਕਸਟ ਹੈ, ਚਾਹੇ ਉਹ ਗੀਤਾ ਆ, ਚਾਹੇ ਉਹ ਵੇਦ ਹੈ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਸਾਡੇ ਟੈਕਸਟ ਅਵੇਲੇਬਲ ਨੇ, ਉਹਦੇ ਬਾਰੇ ਇਹ ਗੱਲ ਕਰਾਂਗੇ। ਔਰ ਇਹ ਇੰਪੋਰਟੈਂਟ ਵੀ ਹੈ ਕਿਉਂਕਿ ਸਵੇਰ ਦੀ ਜਿਹੜੀ ਆਪਣੀ ਡਿਸਕਸ਼ਨ ਸੀ ਵੈਲਿਊ ਐਜੂਕੇਸ਼ਨ ਦੇ ਬਾਰੇ, ਜਦ ਤੱਕ ਅਸੀਂ ਵੈਲਿਊਜ਼ ਨੂੰ ਐਜੂਕੇਸ਼ਨ ਦੇ ਨਾਲ ਲੈ ਕੇ ਨਹੀਂ ਚੱਲਾਂਗੇ, ਅਸੀਂ ਇੱਕ ਜਿਹੜੀ ਸਮਗਰ ਸੁਸਾਇਟੀ ਹੈ ਨਾ, ਜਿਹਨੂੰ ਅਸੀਂ ਇੰਟੀਗ੍ਰੇਟਿਡ ਸੁਸਾਇਟੀ ਕਹਿੰਦੇ ਹਾਂ, ਉਹ ਨਹੀਂ ਬਣਾ ਸਕਦੇ। ਉੱਥੇ ਤਾਂ ਫਿਰ ਉਹੋ ਜਿਹੀਆਂ ਗੱਲਾਂ ਹੋਣਗੀਆਂ ਕਿ ਲਿਵਿੰਗ ਇਨ ਰਿਲੇਸ਼ਨਸ਼ਿਪ ਕਾਇਮ ਕਰ ਲਓ ਜਾਂ ਇੱਕ ਖੁੱਲ੍ਹਾ ਸਿਸਟਮ ਜਿਹੜਾ ਅਡੋਪਟ ਕਰ ਲਓ ਜਿੱਥੇ ਕੋਈ ਰੋਕ ਟੋਕ ਨਹੀਂ ਹੈ। ਉਹਦੇ ਨਾਲ ਫਿਰ ਵੈਲਿਊਜ਼ ਨਹੀਂ ਚੱਲ ਸਕਦੀਆਂ ਅਤੇ ਸੁਸਾਇਟੀ ਵੀ ਡਿਸਇੰਟੀਗ੍ਰੇਟ ਹੋਏਗੀ, ਸੁਸਾਇਟੀ ਦੇ ਨੋਰਮਸ ਨਹੀਂ ਫੋਲੋ ਹੋ ਸਕਦੇ। ਸੋ ਦੇਅਰਫੋਰ ਇਟ ਇਜ਼ ਵੈਰੀ ਮਚ ਨੈਸੈਸਰੀ, ਕਿਉਂਕਿ ਇਹ ਜਿਹੜੀ ਸਾਡੀ ਏਂਸ਼ੀਅੰਟ ਐਜੂਕੇਸ਼ਨ ਹੈ ਉਹਦੇ ਵਿੱਚ ਸਾਡਾ ਸੰਗੀਤ ਵੀ ਆ ਜਾਂਦਾ, ਜਿਹੜੀ ਸਾਡੀ ਮਿਊਜ਼ਿਕ ਦੀ ਐਜੂਕੇਸ਼ਨ ਹੈ ਉਹ ਵੀ ਇਹਦੇ ਵਿੱਚ ਆ ਜਾਂਦੀ ਹੈ। ਇਸ ਤੋਂ ਇਲਾਵਾ ਸਾਡੀ ਰਿਲੀਜੀਅਸ ਐਜੂਕੇਸ਼ਨ ਆ ਉਹ ਵੀ ਇਹਦੇ ਵਿੱਚ ਆ ਜਾਂਦੀ ਹੈ। ਔਰ ਜਿੰਨੇ ਵੀ ਸਾਡੇ ਧਰਮ ਗ੍ਰੰਥ ਹੋਏ ਆ ਉਹਨਾਂ ਦੇ ਵਿੱਚ ਜਿਹੜੀਆਂ ਮੈਨੇਜਮੈਂਟ ਵੈਲਿਊਜ਼ ਨੇ ਉਹ ਵੀ ਸਿਖਾਈਆਂ ਗਈਆਂ। ਉਹ ਸਾਡੇ ਹੁਣ ਜਿਹੜਾ ਤੁਸੀਂ ਯੁੱਧ ਦੇਖਦੇ ਹੋ, ਮਹਾਭਾਰਤ ਦਾ ਯੁੱਧ, ਬੇਸਿਕਲੀ ਤੇ ਉਹ ਡਿਫਰੈਂਟ ਸਟ੍ਰੈਟਜੀ ਸੀ। ਅਸੀਂ ਆਪਰੇਸ਼ਨ ਰਿਸਰਚ ਦੀ ਗੱਲ ਕਰਦੇ ਹਾਂ ਕਿ ਹਾਊ ਟੂ ਵਿਨ ਦਾ ਵਾਰ ਵਿਦਾਊਟ ਫਾਈਟਿੰਗ ਇਟ, ਜਾਂ ਇੱਕ ਵਰਚਸਵ ਸਥਾਪਿਤ ਕਰਨ ਲਈ ਉਸ ਸਮੇਂ ਧਰਮ ਨੂੰ ਸਥਾਪਿਤ ਕਰਨ ਵਾਸਤੇ ਚਾਹੇ ਲਾਰਡ ਕ੍ਰਿਸ਼ਨਾ ਸੀ, ਚਾਹੇ ਅਰਜੁਨ ਸੀ, ਚਾਹੇ ਪੰਜੋ ਪਾਂਡਵ ਸੀ, ਜਾਂ ਇਸ ਤੋਂ ਇਲਾਵਾ ਭੀਸ਼ਮ ਪਿਤਾਮਾ ਸੀ, ਉਹਨਾਂ ਨੇ ਕਿਹੜੀਆਂ ਸਟ੍ਰੈਟਜੀਜ਼ ਅਡੋਪਟ ਕੀਤੀਆਂ ਕਿ ਉੱਥੇ ਸਾਰਾ ਕੁਝ ਭੁੱਲਣਾ ਵੀ ਪੈ ਗਿਆ। ਔਰ ਅਲਟੀਮੇਟਲੀ ਵੀ ਰੀਚ ਟੂ ਏ ਕਨਕਲੂਜਨ ਕਿ ਜਿਹੜੇ ਧਰਮ ਦੀ ਸਥਾਪਨਾ ਹੈ, ਧਰਮ ਡਜ਼ਨਟ ਮੀਨ ਰਿਲੀਜਨ ਓਨਲੀ, ਧਰਮ ਦੀ ਸਥਾਪਨਾ ਉਹ ਕਿਵੇਂ ਕੀਤੀ ਜਾ ਸਕਦੀ ਹੈ। ਉਹ ਇੱਕ ਵੈਲਿਊ ਸਿਸਟਮ ਨੂੰ ਤੋੜਨਾ ਨਹੀਂ ਸੀ ਚਾਹੁੰਦੇ, ਸੋ ਵੈਲਿਊ ਸਿਸਟਮ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਸੀ। ਜਿਨ੍ਹਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਉਹਨੂੰ ਫਿਰ ਉਹਨਾਂ ਨੇ ਚਾਹੇ ਵਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਇਹ ਸਾਰੀਆਂ ਚੀਜ਼ਾਂ ਸਾਡੇ ਏਂਸ਼ੀਅੰਟ ਵੈਲਿਊ ਸਿਸਟਮ ਦੇ ਵਿੱਚ, ਏਂਸ਼ੀਅੰਟ ਐਜੂਕੇਸ਼ਨ 'ਚ ਉਪਲਬਧ ਸੀ, ਲੇਕਿਨ ਹੌਲੀ ਹੌਲੀ ਉਹਨੂੰ ਅਸੀਂ ਭੁੱਲ ਗਏ। ਅਸੀਂ ਮੈਨੇਜਮੈਂਟ ਪ੍ਰਿੰਸੀਪਲਸ ਵੀ ਜਿਹੜੇ ਆ ਉਹ ਫੋਰਨ ਦੇ ਹੀ ਅਡੋਪਟ ਕਰਨੇ ਸ਼ੁਰੂ ਕੀਤੇ, ਲੇਕਿਨ ਟੀਚਿੰਗਸ ਆਫ ਗੀਤਾ ਜਿਹੜੀ ਹੈ ਉਹ ਉਹਦੇ ਤੋਂ ਇਲਾਵਾ ਵਧੀਆ ਮੇਰਾ ਖਿਆਲ ਹੈ ਕਿ ਮੈਨੇਜਮੈਂਟ ਦੀ ਕੋਈ ਕਿਤਾਬ ਨਹੀਂ ਹੋ ਸਕਦੀ ਜੇ ਉਹਨੂੰ ਇਨ ਸਿੰਸੈਰਿਟੀ ਦੇ ਵਿੱਚ, ਇਨ ਡੀਪ ਨੌਲੇਜ ਦੇ ਵਿੱਚ ਅਸੀਂ ਲੈ ਕੇ ਆਈਏ। ਸੋ ਵੈਲਕਮ ਟੂ ਰਿਸ਼ੀ ਜੀ, ਤੁਸੀਂ ਤਾਂ ਸਾਡੇ ਸਟੂਡੈਂਟ ਵੀ ਹੋ ਅਤੇ ਇਸ ਕਾਲਜ 'ਚ ਤਾਂ ਤੁਹਾਡਾ ਆਉਣਾ ਜਿਹੜਾ ਉਹ
always welcome है. You are part and parcel of our institution. ਤੇ therefore ਅੱਜ ਦੀ ਜਿਹੜੀ ਤੁਹਾਡੀ ਟਾਕ ਹੈ ਉਹਦੇ ਨਾਲ ਡੈਫੀਨਿਟਲੀ there will be a benefit to our teachers. ਸੋ ਇਹ ਆਪਣੇ ਆਪ ਨੂੰ ਉਹਦੇ ਮੁਤਾਬਕ ਤਿਆਰ ਵੀ ਕਰ ਸਕਣਗੇ. ਸੋ ਥੈਂਕ ਯੂ ਐਂਡ ਵੈਲਕਮ. Now I would like to invite Dr. Amandeep on dais to introduce today's resource person to the audience. Thank you, sir. Good afternoon to all. I am grateful to have the opportunity to read the biodata of today's resource person, Dr. Rishi Raj Sharma. He is a professor in the Department of Business Management and serves as Associate Dean at Guru Nanak Dev University Regional Campus, Gurdaspur. With over 25 years of academic and research experience, his expertise spans sustainability marketing, conscious consumerism, advertising, knowledge management, and advanced model building using smart PLS and MOs. He has more than 80 research publications with H-index of 15 and authorship of 3 influential books, including Sustainability Marketing, Principles and Practices, along with notable works published by Routledge and Lab, Germany. He has contributed as a keynote speaker at keynote speaker, session chair, and resource person at various institutions, including IIM Kozhikode and IIM Indore. He has also organized more than 30 research development programs. Dr. Sharma has guided 10 PhD scholars, with the 6 more currently pursuing their doctoral research under his supervision. He is the recipient of 13 prestigious awards, including the Professor M.M. Shaw Award and Gold Medal from the Indian Commerce Association. He also serves as a reviewer for the leading international journals such as Sage, Emerald, and In the Science. He is widely recognized for his leadership in Indian knowledge system. And not taking much time, I would like to invite Dr. Rishi Sharma sir to share his valuable insights with us. Sir. Good afternoon to everyone. So as I'm thankful to Dr. Jatinder and Dr. Amandeep and Principal Ashwini Balaji for giving me an opportunity to interact with you all on the topic of Indian knowledge system, which is part of your curriculum now by National Education Policy. When we talk of Indian knowledge system, जिस तरह की डॉक्टर अश्विनी बालाजी ने किया, generally what comes to our mind is we start thinking of Indian text in context to Vedas and Gita and something like that. But I must tell you that Indian knowledge system is not just one part. This is just one part of it. Otherwise, it is the total expansive literature, what has occurred in India, what has been discussed in India, prehistoric times. So that includes every type of textual and non-textual knowledge which has been produced indigenously by Indians. So that means the knowledge system here is where we are talking of all the systems which prevailed in India prehistorically, be it belonging to the Sanatan, be it belonging to Jainism, Buddhism, Sikhism here in India, and even the principles of Islam which were practiced in India. Because this has been taken initiative by the government, people are now very much after this. But if we talk of the knowledge system, it existed years and years before. ਹੁਣ ਅਸੀਂ ਕੇਵਲ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ. And if you see the empowerment of this area, because I am a management learner, I talk of management, I've tried to discuss the issues with regard to management. But otherwise,
it encompasses every discipline, mostly scientific, mostly scientific. Since we are here talking about the teaching methodologies also, somewhat of teaching pedagogy also. So one thing is very clear that the kind of the system we have adopted now is the reflection of the colonial system. I'm not against that. See, every system has its drawback, every system has its advantages also. But this system somehow has not been very effective to produce leaders. ਤੁਸੀਂ ਅਗਰ ਧਿਆਨ ਨਾਲ ਦੇਖੋ ਅੱਜ if we talk of the leadership in India, there is a crisis even in the corporate, because once the leader goes, like if I talk of Infosys, so Infosys was started and initiated by Mr. Narayana Murthy, and after that for the succession there was a difficulty. Same was happening when Ratan Tata he passed away, and again the succession. So why? That means we are not able to produce good leaders now, because I feel somehow the confidence of the Indian that has been hampered. ਉਹਦਾ ਇੱਕ ਕਾਰਨ ਸੀਗਾ ਕਿ ਜਿਹੜੀ colonial education ਸੀ that existed in such a manner कि it was an interpretation. If you read the Macaulay's doctrine, he is very clearly saying one thing. He is saying that when to promote the English language in India is not just as a language, but as the means of cultural transference of one language to the Indians. And we are not producing any educators, we are producing a class of the Indians who will help us to rule Indians. That means ਉਹਦੇ ਪਿੱਛੇ ਜਿਹੜਾ ਮੰਤਵ ਸੀਗਾ ਸ਼ਾਇਦ ਉਹ ਸਹੀ ਨਹੀਂ। ਉਹਦੇ ਨਾਲ ਕੀ ਹੋਇਆ, we started forgetting our own cultural values. ਅੱਜ ਜਿਹੜੀ ਕ੍ਰਾਈਸਿਸ ਅਸੀਂ ਫੇਸ ਕਰ ਰਹੇ ਹਾਂ, especially in the youth, if we just talk of, ਕਾਫੀ ਗੱਲਾਂ ਹੁੰਦੀਆਂ ਨੇ, ਬਹੁਤ ਚਰਚਾ ਹੁੰਦੀ ਹੈ ਹਰ ਜਗ੍ਹਾ ਵੀ ਸੇ ਇਦਾਂ ਨਹੀਂ ਹੋਣਾ ਚਾਹੀਦਾ, but we see that society is changing in a very dramatic manner. We are sitting in a very remote place like in Gurdaspur, but when we talk of many urbanized city, we see that the menace of so many things, as one thing Dr. Saab was mentioning, just one example, he said live in a relationship. It is just a one very small thing, but again drugs and other morality issues. ਤੁਸੀਂ ਦੇਖੋ ਅਸੀਂ ਬਾਰ-ਬਾਰ ਧਰਮ ਦੀ ਗੱਲ ਕਰਦੇ ਹਾਂ. I will start from this part only, that what exactly is dharma. Once we think of the word dharma, ਸਾਡੇ ਦਿਮਾਗ 'ਚ ਕੀ ਆਉਂਦਾ? Anyone? ਸਾਡੇ ਦਿਮਾਗ 'ਚ ਧਰਮ ਜਿਹੜਾ ਆਉਂਦਾ ਹੈ that comes as a particular type of a religion. ऐसी सोचना है कि धर्म मतलब हिंदू धर्म हो गया, सिख धर्म हो गया, या क्रिश्चियनिटी हो गई, या इस्लाम हो गया. Whereas dharma is something beyond this. ਇਹ ਵੇਜ਼ ਨੇ ਜਿਹੜੇ ਧਰਮਾਂ ਨੂੰ ਐਕਸਪਲੇਨ ਕਰ ਰਹੇ. ਧਰਮਾਂ ਦਾ ਇੱਕ ਸਿੰਪਲ ਮਤਲਬ ਹੈ, ਅਗਰ ਤੁਸੀਂ ਜਾ ਕੇ ਇਹਨੂੰ ਸਰਚ ਕਰੋਗੇ, ਇਟ ਮੀਨਸ rightful conduct of life. Rightful conduct of life. Even ਜਿਹੜਾ ਇਨਸਾਨ ਨਾਸਤਿਕ ਆ ਉਹ ਵੀ rightful conduct ਕਰ ਸਕਦਾ. ਇਹ ਤਾਂ ਕਿਤੇ ਨਹੀਂ ਲਿਖਿਆ ਵੀ ਜਿਹੜਾ ਬੰਦਾ ਨਾਸਤਿਕ ਦਾ ਮਤਲਬ ਉਹਦੀ ਆਸਥਾ ਨਹੀਂ ਹੈ, ਰੱਬ ਵਿੱਚ ਆਸਥਾ ਨਹੀਂ ਹੈ, ਪਰ ਇਹ ਤਾਂ ਕਿਤੇ ਨਹੀਂ ਮੈਂਸ਼ਨਡ ਹੈ ਜਿਹੜਾ ਨਾਸਤਿਕ ਆ ਉਹ ਧਾਰਮਿਕ ਨਹੀਂ ਹੋਏਗਾ. ਐਸੀ ਕਹਿੰਦੇ ਨਾਸਤਿਕ ਧਾਰਮਿਕ ਨਹੀਂ ਹੈ. Dharma is something, as a teacher what is my dharma, as a student what is his dharma, as a soldier, as a doctor. ਪਹਿਲਾ ਨੈਤਿਕ ਧਰਮ ਸਾਡਾ ਸਾਡੀ ਕਿਤੇ ਨਾਲ, ਸਾਡੀ ਲਾਈਵਲੀਹੁੱਡ ਨਾਲ. So dharma is as a citizen, dharma is as a person at the position, dharma is everywhere. As a son, daughter, father, we have different roles. So ਸਾਰੇ roles ਨੂੰ ਅਗਰ ਪੂਰੀ ਤਰ੍ਹਾਂ ਇਨਸਾਨ ਕਰ ਪਾਉਂਦਾ ਉਹ ਆਪਣਾ ਧਰਮ ਨਿਭਾ ਰਿਹਾ. ਇਸ ਤੋਂ ਇਲਾਵਾ ਜਿਹੜੀ ਨੈਤਿਕ ਸਿੱਖਿਆ ਉਹ ਵੱਧਦੀ ਹੈ ਜਦੋਂ ਅਸੀਂ ਪਾਰਟਿਕੂਲਰ ਪ੍ਰਿੰਸੀਪਲ ਦੀ ਗੱਲ ਕਰਦੇ ਹਾਂ. ਇਫ ਵੀ ਟਾਕ ਆਫ ਲੈਟਸ ਸੇ ਲਾਈਕ ਪੰਜਾਬ, ਅਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਹਾਂ, ਸਾਨੂੰ ਜਿਹੜੀ ਡਾਕਟਰੀਨ ਦੱਸੀ ਗਈ ਉਹ ਇੱਕ ਚਾਨਣ ਸੀਗਾ ਕਿ ਆਪਣੀ ਜ਼ਿੰਦਗੀ ਨੂੰ ਕਿਵੇਂ ਗੁਜ਼ਾਰਿਆ ਜਾਵੇ. ਐਕਚੁਅਲੀ ਗੱਲ ਉੱਥੇ ਸ਼ੁਰੂ ਹੋਈ ਹੈ ਨਾ. ਉਸ ਵੇਲੇ ਜਦੋਂ ਗੁਰੂ ਸਾਹਿਬ ਨੇ ਗੱਲ ਕੀਤੀ, ਇਫ ਯੂ ਜਸਟ ਥਿੰਕ ਆਫ ਵਾਟ ਵਾਸ ਹੈਪਨਿੰਗ ਐਟ ਦੈਟ ਟਾਈਮ, ਉਸ ਵੇਲੇ ਇੱਕ ਤਰਫ ਤੇ ਬੜੀ ਕਰੂਰਤਾ ਹੋ ਰਹੀ ਸੀ, ਬਰਬਰਤਾ ਹੋ ਰਹੀ ਸੀ, ਕਨਵਰਸ਼ਨਸ ਹੋ ਰਹੀਆਂ ਸੀ, ਠੀਕ ਹੈ, ਲੋਕਾਂ ਦਾ ਮਾਸ ਲੈਵਲ ਦੇ ਉੱਪਰ ਸੰਹਾਰ ਹੋ ਰਿਹਾ ਸੀ. ਦੂਸਰੀ ਤਰਫ ਅਗਰ ਅਸੀਂ that was Islam I am talking, or the Mughal period, but at the same time it was not something wrong done by Islam, it was the people, the kings who were doing it, ਜਿਹੜੇ ਕਨਵਰਸ਼ਨਸ ਫੋਰਸਫੁਲੀ ਕਰ ਰਹੇ ਸਨ. ਅਗਰ ਦੂਸਰੀ ਤਰਫ ਅਸੀਂ ਦੇਖਦੇ ਜਿਹੜਾ ਪ੍ਰੈਵਲੈਂਟ ਹਿੰਦੂਇਜ਼ਮ ਸੀਗਾ ਉਹਦੇ ਵਿੱਚ ਵੀ ਇੱਕ ਬ੍ਰਾਹਮਣਿਜ਼ਮ ਡੋਮੀਨੈਂਸ ਆ ਚੁੱਕਾ ਸੀ, ਜਿਹੜਾ ਕਿ ਪਖੰਡਾਵਾਲ
ਰੀਤ ਰਿਵਾਜ਼ਾਂ ਵਿੱਚ, ਇਹਨਾਂ ਵਿੱਚ ਇਨਸਾਨ ਨੂੰ ਤੋਲ ਰਿਹਾ ਸੀ। ਸੋ ਦੋਨੋਂ ਤਰਫ ਤੇ ਮੈਂਟਲੀ, ਫਿਜ਼ੀਕਲੀ ਔਰ ਸਪਿਰਿਚੁਅਲੀ ਬੰਦਾ ਸਪਰੈਸ ਹੋ ਰਿਹਾ ਸੀ। ਸੋ ਉਸ ਵੇਲੇ ਇੱਕ ਲਾਈਟ ਬਣ ਕੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਸਿੰਪਲੀਫਾਈ ਕੀਤਾ ਐਂਡ ਹੀ ਸਟਾਰਟਡ ਪ੍ਰੋਮੋਟਿੰਗ ਸਮਥਿੰਗ ਵਿਚ ਵਾਸ ਨੈਸੈਸਰੀ ਐਟ ਦੈਟ ਟਾਈਮ। ਇਹ ਨਹੀਂ ਸੀ ਕਿ ਉਹਦੇ ਵਿੱਚ ਬੁਰਾਈ ਹੈ ਜਾਂ ਉਹਦੇ ਵਿੱਚ ਬੁਰਾਈ ਹੈ, ਪਰ ਜਿਹੜੀਆਂ ਬੁਰਾਈਆਂ ਸਾਡੇ ਉੱਪਰ ਹਾਵੀ ਨੇ ਉਹਨਾਂ ਚੋਂ ਬਾਹਰ ਕੱਢਿਆ ਜਾਏ। So let us not think that any religion is trying to teach something good or bad. Religion is teaching something which is always significant. और उस population ਨੂੰ ਉਸ time ਦੇ ਅਨੁਸਾਰ ਉਹ ਚੀਜ਼ਾਂ ਦੀ ਲੋੜ ਹੁੰਦੀ ਹੈ। ਪਰ ਇੱਕ way of life ਜਿਹੜਾ ਕਿ ਬਹੁਤ strong ਹੈ, that comes out of your contextual knowledge. Now when I've started this, almost 15 years back, I showed my some interest in this area. I started exploring and I was amazed in management, especially when I talk of management, we are talking of management in different ways. Because as a principles of practices and management, we talk of motivation, we talk of leadership, and there are all theories which have been borrowed from the West. But when we focus, or rather I started focusing towards Indian knowledge system, ਉਸ ਵੇਲੇ ਨਾਮ ਨਹੀਂ ਸੀਗਾ, because ਇਹ ਨਾਮ popularized ਨਹੀਂ ਸੀ। ਉਸ ਵੇਲੇ it was just you try to explore and you come across different texts। ਤੇ ਅਸੀਂ ਇਹ ਚੀਜ਼ਾਂ ਦੇਖੀਆਂ ਕਿ ਸਾਡੇ ਵਿੱਚ ਐਸੇ ਪ੍ਰਿੰਸੀਪਲ ਸੀਗੇ ਜਿਹੜੇ ਇੰਟਰਪ੍ਰੀਟ ਨਹੀਂ ਕੀਤੇ ਗਏ। ਐਕਚੁਅਲੀ ਅਨਫੋਰਚੂਨੇਟ ਕੀ ਆ ਕਿ ਅਸੀਂ ਸਾਨੂੰ ਕੋਈ ਧਾਰਮਿਕ ਗੱਲ ਕਹੀ ਜਾਂਦੀ ਆ, ਐਸੀ ਉਹਨੂੰ ਸਿੰਬੋਲਿਕਲੀ ਦੇਖਦੇ, ਐਸੀ ਉਹਦੀ ਇੰਟਰਪ੍ਰੀਟੇਸ਼ਨ ਕਰਕੇ ਨਹੀਂ ਦੇਖਦੇ ਕਿ ਇਹਦਾ ਐਕਚੁਅਲ 'ਚ ਮਤਲਬ ਕੀ ਹੋ ਸਕਦਾ ਹੈ। ਅਸੀਂ ਕੇਵਲ ਆਪਣੇ ਇੱਕ ਜਿਹਨੂੰ ਕਹਿ ਸਕਦੇ ਭਰਮ ਦੇ ਅਨੁਸਾਰ, ਆਪਣੀ ਕਨਵਿਕਸ਼ਨ ਦੇ ਅਨੁਸਾਰ ਜਾਂ ਆਪਣੀ ਧਾਰਨਾ ਦੇ ਅਨੁਸਾਰ ਉਹਨੂੰ ਦੇਖਦੇ। क्या ਉਹਦਾ ਕੁਝ ਰਿਲੀਜੀਅਸ ਐਸਪੈਕਟ ਹੋ ਸਕਦਾ ਹੈ, क्या ਉਹਦਾ ਕੁਝ ਮੋਰਲ ਲਾਈਫ ਦੇ ਉੱਪਰ ਐਸਪੈਕਟ ਹੋ ਸਕਦਾ, ਜਾਂ ਸਾਨੂੰ ਸਕਸੈਸਫੁਲ ਬਣਾਉਣ ਵਾਸਤੇ ਹੋ ਸਕਦਾ। ਇਫ ਯੂ ਸਟਾਰਟ ਥਿੰਕਿੰਗ ਇਨ ਦਿਸ ਮੈਨਰ ਦੈਨ ਓਨਲੀ, ਬਿਕੋਜ਼ ਸਾਨੂੰ ਇਹ ਲੱਗ ਰਿਹਾ ਸੀ ਕਿ ਧਰਮ ਜਿਹੜਾ ਵਾ ਇਹ ਸਿਰਫ ਐਸੀ ਅਡਾਪਟ ਕਰਨਾ, ਜਿਹੜੀ ਲੈਂਗੁਏਜ ਅਸੀਂ ਸਿੱਖਣੀ ਆ ਜਾਂ ਜਿਹੜੀ ਅਸੀਂ ਸਾਇੰਟੀਫਿਕ ਟੈਂਪਰਾਮੈਂਟ ਲੈਣਾ, ਉਹ ਸਾਰਾ ਅਸੀਂ ਵੈਸਟ ਤੋਂ ਲੈ ਕੇ ਆਉਣਾ। ਦੈਟ ਇਜ਼ ਵਨ ਰੀਜ਼ਨ ਕਿ ਅੱਜ ਵੀ ਅਸੀਂ ਕਿਸੇ ਵੀ ਸਟੇਜ ਤੇ ਚਲੇ ਜਾਈਏ, ਕਿਸੇ ਇੰਟਰਵਿਊ ਨੂੰ ਫੇਸ ਕਰੀਏ, now the trend has started changing. लोग अपनी भाषा ਵਿੱਚ बोल रहे, मैं भी ਵਿੱਚ इंग्लिश बोल रहा, ਵਿੱਚ वो कर रहे हैं, but there was a time when not knowing English was taken as incapability. It was as good as not knowing a skill. ਅਸੀਂ ਕਮਿਊਨੀਕੇਸ਼ਨ ਸਕਿੱਲ ਦੀ ਗੱਲ ਕਰਦੇ ਸੀ, ਕਿਸੇ ਨੂੰ ਪੁੱਛਦੇ ਤੇਰੀ ਕਮਿਊਨੀਕੇਸ਼ਨ ਸਕਿੱਲ ਕਿਸ ਤਰ੍ਹਾਂ ਦੀ ਹੈ, ਉਹਨੂੰ ਸਿਰਫ ਇੱਕ ਗੱਲ ਦਾ ਮਤਲਬ ਸਮਝ ਲੱਗਦਾ ਸੀ ਕਿ ਅਗਰ ਮੈਂ ਇੰਗਲਿਸ਼ ਅੱਛੀ ਬੋਲ ਸਕਦਾ। ਅਗਰ ਉਹ ਇਨਸਾਨ ਪੰਜਾਬੀ ਅੱਛੀ ਬੋਲਦਾ ਜਾਂ हिंदी अच्छी बोलता तो वो कम्युनिकेटर नहीं मनिया जा रहा। ऐसी धारणा बनाई भी नहीं, कम्युनिकेशन मीन्स हाउ ही कैन प्रेजेंट हिमसेल्फ इन इंग्लिश एंड देन हाउ ही कैन रिप्रेजेंट द बेस्ट ऑफ द नॉट इंडियन कल्चर बट द बेस्ट ऑफ द विच कल्चर, द वेस्टर्न कल्चर। इतों तक तुसी देखो, सी सम सिंबल्स आर देयर विच नीड टू बी टॉट अपॉन। अच्छा, हुण क्वेश्चन है कि क्या चेंज होना चाहिए। So it is because let us not make this session very boring, क्योंकि जनरली FDPSC की ਹੁੰਦਾ कि ਸਾਰੇ ਬੈਠੇ ਨੇ, ਟੀਚਰ ਨੂੰ ਟੀਚਰ ਪੜ੍ਹਾ ਨਹੀਂ ਸਕਦਾ, ਹੈ ਨਾ, ਮੈਂ ਤੁਹਾਨੂੰ ਪੜ੍ਹਾਉਣ ਤਾਂ ਆਇਆ ਹੀ ਨਹੀਂ। It is just to discuss, so ਤੁਸੀਂ ਵੀ ਇੰਟਰੈਕਟ ਕਰ ਸਕਦੇ ਹੋ। Feel free, even if you don't agree to what I say, you have your free expression to do that, even I will gain something out of it. So ਅਸੀਂ ਇਨੀਸ਼ੀਅਲੀ ਜਿਹੜੀਆਂ ਗੱਲਾਂ ਫੋਲੋ ਕੀਤੀਆਂ, ਇਹ ਅਸੀਂ ਮੰਨਦੇ ਹਾਂ ਕਿ it was just a dominance of one particular culture upon us। ਤੁਸੀਂ ਦੇਖੋ ਕਿ ਜਿਹੜੇ ਸਰਕਾਰੀ ਸਕੂਲ ਦੀ ਅਸੀਂ ਗੱਲ ਕਰਦੇ ਹਾਂ ਤੇ ਬੱਚਾ ਇੱਕ ਇੰਗਲਿਸ਼ ਦੇ ਵਾਸਤੇ ਇੱਕ ਫੀਅਰ ਸਾਈਕੋਸਿਸ ਲੈ ਕੇ ਜਾਂਦਾ। ਅੰਗਰੇਜ਼ੀ ਤੋਂ ਪਾਸ ਹੋਣਾ ਇੱਕ ਬੜਾ ਔਖਾ ਚੀਜ਼ ਬਣ ਚੁੱਕੀ ਸੀ, ਬਿਕੋਜ਼ ਉਹ ਪੜ੍ਹਾਈ ਇਦਾਂ ਜਾ ਰਹੀ ਹੈ ਉਹਨੂੰ। ਅਦਰਵਾਈਜ਼ ਐਜ਼ ਅ ਲੈਂਗੁਏਜ ਦੇਖੋ, ਵਟ ਐਵਰ ਇਜ਼ ਦੇਅਰ ਅਵੇਲੇਬਲ ਇਨ ਇੰਗਲਿਸ਼, ਉਸੇ ਤਰ੍ਹਾਂ ਦੀ ਐਨਰਿਚਮੈਂਟ ਹਰ ਲੈਂਗੁਏਜ ਵਿੱਚ ਹੈਗੀ, ਠੀਕ ਹੈ ਨਾ। ਐਸੀ ਇੱਥੋਂ ਤੱਕ ਆ ਗਿਆ ਕਿ ਅਸੀਂ ਕਾਲੀਦਾਸ ਵਰਗਾ ਪ੍ਰੀ ਹਿਸਟੋਰਿਕ ਆਦਮੀ ਜਿਹੜਾ ਕਿ ਸ਼ੇਕਸਪੀਅਰ ਤੋਂ ਬਹੁਤ ਸਾਲ ਪਹਿਲਾਂ ਐਗਜ਼ਿਸਟ ਕਰਦਾ ਸੀ, ਐਸੀ ਕਾਲੀਦਾਸ ਨੂੰ ਇੰਡੀਅਨ ਸ਼ੇਕਸਪੀਅਰ ਕਹਿੰਦੇ। ਜਸਟ ਥਿੰਕ ਆਫ ਇਟ। ਆਈ ਐਮ ਨੋਟ ਸੇਇੰਗ ਦੈਟ ਹੂ ਇਜ਼ ਗ੍ਰੇਟ ਐਂਡ ਹੂ ਇਜ਼ ਨੋਟ। ਮੈਂ ਇਸ ਗੱਲ ਦੀ ਚਰਚਾ 'ਚ ਨਹੀਂ ਪੈ ਸਕਦਾ ਵੀ ਵੱਡਾ ਕੌਣ ਸੀ, ਕਿਉਂਕਿ ਦੋ ਬੰਦੇ ਇੱਕ ਵੱਖਰੀ ਵੱਖਰੀ ਫੀਲਡ 'ਚ ਚੱਲ ਰਹੇ ਨੇ। ਉਹ ਇੰਗਲਿਸ਼ ਲਿਟਰੇਚਰ 'ਚ ਲਿਖ ਰਿਹਾ, ਇਹ ਇੰਡੀਅਨ ਲਿਟਰੇਚਰ 'ਚ ਲਿਖ ਰਿਹਾ, ਇਹਦਾ ਪਰਸਪੈਕਟਿਵ ਆਪਣਾ, ਉਹਦਾ ਪਰਸਪੈਕਟਿਵ ਆਪਣਾ, ਪਰ ਅਸੀਂ ਕੰਪੈਰੀਜ਼ਨ ਦੇ ਤੌਰ ਤੇ ਨਹੀਂ ਕਰ ਰਹੇ। ਅਸੀਂ ਕਹਿੰਦੇ ਇੰਡੀਅਨ ਕਾਲੀਦਾਸ ਦਾ ਸ਼ੇਕਸਪੀਅਰ, ਸੌਰੀ यस इंडियन शेक्सपियर है कालिदास। वाई? हालांकि सोचने वाली गल है कि शेक्सपियर बहुत बाद आया। So we were not proud of the Indians as such.
ਦਿਸ ਇਜ਼ ਵਾਟ ਆਈ ਵਾਂਟ ਟੂ ਸੇ। ਜਦੋਂ ਆਪਣੀ ਇਮੇਜ ਅਸੀਂ ਬਾਹਰ ਦੇਖਦੇ ਸੀ, ਬਾਹਰ ਵੀ ਐਸੀ ਇਮੇਜ ਸੀ। ਤੁਸੀਂ ਕਈ ਇੰਗਲਿਸ਼ ਮੂਵੀਜ਼ ਦੇਖ ਲਓ, ਦੇ ਕਾਲ ਦਿਸ ਐਜ਼ ਦ ਲੈਂਡ ਆਫ ਸਪੇਰਾਸ ਐਂਡ ਮਦਾਰੀਸ। ਇਹ ਤਾਂ ਸਪੇਰੇ ਔਰ ਜਿਹੜੇ ਮਦਾਰੀ ਇਹਨਾਂ ਦੀ ਧਰਤੀ। ਸੋ ਦੈਟ ਮੀਨਸ ਵਾਟ, ਸਾਨੂੰ ਇੱਕ ਤਰ੍ਹਾਂ ਦਾ ਕਲਾਊਨ ਟਾਈਪ ਪੇਸ਼ ਕੀਤਾ ਜਾ ਰਿਹਾ। ਅਗਰ ਅਸੀਂ ਪੰਜਾਬੀ ਕਲਚਰ ਦੀ ਗੱਲ ਕਰਦੇ, ਸਾਡਾ ਆਪਣਾ ਬਾਲੀਵੁੱਡ ਜਿਹੜਾ ਸਾਡਾ ਆਪਣਾ ਹੈ, ਬਾਲੀਵੁੱਡ ਸਾਡਾ ਆਪਣਾ ਹੀ ਹੈ ਨਾ, ਉਹ ਅਗਰ ਕਿਸੇ ਵੀ ਬੰਦੇ ਨੂੰ ਪੰਜਾਬ ਤੋਂ, ਬਿਕੋਜ਼ ਪੰਜਾਬ ਇਜ਼ ਮੋਸਟਲੀ ਰਿਪਰੈਜ਼ੈਂਟਡ ਬਾਈ ਟਰਬਨ, ਤੁਸੀਂ ਪੰਜਾਬੀਆਂ ਦੀ ਬਾਹਰ ਗੱਲ ਕਰਦੇ ਹਾਂ ਤਾਂ ਟਰਬਨਾਈਜ਼ ਫਾਰਮ ਆਉਂਦੀ ਹੈ ਦਿਮਾਗ ਵਿੱਚ। ਦੈਟ ਇਜ਼ ਵਨ ਸਿਗਨੀਫਿਕੈਂਟ ਪਾਰਟ ਆਫ ਦੀ ਪੋਪੂਲੇਸ਼ਨ। ਜਿਹੜਾ ਬੰਦਾ ਟਰਬਨ ਪਾ ਕੇ ਹੁੰਦਾ ਸੀ, ਉਹਨੂੰ ਪਿਕਚਰ 'ਚ ਕੀ ਸ਼ੋਅ ਕੀਤਾ ਜਾ ਰਿਹਾ ਸੀ? ਉਹਨੂੰ ਕਦੀ ਵੀ ਐਜ਼ ਅ ਹੀਰੋ ਨਹੀਂ ਲਿੱਤਾ ਜਾ ਰਿਹਾ ਬਾਲੀਵੁੱਡ ਵਿੱਚ। ਇਹਦਾ ਕਾਰਨ ਕੀ ਸੀਗਾ ਕਿ ਅਸੀਂ ਆਪਣੀ ਕਲਚਰ ਨੂੰ, ਔਰ ਜਿਹੜਾ ਉਸ ਬਾਲੀਵੁੱਡ 'ਚ ਵੀ ਹੀਰੋ ਪ੍ਰੋਜੈਕਟ ਹੁੰਦਾ ਫਾਈਨਲੀ, ਉਹ ਕੌਣ ਹੈ? ਜਿਹੜਾ ਕੋਟ ਪੈਂਟ ਟਾਈ ਲਗਾ ਕੇ ਫਿਰ ਰਿਹਾ ਹੁੰਦਾ। ਸੋ ਇਟਸ ਨॉट रॉन्ग विद द क्लोथ्स। देखो कोट पैंट गलत नहीं है या शर्ट गलत नहीं है, माइंडसेट, मानसिकता की बन रही। ਈਵਨ ਜਿਹੜਾ ਸਾਡਾ ਕਨਵੋਕੇਸ਼ਨ ਐਨੂਅਲ ਸਿਸਟਮ, ਉਹਦੇ ਵਿੱਚ ਗਰਮੀ ਸਰਦੀ ਐਸੀ ਸਾਰੇ ਉਹ ਗਾਊਨ ਪਾ ਕੇ ਟੋਪੀ ਪਾ ਕੇ ਖੜੇ ਹੋ ਜਾਂਦੇ। ਈਵਨ ਜਿਹੜੇ ਦੇ ਰਹੇ ਨੇ ਉਹਨਾਂ ਨੂੰ ਪਤਾ ਸੀ ਕਿਉਂ ਪਾਇਆ ਹੋਇਆ, ਜਿਹੜੇ ਲੈ ਰਹੇ ਨੇ ਉਹਨਾਂ ਨੂੰ ਵੀ ਪਤਾ ਕਿਉਂ ਪਾਇਆ, ਉਹ ਕਿਰਾਏ ਤੇ ਮਿਲ ਰਹੇ ਸਾਰੇ ਗਾਊਨ। ਹੁਣ ਚੇਂਜ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਸਿਸਟਮ। ਜੇ ਅਸੀਂ ਡਿਗਰੀ ਦੇਣੀ ਆ, ਵੀ ਸੋਚੋ ਕਨਵੋਕੇਸ਼ਨ ਡਿਗਰੀ ਦੇਣ ਦਾ ਇੱਕ ਸਮਾਗਮ ਆ, ਉਹਦੇ ਵਿੱਚ ਉਹ ਪਾਰਟਿਕੂਲਰ ਡਰੈਸ ਦਾ ਮਹੱਤਵ ਮੈਨੂੰ ਕੋਈ ਐਕਸਪਲੇਨ ਕਰ। Over the years the practice चल रही थी, nobody was questioning it. There were agencies as a part of university. I know university ਵਿੱਚ ਕੁਝ ਠੇਕੇਦਾਰ ਬੈਠੇ ਸੀਗੇ ਜਿਹੜੇ ਕਿ ਉਹਦਾ ਕੰਟਰੈਕਟ ਲੈਂਦੇ ਸੀ, ਜਿਹਨੇ ਅਸੀਂ ਵਰਦੀਆਂ ਕਹਿੰਦੇ ਕਨਵੋਕੇਸ਼ਨ ਦੀ। ਮਤਲਬ ਇੱਕ ਵੱਖਰਾ ਠੇਕਾ ਹੋ ਰਿਹਾ ਵੀ ਕਨਵੋਕੇਸ਼ਨ ਦੀ ਵਰਦੀਆਂ ਬੰਦਾ ਸਪਲਾਈ ਕਰੇਗਾ। You just tell me the kind of the robes we were wearing, ਉਹ robes ਦੀ ਕਲਚਰ ਕਿੱਥੋਂ ਆਈ ਹੋਏਗੀ? Anyone, कितों आई हुई कल्चर? That was very much by the imperial system, the British system. जब कि एक पासे साढ़े ही जड़े सी सन, तुसी कह सकते हो फ्रीडम फाइटर्स, या जड़े उस वेले बहुत नैतिकता के तौर पे बड़े उच्चे लोग सन, जिवें भगत सिंह, वो तो इंपीरियलिज्म ना लड़ते लड़ते मर गए, शहीद हो गए। वो तो अगेंस्ट गल कर रहे थे। भगत सिंह very clearly said that I am not against British regime, I am against the imperial class. इंपीरियल क्लास चाहे अपनी भी होए, इंपीरियल क्लास हो ਜਿਹੜੀ ਆਪਣੇ ਸੁਪੀਰੀਅਰ ਕਹਿ ਕੇ ਦੂਸਰੇ ਨੂੰ ਡੋਮੀਨੇਟ ਕਰ ਰਹੀ, ਉਹਨੂੰ ਸਪਰੈਸ ਕਰ ਰਹੀ। ਪਰ ਐਸੀ ਜਦੋਂ ਇੱਕ ਗ੍ਰੈਜੂਏਟ ਨੂੰ ਉਹ ਇੰਪੀਰੀਅਲ ਰੋਬਸ ਵਿੱਚ ਪਾ ਕੇ ਹੀ ਡਿਗਰੀ ਦਿੰਦੇ ਆ, ਤਾਂ ਕਿਆ ਅਸੀਂ ਨੂੰ ਉਸ ਮਾਨਸਿਕਤਾ ਤਿਆਰ ਨਹੀਂ ਕਰਨਾ ਸ਼ੁਰੂ ਕਰ ਦਿੰਦੇ ਕਿ ਯੂ ਆਰ ਅ ਸਪੈਸ਼ਲ ਬੀਇੰਗ ਨਾਓ, ਔਰ ਇਹ ਸਾਰੇ ਅਨਪੜ੍ਹ ਨੇ। ਔਰ ਉਹਦੀ ਲਾਈਨ ਦੇਖੋ, the man who offers the degrees, he said, I allow you to wear these robes throughout the day. पढ़ो तो सही नो, ਇਹਦਾ मतलब कुछ मतलब है ਉਹਦਾ। So that was the dominism which was made upon you. ਹੁਣ ਅਸੀਂ ਹੌਲੀ ਹੌਲੀ, it's not in India, everywhere. देखो, as a management person, I must tell you that throughout the management principles, ਜਿਹੜੇ humanities ਨੂੰ relate ਕਰਨਗੇ, there are the specific continents, styles of management, कोई western ना, कोई eastern ना, कोई फलाना। There is one country which is very small country, and that is Japan, which has its own style of management. जापान ਦੇ ऐसे ऐसे words popularize हो गए, उन्हें किताबें लिखी जा रही, Kaizen is there, Ikigai is there. So these are the methods which were popularized and finally now adopted by the Westerns. Kaizen style of management, Ikigai, these are the styles which are adopted by others. So see how much proud that country was on their culture, कि now their style is adopted. छोटा जा nation. So if they can do that, that means we had something in our cultural part, we could have done it. Isn't it? पर ऐसी उस चीज पर ध्यान नहीं देता. Anyways, now something which our philosophy is saying, साढ़े teacher taught the relation करी है नहीं है कि आओ तो पढ़ा के चले जाओ. साढ़े teacher was always an inspiration. He was, because as a guru word use करते रहे, priest guru हुआ ਜਿਹੜਾ remove करे, संस्कृत guru means one who remove darkness, ਜਿਹੜਾ ਤੁਹਾਡੀ ਲਾਈਫ ਨੂੰ ਅੰਧਕਾਰ ਤੋਂ ਬਾਹਰ ਕੱਢੇ। ਅੰਧਕਾਰ ਅਗਿਆਨਤਾ ਨਾਲ ਆਂਦਾ, ਐਸੀ ਮੰਨ ਕੇ ਚੱਲਦੇ। So he says a true teacher is one who can immediately come down to the level of student. So ਇਹ ਨਹੀਂ ਹੈ ਕਿ ਮੈਂ PhD ਕੀਤੀ ਹੈ और तू नहीं ਕੀਤੀ ਤੇ मैं तेरे ਤੋਂ ਉੱਪਰ ਹਾਂ, वो एक ਵੱਖਰੀ ਚੀਜ਼ ਹੋ ਗਈ ਨਾ। और ऐसे ਤੁਹਾਨੂੰ ਕੁਝ ਪਤਾ ਹੀ नहीं,
Rather than focusing what he is not knowing, I should focus upon the process to make him know. और ऐसी ਜਦੋਂ क्लास देखो इस चीज ਨੂੰ बुरा ना ਮੰਨੀਏ, especially at the very primary level, ਜਦੋਂ ਟੀਚਰ ਕਲਾਸ 'ਚ ਐਂਟਰ ਹੀ ਕਰਦਾ ਫਰਸਟ 2 or 3 ਇੰਟਰੈਕਸ਼ਨਸ ਤੋਂ ਬਾਅਦ ਉਹ ਬੜੀ ਕਲੀਅਰਲੀ ਡਿਮਾਰਕੇਟ ਕਰਦਾ ਇੱਕ ਚੀਜ਼। ਉਹ ਡਿਮਾਰਕੇਸ਼ਨ ਕਿਸ ਚੀਜ਼ ਦੀ? ਉਹ ਡਿਮਾਰਕੇਸ਼ਨ ਇਸ ਚੀਜ਼ ਦੀ ਹੈ ਵੀ ਇਹ ਇੰਟੈਲੀਜੈਂਟ ਹੈ, ਇੰਟੈਲੀਜੈਂਟ ਨਹੀਂ ਆ। ਇਹ ਅਸੀਂ ਨਹੀਂ ਕਰਦੇ ਸਾਰੇ। ਸੋਚ ਕੇ ਦੇਖੋ, ਸਾਡੇ ਦਿਮਾਗ 'ਚ ਪਹਿਲਾਂ ਜਦੋਂ ਅਸੀਂ ਕਲਾਸ 'ਚ ਜਾਂਦੇ ਆ, ਅਸੀਂ ਇੱਕ ਅਟੈਂਡੈਂਸ ਲੈਂਦੇ ਆ, ਉਸ ਤੋਂ ਬਾਅਦ ਇੱਕ ਲੈਕਚਰ ਲਗਾਉਂਦੇ ਆ, ਫਸਟ ਲੈਕਚਰ, ਉਸ ਤੋਂ ਬਾਅਦ ਸਾਡੇ ਦਿਮਾਗ 'ਚ ਆਉਣਾ ਸ਼ੁਰੂ ਹੋ ਜਾਂਦਾ ਵੀ ਇਹ ਪੜ੍ਹਨ 'ਚ ਠੀਕ ਲੱਗਦਾ, ਠੀਕ ਨਹੀਂ ਲੱਗਦਾ। And that classification, what we are doing, is finally making us, you can say, somewhat biased towards high performing and no performing people. Otherwise, what is the duty of the teacher? To teach everyone, or just people who are very intelligent, and to praise and promote them? जबकि एक पासे स्वाडे ही गुरुजन कह रहे हैं कि मानस की जात एक पहचानो, ऐसे कहने नहीं, ये वो जात नहीं, वो जात दूसरी है। क्या दिस क्लासिफिकेशन है जात नहीं बना रहे, एक नवी जात नहीं बना रहे, ये डल है, इंटेलिजेंट है, मॉडरेट है, होशियार है, एक क्लासिफिकेशन नहीं है। जे इंटेलिजेंट ने शिक्षा का अधिकार आ तो फिर बाहर कड्डो सारे ਜਿਹੜੇ ਡਲ ਹੈਗੇ। ਸਿੱਖਿਆ ਦਾ ਅਧਿਕਾਰ ਹਰੇਕ ਨੂੰ ਆ ਔਰ ਮੇਰੀ ਡਿਊਟੀ ਪੜ੍ਹਾਉਣ ਦੀ ਹੈ। ਰਾਦਰ ਮੇਰੀ ਡਿਊਟੀ ਉਹਨਾਂ ਨੂੰ ਪੜ੍ਹਾਉਣ ਦੀ ਹੈ ਜਿਹੜੇ ਪੜ੍ਹ ਨਹੀਂ ਪਾ ਰਹੇ। ਜੇ ਮੋਰਲੀ ਦੇਖਿਆ ਜਾਏ ਉਹਨਾਂ ਨੂੰ ਜ਼ਿਆਦਾ ਲੋੜ। ਐਂਡ ਸੇਮ ਇਜ਼ ਹੈਪਨਿੰਗ ਵੈਨ ਵੀ ਗੋ ਟੂ ਦ ਪ੍ਰੈਸਟੀਜੀਅਸ ਇੰਸਟੀਟਿਊਟਸ। ਮੈਂ ਐਮਸ ਦੇ ਵਿੱਚ ਗਿਆ, ਤੁਸੀਂ ਜਾ ਕੇ ਹੈਰਾਨ ਹੋਵੋਗੇ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ, ਕੈਲਕਟਾ, ਬੈਂਗਲੌਰ, ਕੋਜ਼ੀਕੋਡ ਵਿੱਚ ਮੈਂ ਲੈਕਚਰ ਵੀ ਦਿੱਤੇ ਨੇ। ਆਈ ਹੈਵ ਸੀਨ ਵਨ ਵੈਰੀ ਪ੍ਰੋਮੀਨੈਂਟ ਥਿੰਗ ਕਿ ਉਹਦੇ ਵਿੱਚ ਬੱਚਿਆਂ ਦੇ ਗਰੁੱਪਸ ਬਣੇ ਨੇ। ਉਹ ਗਰੁੱਪ ਕੀ ਨੇ? ਇਹ ਗਰੁੱਪ ਨਹੀਂ ਕਿ ਆਈਐਮਸ ਕੀ ਕਰ ਰਹੇ ਹੋ, ਉਹ ਗਰੁੱਪ ਇਹਦੇ ਨੇ ਆਇਆ ਕਿੱਥੋਂ ਆ। ਜਿਹੜਾ ਆਈਆਈਟੀ ਤੋਂ ਆਇਆ ਉਹ ਅਲੱਗ ਗਰੁੱਪ ਚੱਲ ਰਿਹਾ ਵਿਦਿਨ ਦੇ ਆਏ। ਉਹ ਬਾਕੀਆਂ ਨਾਲ ਜ਼ਿਆਦਾ ਗੱਲਬਾਤ ਕਰਕੇ ਰਾਜੀ ਨਹੀਂ। ਕੁਝ ਸ਼੍ਰੀ ਰਾਮ ਕਾਲਜ ਆਫ ਕਾਮਰਸ ਤੋਂ ਆਏ ਨੇ, ਕੁਝ ਜ਼ੇਵੀਅਰਸ ਤੋਂ ਆਏ ਨੇ, ਔਰ ਜਿਹੜਾ ਕੋਈ ਆਮ ਵਿਚਾਰਾ ਗੁਰਦਾਸਪੁਰ ਅੰਮ੍ਰਿਤਸਰ ਤੋਂ ਗਲਤੀ ਨਾਲ ਪਹੁੰਚ ਗਿਆ ਉਹ ਆਈਸੋਲੇਟਿਡ ਫੀਲ ਕਰ ਰਿਹਾ ਐਟਲੀਸਟ ਪਹਿਲੇ ਇੱਕ ਸਮੈਸਟਰ, ਬਿਕੋਜ਼ ਇੱਕ ਹਾਈ ਐਂਡ ਐਲੀਟ ਗਰੁੱਪ ਬਣ ਗਿਆ ਕਿ ਥੀਸ ਆਰ ਆਈਆਈਟੀਅਨਸ। ਉਹ ਆਈਆਈਟੀ ਕਰਕੇ ਡਿਗਰੀ ਖਤਮ ਹੋ ਗਈ, ਹੁਣ ਆਈਐਮਸ 'ਚ ਅੱਗੇ ਫਰਦਰ ਡਿਗਰੀ ਲੈਣ ਆ ਗਏ। ਮੰਨ ਲਓ ਇੱਕ ਸਪੋਜ਼ ਕਰਦਾ ਵੀ ਇੱਕ ਆਰਡੀਨਰੀ ਬੱਚਾ ਮਿਹਨਤ ਕਰਕੇ ਗੁਰਦਾਸਪੁਰ ਗਵਰਨਮੈਂਟ ਕਾਲਜ ਦਾ ਕਿਸੇ ਵੀ ਜਗ੍ਹਾ ਦਾ ਜਾਂ ਗੁਰੂ ਨਾਨਕ ਯੂਨੀਵਰਸਿਟੀ ਦਾ ਆਈਐਮਸ ਪਹੁੰਚ ਜਾਂਦਾ, ਉਹਦੇ ਬਰਾਬਰ ਹੀ ਹੈ ਨਾ। ਔਰ ਉਹ ਬਰਾਬਰ ਜਿਹੜੀ ਫੀਲਿੰਗ ਉਹਦੇ ਦਿਮਾਗ 'ਚ ਨਹੀਂ ਆ ਰਹੀ ਬਿਕੋਜ਼ ਉੱਥੇ ਆਲਰੇਡੀ ਇੱਕ ਗ੍ਰੇਡਿੰਗ ਗਰੁੱਪ ਬਣਿਆ। ਉਹਦੇ ਨਾਲ ਕੀ ਹੋਏਗਾ? ਇੱਕ ਕੰਪਲੈਕਸ ਤਾਂ ਆਉਣਾ ਸ਼ੁਰੂ ਹੋਏਗਾ ਨਾ। ਜਦ ਕਿ ਦੂਸਰੇ ਐਂਗਲ ਤੇ ਦੇਖਿਆ ਜਾਏ, ਆਈ ਫੀਲ ਦਿਸ ਪਰਸਨ ਇਜ਼ ਮੋਰ ਲਬੋਰੀਅਸ, ਮੋਰ ਹਾਰਡ ਵਰਕਿੰਗ, ਜਿਹੜਾ ਕਿ ਇਸ ਤਰ੍ਹਾਂ ਦੇ এনवायरमेंट 'ਚ ਨਿਕਲ ਕੇ ਉੱਥੇ ਤੱਕ ਪਹੁੰਚ ਗਿਆ। ਐਂਡ ਦੈਟ ਇਜ਼ ਵੇਅਰ ਦ ਫਾਲਟ ਇਜ਼। ਤੁਸੀਂ ਇਸ ਤੋਂ ਪਹਿਲਾਂ ਦੇਖੋ, ਅਸੀਂ ਅਲੱਗ-ਅਲੱਗ ਸਾਈਟਸ ਤੇ ਪੜ੍ਹਦੇ ਹਾਂ ਕਿ ਇੰਡੀਅਨ ਸਾਇੰਟਿਸਟ ਜਿਹੜੇ ਹੋਏ ਨੇ ਉਹ ਬਾਹਰ ਜਾ ਕੇ ਉਹਦੀ ਪਪੂਲਰਾਈਜੇਸ਼ਨ ਹੋਈ। ਡਾਕਟਰ ਹਰਗੋਬਿੰਦ ਖੁਰਾਨਾ ਦੀ ਅਸੀਂ ਗੱਲ ਕਰਦੇ ਹਾਂ, ਉਹ ਇੰਡੀਆ 'ਚ ਉਹਦਾ ਮੁੱਲ ਹੀ ਨਹੀਂ ਪਾਇਆ ਕਿਸੇ ਨੇ। The one reason is this ਕਿ ਅਸੀਂ ਖੁਦ ਸੋਚ ਹੀ ਨਹੀਂ ਸਕਦੇ ਕਿ any Indian can produce international standards. आज तो पहला मैं why I am saying because now the transition has taken place, but काफी समय पहले made in America, made in Japan, these were the pride symbols. No, but no company was just trying to say made in India. If it is made in India, it has to be inferior. ये तो अपना ही बनया है ना. So that cultural drawback, आज कुछ MNCs, कुछ companies, Indian MNCs ਜਿਹੜੀਆਂ ਗਈਆਂ, ਉਹਨਾਂ ਨੇ ਇਸ image ਨੂੰ change ਕੀਤਾ. The transition is taking place, and this is one step I must tell you, which is a very positive step. Unfortunately, ਇਹਦੇ ਵਿੱਚ ਵੀ ਇੱਕ ਚੀਜ਼ ਹੋਣ ਲੱਗ ਪਈ ਕਿ monopoly ਹੋਣੀ ਸ਼ੁਰੂ ਹੋ ਗਈ। ਲੋਕਾਂ ਨੇ ਇਹਨੂੰ ਇੱਕ particular ਧਰਮ ਨਾਲ ਜੋੜਨਾ ਸ਼ੁਰੂ ਕਰਤਾ। But I say that it will be very fortunate of us ਕਿ ਅਗਰ ਅਸੀਂ ਸਾਰੇ ਉਸ scriptures ਤੇ, ਮੈਂ ਕਾਫੀ ਦੇਰ ਤੋਂ ਐਟਲੀਸਟ ਪਿਛਲੇ 2 ਸਾਲਾਂ ਤੋਂ ਮੇਰੀ ਯੂਨੀਵਰਸਿਟੀ ਵਾਈਸ ਚਾਂਸਲਰ ਸਾਹਿਬ ਨਾਲ ਵੀ ਗੱਲ ਹੋਈ, we are trying to develop an indigenous system within the IKS which will talk of Punjab knowledge system, which will be part of IKS, ਕਿਉਂਕਿ ਇੰਡੀਅਨ ਨੌਲੇਜ ਸਿਸਟਮ ਦਾ ਪਾਰਟ ਹੋਏਗਾ। ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਓਰੀਜਿਨੇਟ ਕੀਤਾ, let us say it was the Bani of Gurus, it was some other text produced in Punjab, ਅਸੀਂ ਉਹਨਾਂ ਦੀ ਰੈਲੇਵੈਂਸ ਦੇਖਣੀ ਸ਼ੁਰੂ ਕਰਨ ਲੱਗੇ। So the process is going on because he knows my interest is there and he himself is of the field which is very much dealing with the moral and management education. So he has actually encouraged me to do this.
So I am just telling you कि पहला तो इस कंपार्टमेंट चो बाहर आइए कि IKS does not mean सनातन धर्म. IKS does not mean Vedas. No doubt starting इथों की थी. Because one thing we must admit, these are the oldest text available. ਜਿਹੜਾ ਜਿੰਨਾ ਪੁਰਾਣਾ ਉਹਦੀ relevance ਅਸੀਂ ਪਹਿਲਾਂ explain ਕਰਨੀ ਫਿਰ ਕਰਦੇ 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 ਉਹਨੂੰ centralize ਕਰਦੇ sorry decentralize ਕਰਦੇ ਆ ਰਹੇ. So with these words I will now start. For what he is saying, see the idea. This is what Vivekananda is saying. He says he transfers his soul to the student's soul. मतलब चलो ਇਹਨੂੰ ਬਿਲਕੁਲ ਲਿਟਰਲੀ ਉਹਦੀ ਆਤਮਾ ਦੇ ਵਿੱਚ ਤਾਂ ਨਹੀਂ ਜਾ ਸਕਦਾ ਬੰਦਾ, ਇਹਦੀ ਪਾਰਦਰਸ਼ਤਾ ਨਹੀਂ ਹੋ ਸਕਦੀ, ਬਟ ਐਟ ਦ ਸੇਮ ਟਾਈਮ ਹੀ ਇਜ਼ ਟ੍ਰਾਈਂਗ ਟੂ ਅਪਲਿਫਟ ਹਿਸ ਮੋਰਲ ਕਿ ਮੈਂ ਤੇਰੇ ਤੋਂ ਡਿਫਰੈਂਟ ਨਹੀਂ ਹਾਂ. ਸੋ ਹੀ ਇਜ਼ ਟ੍ਰਾਈਂਗ ਟੂ ਅੰਡਰਸਟੈਂਡ ਫਰੋਮ what level he is talking, from what level he is speaking, rather than ਉਹਨੂੰ ਇਹ ਕਹਿ ਕੇ ਵੀ ਤੂੰ ਇਹਨੂੰ ਦੇਖ ਲੈ ਬਸ ਜੋ ਮੈਂ ਲਿਖਿਆ ਹੀ ਸੱਚ ਹੈ. We have to raise his level. Then we have to see through his mind that why, if he is feeling something incapability of, then what incapability he is feeling about. What are the things which are positioned in his mind which are not letting him. So आज मैं इसको के कुछ motivation ऐसे lessons भी discuss करांगा जेडे कि you will be amazed which are totally reverse to what Westerns are saying about motivation और सिर्फ mindset दी गल. Then such a teacher can teach and none else. ऐसा मतलब टीचर वास्ते बहुत जरूरी है आत्मिकता. अगर वो सिर्फ अपनी बोली का इस्तेमाल करके नॉलेज का इस्तेमाल करके पढ़ाता, I must say he will not be fulfilling his duties. We have to use our soul to govern the souls. So, two most important principles of Indian model of management are holism and human values. So, what is the moral theories of ethics? They say. So, first off, let us talk about holism. What is holism? That means when we are talking of any system, let's say a management system or something, we cannot compartmentalize. As a whole, we have to see this. देखो best form of अगर ऐसी management देखनी है ना, तो cosmic management देख. Cosmic management means the management which is done by the God. ਉਹਦੇ ਚ ਕੋਈ ਵੀ ਜਿਹੜੀ ਇੱਕ ਚੀਜ਼ ਆ ਦੂਸਰੀ ਚੀਜ਼ ਨਾਲ ਇੱਕ functionally ਜੁੜੀ ਹੋਈ. If I see towards our bodies, so our body is composed as a total system. It's a holistic system. पर अगर ਤੁਸੀਂ ਇੱਕ ਇੱਕ ਪਾਰਟ ਨੂੰ ਦੇਖੋਗੇ तो अपने आप ਚ ਇੱਕ ਸਿਸਟਮ ਹੋਏਗਾ. Let us say like my body is total human body system. ਉਹਦੇ ਵਿੱਚ ਇੱਕ digestive system, ਉਹਦੇ ਵਿੱਚ ਇੱਕ reproductive system, ਉਹਦੇ ਵਿੱਚ ਇੱਕ central nervous system. So these are different systems. Independently, they are different systems. But in a particular set, when they are combined, they produce as a body. Same is with the organization. Whatever the compartments are considering, they are to contribute to the main functions of the system. So that functionality has to be seen rather than thinking. जिस तरह से education system की गल करते हैं, तो finally education system का कोई भी role होए, final role की है. Final role of the education system is development of human resources. ऐसे तो जितने मर्जी पार्ट बना दिए है तो HRD का पार्ट है ना, human resource development नहीं होती तो there is no function of education. That means holistically we have to see, and at the same time human values are very important. Now can anyone say why the emphasis is upon human values? और आज एक होर बड़ा बड़ा चैलेंज साडे नाल कर रहा है. देखो ਅਸੀਂ बैठ के नहीं सोच रहे इस चीज बारे, बट ਜਿਹੜੀ ਸਾਡੀ ਆਉਣ ਵਾਲੀ ਨਸਲਾਂ ਨੇ, like let's say artificial intelligence is exploring new opportunities and coming with such ways कि ਉਹਦੇ ਵਿੱਚ ਇਹ ਚੀਜ਼ absent ਹੋਏਗੀ, but then it will govern the system also. ਅੱਜ ਤੁਸੀਂ ਗੱਲ ਅਗਰ ਕਰਦੇ ਹੋ ਤੇ ਜੋ ਮੈਂ ਪੜ੍ਹਾ ਰਿਹਾ ਉਹੀ ਚੀਜ਼ਾਂ AI ਦੇ ਸਕਦੀ ਬੜੇ ਆਰਾਮ ਦੇ ਨਾਲ. ਇੱਥੇ ਇੱਕ ਲੈਕਚਰ ਦੀ ਲੋੜ ਹੀ ਨਹੀਂ, ਤੁਸੀਂ AI ਦਾ ਕੋਈ ਵੀਡੀਓ ਰਨ ਕਰੋ ਕਿਸੇ YouTube ਤੇ, तो सारे लेक्चर जिस मर्जी टॉपिक पे ले लो, even the best available in the world. Then if a time comes and a country says we don't require teachers, आज रेडियोलॉजी में चैलेंज बन गया. रेडियोलॉजी ਦੇ ਵਿੱਚ AI systems are so efficient
ਕਿ ਤੁਸੀਂ ਉਹਨੂੰ ਰਿਪੋਰਟਸ ਦਿਓ, ਉਹ ਆਪੇ ਸੈਲਫ ਜਨਰੇਟ ਕਰਦੀ, ਡਾਇਗਨੋਸ ਵੀ ਦੱਸ ਦਿੰਦੀ, ਦਵਾਈਆਂ ਵੀ ਦੱਸ ਦਿੰਦੀ। ਜਸਟ ਇਮੈਜਿਨ ਅਬਾਊਟ ਇਟ। ਈਵਨ ਜਿਹੜੀ ਹਿਊਮਨ ਰਿਸੋਰਸ ਅਸੀਂ ਕਰਦੇ ਹਾਂ, ਜਿਹਨੂੰ HR ਬਹੁਤ ਵੱਡਾ ਫੰਕਸ਼ਨ ਮੈਨੇਜਮੈਂਟ ਦਾ ਕਿਹਾ ਗਿਆ ਸੀ, ਉਹਦੀ ਲੋੜ ਹੀ ਨਹੀਂ ਹੈ। ਰਿਕਰੂਟਮੈਂਟ ਕਰਨੀ ਆ, ਤੁਸੀਂ AI ਸੌਫਟਵੇਅਰ ਦੱਸੋ, ਉਹਨੂੰ ਬਾਇਓਡਾਟਾ ਦੱਸੋ, ਤੁਹਾਨੂੰ ਬੈਸਟ ਕੱਢ ਕੇ ਦੇ ਦੇਗੀ। और ऐसे ऐसे चैटबॉट्स आ रहे हैं, इंटरव्यू बॉट्स ने, मतलब इंटरव्यू लेने वास्ते वैसे एक चैटबॉट बढ़ाता, वो क्वेश्चन पूछेगा, तुम जवाब दोगे तो आप ही वैल्यूएट कर दोगे। Do you agree that this is a right kind of the system? Because this is the prevailing system. ये आ रहा चीज आ भी चुकी है, यानी कि नहीं आ चुकी। I was in one of the interviews just one and a half months back. As a nominee of the university, as a vice chancellor nominee, I was sitting over there, so I had a chance to see the interview of music also. Otherwise, when music interview में आने chance नहीं मिल सकता। So as a nominee, I was seeing एक आया लड़का, he was basically from fine arts, और उन्हें अपनी पेंटिंग्स दिखाई हैं। ਉਹਦੇ 'ਚ ਜਿਹੜੇ ਮੇਰੇ ਨਾਲ ਐਕਸਪਰਟਸ ਹਨ, APJ ਕਾਲਜ ਤੋਂ ਪ੍ਰੋਫੈਸਰ ਸਾਹਿਬ ਸਨ, ਉਹਨਾਂ ਨੇ ਉਹਨੂੰ ਕਿਹਾ ਵੀ ਜਿਹੜੀ ਪੇਂਟਿੰਗਸ ਤੂੰ ਦਿਖਾ ਰਿਹਾ ਸਾਨੂੰ, ਇਹ पेंटिंग्स AI भी बना सकती है। उन्हें कहा जी बिल्कुल, वो फिर AI की बनाई भी नाल लैके आया सेम पेंटिंग, और लिटरली मेरे सामने दोनों रखती हैं, मैनू बिल्कुल नहीं पता चलिया भी की फर्क है दोनों। रादर ऑर्डिनरीली वो बेटर ही लग रही है ये वाली। फिर उन्हें दसिया कि ये मैं बनाई है, ये आ डिफरेंसेस ने, ये AI ने तैयार की थी, पेंटिंग हूबहू सेम। नाउ दैट मीन्स दूसरे पासे ਅਸੀਂ ਨੈਤਿਕਤਾ ਦੀ ਗੱਲ ਕਰਦੇ, ਮੋਰੈਲਿਟੀ ਦੀ ਗੱਲ ਕਰਦੇ, ਹਿਊਮਨ ਵੈਲਿਊਜ਼ ਦੀ ਗੱਲ ਕਰਦੇ, AI will not have any human values, ਕਿਉਂਕਿ ਉਹਦੇ 'ਚ ਜੋ ਫੀਡਡ ਉਹਨੇ ਉਹ 'ਚੋਂ ਰਿਜ਼ਲਟ ਕੱਢਣਾ ਹੈ, ਔਰ ਹਿਊਮਨ ਵੈਲਿਊਜ਼ ਫਲੈਕਸੀਬਲ ਨੇ। AI ਨੂੰ ਅਗਰ ਇੱਕ ਚੀਜ਼ ਦੱਸਦੀ ਗਈ, ਉਹਨੇ ਉਹਨੂੰ ਮੰਨਣਾ, ਦੂਸਰੇ ਨੂੰ ਨਹੀਂ ਮੰਨਣਾ, ਬਿਕੋਜ਼ ਐਵਰੀਥਿੰਗ ਵਿਲ ਕਮ ਆਊਟ ਐਜ਼ ਐਨ ਆਈਟਰੇਸ਼ਨ। ਔਰ ਇੱਕ ਡੇਂਜਰ ਜਿਹੜਾ ਨਜ਼ਰ ਆ ਰਿਹਾ, ਉਹ ਕੀ ਆ ਰਿਹਾ ਕਿ ਨੈਤਿਕ ਦਾ ਸਤਰ शायद होर थल्ले आने के चांसेस हो जाए, कंपैशन नहीं रहेगा ना, बिकॉज एवरीथिंग विल बी इवैल्यूएटेड ऑन द बेसिस ऑफ ब्लैक एंड व्हाइट बॉक्स, नथिंग एज ब्राउन और ग्रे, नो डार्क शेड्स। एक बच्चा क्लास से लेट आता, एक क्रॉनिकली लेट आता, उसकी आदत है लेट आना, एक किसी कारण करके लेट होया, ये चीज कौन पहचानेगा? जस्ट थिंक ऑफ इट, क्या मोरैलिटी की लोड़ हैगी कि नहीं हैगी? सो इट्स माई क्वेश्चन टू यू, दसो प्लीज। इदा बहुत औखा हो जाएगा समय बताना कि वैसे नहीं, अदरवाइज मैंने कोई नहीं, मैं प्रेजेंटेशन दे के चला जाना, ਤੁਹਾਡੇ को आंदा भी रहना, तुम बोर हो गए मैं देख देख, मैंने भी पता मेरी मजबूरी है, भला साहब ना नहीं कर सकता, ਤੁਹਾਡੀ मजबूरी ਤੁਹਾਨੂੰ मैंने सुनना पैना है ना। बट उस तरह ना बनाइए, इन्हें इस तरह बनाइए कि इट शुड बी एन इंटरैक्टिव सेशन। देखो, इस तो पहला मैम ने एक बायोडाटा पढ़ा सी, I feel proud that these two presentations, one of this Vedas and one of my research methodology area, इधे करके मैं IIMS Kozhikode पे present करके, so that means I had something different to say. So why I am telling you this thing is कि ऐसी ना होर interactive बना सकते हैं, तुसी भी थोड़ा जा contribute करो, तुसी सारे अपने अपने field के master हो, कोई English विच, कोई science विच, so you can tell me something about it, and where you feel a matter of disregard, let us take out ये चीज इस तरह हो सकती है। So one thing, you all agree with me that morality is one core integrated part of education or not? देखो ਇਹਦਾ ਕਾਰਨ ਆ, ਇੱਕ ਡਾਕਟਰ ਸੀ ਬਹੁਤ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ, ਬਹੁਤ ਵੱਡਾ ਨਾਮ ਸੁਣਿਆ ਗਿਆ, ਡਾਕਟਰ ਸਰੀਨ ਹੁੰਦੇ ਸੀ। विदाउट एनी कमेंट्री अपॉन कि वैदर वो दोषी सन कि नहीं दोषी सन, मैनू नहीं गल पता, बट ही वॉज द बेस्ट अवेलेबल सर्जन ऑफ अमृतसर। He was the most competent surgeon of Amritsar. So when I say most competent, competency surgery चाहे नहीं आती, years of experience चाहिए। सर्जरी डिग्री नाल नहीं आती, सर्जरी प्रिसीजन आती है। आज ही डॉक्टर त्रेहन की गल करते, मैदान का मालिक और किस टाइम पे एम्स विच बैठा सीगा, वो बंदा इंडिया का बेस्ट रेटेड, वर्ल्ड का बेस्ट रेटेड हार्ट सर्जन हाँ, he is on the Prime Minister's panel. So similarly, Dr. Sareen was one of the most famous surgeon of Northern India. और
5 ਸਾਲਾਂ ਬਾਅਦ ਜਾਂ 6 ਸਾਲਾਂ ਬਾਅਦ ਇੱਕ ਖਬਰ ਆਉਂਦੀ ਆ ਕਿ ਪੰਜਾਬ ਦਾ ਜਿਹੜਾ ਬਹੁਤ ਵੱਡਾ ਕਿਡਨੀ ਰੈਕਟ ਹੈ, ਉਹਦੇ ਵਿੱਚ ਸਰੀਨ ਸਾਹਿਬ ਇਜ਼ ਦੀ ਮੇਜਰ ਕਿੰਗ ਪਿਨ, ਜਿਹਨੂੰ ਅਸੀਂ 5 ਸਾਲ ਪਹਿਲਾਂ ਬੈਸਟ ਸਰਜਨ ਕਹਿ ਰਹੇ ਹਾਂ, ਉਹ ਬੰਦਾ ਕਿਡਨੀ ਸੈਲਿੰਗ ਦੇ ਵਿੱਚ ਇਨਵੋਲਵਡ ਹੈ। ਅਸੀਂ ਕਹਿੰਦੇ ਜੀ ਪੜ੍ਹਾ ਕੇ ਪ੍ਰੋਡਿਊਸ ਕਰਤਾ ਬੈਸਟ ਸਰਜਨ, ਕਰਤਾ ਨਾ ਬੈਸਟ ਸਰਜਨ ਪੜ੍ਹਾ ਕੇ ਪ੍ਰੋਡਿਊਸ, ਔਰ ਇੰਨਾ ਖਤਰਨਾਕ ਹੋ ਗਿਆ ਉਹ ਕਿ ਉਹਨੂੰ ਪਤਾ ਨਹੀਂ ਚੱਲਿਆ ਮਰੀਜ਼ ਨੂੰ ਕਿਹੜੇ ਵੇਲੇ ਉਹਦੀ ਕਿਡਨੀ ਨਿਕਲੀ ਤੇ ਵਿਕ ਗਈ। ਦੋਜ਼ ਵਰ ਆਲਸੋ ਦੀ ਪਾਰਟ ਆਫ ਹਿਸ ਸਕਿੱਲ। ਮੈਂ ਮੈਨੇਜਮੈਂਟ ਕਰ ਰਿਹਾ ਐਜ਼ ਅ ਡੀਨ, ਮੈਂ ਬਹੁਤ ਵੇ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਮੈਨੂੰ ਡਰ ਕਦੀ ਵੀ ਬੇਵਕੂਫ ਬਣਿਆ ਤੋਂ ਨਹੀਂ ਲੱਗਾ, ਆਲਸੀ ਤੋਂ ਵੀ ਨਹੀਂ ਲੱਗਿਆ। ਓਸ਼ੋ ਆਚਾਰਿਆ ਰਿਨੀਸ਼ੇ ਕਹਿੰਦਾ ਵੀ ਆਲਸੀ ਬੰਦੇ ਨੇ ਕਦੀ ਕੋਈ ਨੁਕਸਾਨ ਨਹੀਂ ਕੀਤਾ, ਕਿਉਂਕਿ ਨੁਕਸਾਨ ਕਰਨ ਵਾਸਤੇ ਵੀ ਫੁਰਤੀ ਚਾਹੀਦੀ ਹੈ। ਉਹ ਆਲਸ 'ਚ ਇੰਨਾ ਖੁਸ਼ ਹੈ ਆਪਣੇ, ਉਹ ਕਿਸੇ ਦਾ ਨੁਕਸਾਨ ਕਰ ਹੀ ਨਹੀਂ ਰਿਹਾ। ਤੇ ਬੇਵਕੂਫ ਨੇ ਕਦੀ ਵਿਚਾਰੇ ਨੂੰ ਨੁਕਸਾਨ ਨਹੀਂ ਕਰਨਾ। ਸਭ ਤੋਂ ਜ਼ਿਆਦਾ ਓਬੀਡੀਐਂਟ ਬੰਦੇ ਜਨਰਲੀ ਆਲਸੀ ਔਰ ਬੇਵਕੂਫ ਨੇ ਠੀਕ ਹੈ ਯਾਰ ਸੁਣ ਲਓ ਦੀ ਗੱਲ, ਕੋਈ ਗੱਲ ਨਹੀਂ। ਬਟ ਆਈ ਐਮ ਨॉट ਅਗੇਂਸਟ ਇੰਟੈਲੀਜੈਂਸ, ਪਰ ਇੰਟੈਲੀਜੈਂਸ ਹੀ ਇੱਕ ਐਸੀ ਚੀਜ਼ ਹੈ, ਜਿੰਨੇ ਵੀ ਵਰਲਡ ਦੇ ਸਭ ਤੋਂ ਖਤਰਨਾਕ ਡਿਸਟਰਕਟਰਸ ਹੋਏ ਨੇ ਉਹ ਸਾਰੇ ਹਾਈਲੀ ਇੰਟੈਲੀਜੈਂਟ ਬੰਦੇ ਹੋਏ, ਉਹ ਖੁਰਾਫਾਤ ਹੋ ਬੈਠ ਨਹੀਂ ਸਕਦੇ। ਸੋ ਇਹਦਾ ਮਤਲਬ ਇੰਟੈਲੀਜੈਂਸ ਵਿਦ ਮੋਰੈਲਿਟੀ ਇਜ਼ ਮਸਟ। ਮਹਾਭਾਰਤ ਵਿੱਚ ਜਿੰਨਾ ਤੇਜ਼ ਦਿਮਾਗ ਸ਼੍ਰੀ ਕ੍ਰਿਸ਼ਨ ਦਾ ਚੱਲ ਰਿਹਾ, ਉਹਨਾਂ ਤੇਜ਼ ਦਿਮਾਗ ਹੀ ਸ਼ਕੁਨੀ ਦਾ ਚੱਲ ਰਿਹਾ, ਸਿਰਫ ਮੋਰੈਲਿਟੀ ਦਾ ਫਰਕ ਆ, ਉਸ ਪਾਸੇ ਤੇ ਇਸ ਪਾਸੇ। So think that intelligent person can be very destructive. तो सरीन साहब का किंग पिन एज अ नाम आया और उस तो बाद बहुत ऐसे केसेस हुए, ऐसे केसेस सामने आए, हीनियस केसेस सामने आए कि कोई बेचारा रिक्शा वाला गया, ऑटो रिक्शे वाला, ਉਹਦੇ ਕੋਈ ਮਾੜੀ ਮੋਟੀ ਦਰਦ ਸੀਗੀ, ਉਹਨੂੰ ਬੇਹੋਸ਼ ਕੀਤਾ, ਉਹਦੀ ਕਿਡਨੀ ਬਾਹਰ ਚਲੀ ਵੀ ਗਈ ਔਰ ਉਹਨੂੰ ਪਤਾ ਵੀ ਨਹੀਂ। ਉਸ ਤੋਂ ਬਾਅਦ ਇੰਡੀਅਨ ਔਰ ਇਹ ਕੇਸ ਸਿਰਫ ਪੰਜਾਬ ਦਾ ਮੈਂ ਤਾਂ ਦੱਸ ਰਿਹਾ ਬਿਕੋਜ਼ ਆਈ ਬਿਲੋਂਗ ਟੂ ਦਿਸ ਸਟੇਟ। ਅਗਰ ਜਗ੍ਹਾ ਜਗ੍ਹਾ ਕੇਸਿਸ ਹੋਏ, ਉਸ ਤੋਂ ਬਾਅਦ ਬੈਨ ਲੱਗਾ ਕਿ ਕਿਡਨੀ ਜਿਹੜੀ ਹੈ ਤੁਸੀਂ ਨਹੀਂ ਲੈ ਸਕਦੇ, ਸਿਰਫ ਆਪਣੇ ਕਿਸੇ ਰਿਲੇਟਿਵ ਦੀ ਲਓ। ਹੁਣ ਮੈਨੂੰ ਦੱਸੋ ਕਿ ਉਹਦੇ ਚ ਐਜ਼ ਅ ਸਰਜਨ ਕੀ ਗਲਤੀ ਹੈ? ਸਰਜਰੀ ਤੋਂ ਪਰਫੈਕਟ ਕਰ ਰਿਹਾ, ਉਹ ਗਲਤ ਕਿੱਥੇ ਹੈ? ਐਜ਼ ਅ ਇਨਸਾਨ ਉਹ ਕਿੰਨਾ ਖਤਰਨਾਕ ਹੈ? ਕਿਆ ਉਹਨੂੰ ਸਰਜਨ ਹੋਣਾ ਚਾਹੀਦਾ? Yes. So when we say 7 deadly sins, ਇਹਦਾ ਮਤਲਬ ਐਜੂਕੇਸ਼ਨ ਦਾ ਕਿਆ ਫੰਕਸ਼ਨ ਨਹੀਂ ਹੈ ਕਿ ਪਹਿਲਾਂ ਉਹ ਸਿਨਸ ਬਾਰੇ ਦੱਸੇ, ਪਹਿਲਾਂ ਉਹ ਮੋਰੈਲਿਟੀ ਦੀ ਗੱਲ ਕਰੇ। ਸਾਡਾ ਸਿਸਟਮ ਵੱਖਰਾ ਹੋ ਗਿਆ ਸੀ ਕਿ ਨਹੀਂ, ਜੇ ਧਰਮ ਦੀ ਗੱਲ ਸੁਣਨੀ ਆ ਤੇ ਬਾਬੇ ਨਾਨਕ ਦੀ ਬਾਣੀ ਵੱਖਰੀ ਜਾ ਕੇ ਪੜ੍ਹ, ਹੈ ਨਾ, ਕ੍ਰਿਸ਼ਨ ਦੀ ਗੱਲ ਵੱਖਰੀ ਜਾ ਕੇ ਸੁਣ, ਕਲਾਸ ਚਾਹੀਦੀ ਤੁਹਾਨੂੰ ਕੁਝ ਹੋਰ ਪੜ੍ਹਾਉਣਾ ਹੈਗਾ। ਔਰ ਇੱਕ ਸਟੇਟ ਨੇ ਇੱਕ ਲੌਜਿਕ ਬਣਨਾ ਸ਼ੁਰੂ ਹੋ ਜਾਂਦਾ। ਅਕਸਰ ਜੋ ਜਵਾਨੀ 'ਚ ਹੁੰਦਾ ਉਹਨੂੰ ਲੱਗਦਾ, ਹਰ ਬੰਦੇ ਜਵਾਨ ਨੂੰ ਇਹ ਲੱਗਦਾ ਕਿ ਜੋ ਧਾਰਮਿਕ ਗੱਲਾਂ ਨੇ ਫਜ਼ੂਲ ਨੇ। ਮੈਂ ਇੱਕ ਸਾਇੰਟੀਫਿਕ ਟੈਂਪਰ ਲੈ ਲਿਆ ਔਰ ਉਸ ਟੈਂਪਰ ਨਾਲ ਹੀ ਸਾਰੀ ਦੁਨੀਆ ਚਲਾਵਾਂਗਾ। ਪਰ ਅੱਜ ਆਫਟਰ 25 years or 26 years of teaching experience and then achieved 51 years on this earth, I must say कि नहीं, ये सच नहीं है। ਤੁਹਾਡਾ ਸਾਇੰਟੀਫਿਕ ਟੈਂਪਰ ਸਭ ਕੁਝ ਨਹੀਂ ਕਰਦਾ। ਬਹੁਤ ਐਸੀਆਂ ਜਗ੍ਹਾ ਨੇ ਜਿੱਥੇ ਤੁਹਾਨੂੰ ਮੋਰੈਲਿਟੀ, ਨੈਤਿਕਤਾ, ਇਮੋਸ਼ਨਸ ਦੀ ਲੋੜ ਪੈਂਦੀ ਆ ਔਰ ਤੁਹਾਡੀ ਲਾਈਫ ਦੀਆਂ ਪ੍ਰੋਬਲਮਾਂ ਤੋਂ ਸੋਲਵ ਹੁੰਦੀਆਂ। ਨਹੀਂ ਦੇਖੋ, ਇਹ ਤਾਂ ਉਹਦੀ ਕੇਸ ਹਿਸਟਰੀ ਜਾਣ ਕੇ ਪਤਾ ਚੱਲੇਗਾ। ਮੈਂ ਉਹੀ ਗੱਲ, ਇਹ ਵੀ ਕੁਐਸਚਨ ਤੇ ਆਉਣ ਵਾਲਾ ਸੀ ਕਿ ਜਿਹੜਾ ਇੰਨਾ ਫੇਮਸ ਸਰਜਨ ਆ, ਜਿਹਦੇ ਕੋਲ ਪੈਸਾ, ਸ਼ੋਹਰਤ ਸਭ ਕੁਝ ਹੈਗੀ ਹੈ, ਇਹਦਾ ਮਤਲਬ ਹਵਸ ਖਤਮ ਹੀ ਨਹੀਂ ਹੋ ਰਹੀ। ਦੇਖੋ, ਲੈਟਸ ਨਾਟ ਫਾਲ ਇਨਟੂ ਡਿਬੇਟ। ਕੁਝ ਸਾਲ ਪਹਿਲਾਂ, ਕਿਉਂਕਿ ਸਾਰੇ ਕੇਸਿਸ ਜਿਹੜੇ ਨਾ ਕੰਟਰੋਵਰਸ਼ੀਅਲ ਹੁੰਦੇ ਨੇ, ਇਹਦੇ ਵਿੱਚ ਕੋਈ ਵੀ ਵਰਡਿਕਟ ਪਿਓਰ ਨਹੀਂ ਹੈ। ਕੁਝ ਸਾਲ ਪਹਿਲਾਂ ਇਹ ਵੀ ਕੇਸ ਸੀਗਾ ਕਿ ਅਮਿਤਾਭ ਤੇ ਪਿਆ ਸੀ, ਦੱਸੋ ਅਮਿਤਾਭ ਦੀ ਗੱਲ ਕਰ ਦਿੰਦੇ ਹਾਂ ਅਸੀਂ, ਵੀ ਉਹਦੀ ਕਾਫੀ ਐਸੀ ਜ਼ਮੀਨ ਹੈ ਜਿਹੜੀ ਐਜ਼ ਅ ਫਾਰਮਰ ਖਰੀਦੀ ਹੋਈ ਹੈ। ਮੈਨੂੰ ਦੱਸੋ, ਤੁਸੀਂ ਇੱਕ ਸਰੀਨ ਦੀ ਗੱਲ ਕਰੋ, ਸਰੀਨ ਤਾਂ ਬਹੁਤ ਛੋਟਾ ਆਦਮੀ ਅਮਿਤਾਭ ਦੇ ਅੱਗੇ। ਅਮਿਤਾਭ ਆਪਣੇ ਆਪ ਨੂੰ ਫਾਰਮਰ ਸ਼ੋ ਕਰਕੇ ਪ੍ਰਾਪਰਟੀ ਕਿਉਂ ਲੈਣਾ ਚਾਹੇਗਾ? ਪਰ ਲਿੱਤੀ ਨਾ। ਇਹਦਾ ਮਤਲਬ there is no end to lust. There is no end. ਇੱਕ ਪਾਸੇ ਇੱਕ ਫਕੀਰ ਹੈ ਜਿਹੜਾ ਕਹਿੰਦਾ ਮੈਨੂੰ ਕੁਝ ਚਾਹੀਦਾ ਹੀ ਨਹੀਂ, ਇੱਕ ਪਾਸੇ ਉਹ ਇਨਸਾਨ ਵਾਲਾ ਦੁਨੀਆ ਖਰੀਦ ਸਕਦਾ, ਉਹ ਕਹਿੰਦਾ ਦੂਜੀ ਵੀ ਖਰੀਦੀਏ। Now let us talk of Elon Musk, what he is doing. The way Mr. Elon Musk is going ahead, that one day will become dangerous. Because वो total human centric गलत कर ही नहीं रहा। ਤੁਸੀਂ ਇਮੈਜਿਨ ਕਰੋ, ਇੱਕ ਇਨਸਾਨ, ਨਾਸਾ, ਮੈਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਕਿ ਨਾਸਾ ਤੋਂ ਉੱਪਰ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਨੈਸ਼ਨਲ ਐਰੋਨੌਟਿਕਲ ਐਂਡ ਸਪੇਸ ਏਜੰਸੀ ਆਫ ਅਮਰੀਕਾ, ਉਸ ਤੋਂ ਉੱਪਰ ਕੁਝ ਵੀ ਨਹੀਂ ਹੈ। ਹੁਣ ਸਪੇਸਸ਼ਿਪ ਫਸ ਜਾਂਦਾ, ਨਾਸਾ ਨੂੰ ਲੋੜ ਪੈਂਦੀ ਹੈ ਐਲੋਨ ਮਸਕ ਦੀ ਸਪੇਸ ਐਕਸ ਦੀ।
और SpaceX वाले वापस लेके आएंगे। बट दैट वाज नॉट आउट ऑफ सम चैरिटी मिशन, दैट वाज बेसिस ऑन द कॉस्ट। ਹੁਣ अगर एक एफो जिहा इंसान किसी पर्टिकुलर, आई एम नॉट सेइंग हाले तक वो ठीक चल रहा, पर अगर वो दिमाग च कोई चीज आ जाए, देखो एम्पावरमेंट बहुत बड़ी चीज है। जो इंसान किंग बनता ना, तो एक इंसान अकबर बनता, एक उसके खानदान च औरंगजेब भी बनता। पावर करप्ट्स द पर्सन वी से। उन्हें कितनी अजीब गल है, पावर करप्ट्स द पर्सन। पावर चाहिए भी है, क्योंकि पावर नहीं चाहिए, पावर का इस्तेमाल जड़ा है वो ऐसी गलत शब्द के थ्रू कर रहे हैं। अथॉरिटी इज नॉट टू रूल, अथॉरिटी इज टू डिस्प्ले योर ड्यूटीज। साडा धर्म दा सिखा रहा है। एक पासे साडे दशमेश पिता ने ਜਿਹੜੇ 4 ਸਾਹਿਬਜ਼ਾਦੇ ਵਾਰ ਦਿੰਦੇ ਨੇ, ਹੁਣ ਇੱਥੇ ਵੀ ਤਾਂ ਪਾवर है ना, वो पावर सोच रही है कि मैं अपना बलिदान दे दा। चलो ये तो बहुत पुरानी गल होगी, हुण दे टाइम च असीं आ जाने हैं कई ऐसे लोग ਜਿਹੜੇ बेचारे अनशन करते मर जाते किसी पर्टिकुलर चीज वास्ते, वो भी इंसान ने, कोई परवाह नहीं करता उन्होंने। So it's not the question of power, it is the wrong definition, the wrong notion of power की है। सानू लगता पावर का मतलब है कि हर बंदा मेरी गल मनेगा, ਜਿਹੜਾ नहीं मनेगा उन्हें मनावांगे, फिर भी नहीं मनेगा फिर ਅਸੀਂ ਕਹਿੰਦੇ एक्शन लवांगे। ਹੁਣ एक्शन का मतलब की है? नहीं ਹੁੰਦਾ, देखो ਹੁੰਦਾ, पर जे यही सोच के चला कि ਹੁੰਦਾ ਐਵੇਂ ਆ तो फिर ਅਸੀਂ इस तरह की क्लास प्रोड्यूस करते रहांगे, यही तो हो रहा। ਮੈਨੂੰ ਦੱਸੋ ट्रांसफॉर्मेशन किस तरह होएगी? ना सो देखो ये तो स्पेस तो बनानी पेगी ना, एक सिंपल जा आंसर, बिल्कुल सिंपल है ना। सो मैं तो एक सिंपल जी गल करता पाया, अगर किसी भी चीज नू एटलीस्ट तुसीं ये गल करती, एक इंसान पावर का गलत इस्तेमाल कर रहा है, उसी जी अपने तो यूज हो रही, तो अं कहता ऐसी अपनी दिती हुई पावर का गलत यूज कर रहे हैं कि नहीं कर रहे, पहले तो क्वेश्चन आना पेगा ना। जे मैं सेम सिस्टम ओबे करता, मैं भगत सिंह की गल करता, बिकॉज आई एम वेरी इंस्पायर्ड बाय हिज लाइफ। भगत सिंह एक छोटी जी उम्र का नौजवान जो जेल में, वो जेल में जाके भी मरण मरत रख लेंदा। क्यों रख लेंदा? ऐसी हूं की गल करते हैं, हूं कोई इन्ना पावरफुल बंदा नहीं साडे ऊपर बैठा जो अंग्रेज सरकार तो ज्यादा पावरफुल होए, और उस बंदे तो ज्यादा नहीं जो बंदा कैदी होए। जिस तरह उन्हें एग्जीक्यूट किया गया, फांसी दी गई, उस तो असीं अंदाजा लगा सकते हैं कि अंग्रेज सरकार का खौफ किस तरह का होएगा। बंदी सिंह का मामला नहीं होना, सुप्रीम कोर्ट का एक ऑर्डर है कि ਤੁਹਾਡੀ ਜਿਹੜੀ ਹੈਗੀ ਆਪਣੀ ਪੂਰੀ ਹੋ ਜਾਂਦੀ, ਤੁਹਾਡੀ ਜਿਹੜੀ ਹੈਗੀ ਦੀ ਉਹਨੂੰ ਰਿਹਾ ਕਰਨਾ ਚਾਹੀਦਾ, ਪਰ ਅਜੇ ਤੱਕ ਬੰਦੀ ਸਿੰਘ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਅੰਗਰੇਜ਼ਾਂ ਦਾ ਦੱਸੋ ਜੀ, मैं तो कह रहे हैं सिस्टम तो सिर्फ एक बंदी सिंह की गल ना करिए, हर जगह अंग्रेजों वाला सिस्टम ही चल रहा। आधी जाति में 1947 के मामले क्यों पकड़ा गया? मेरी गल सुनो, जो तुसी कह रहे हो उससे विचारधारा के अगेंस्ट पर किते दे आके स्टैंड लेना शुरू करेगा ना, जे सिखाया ही नहीं जाएगा, क्योंकि आज तक ऐसी एको चीज सीखी नहीं। सुनो कितना सिखाया जाता है, सारे टीचर, सारे कॉलेज, सारे स्कूल बच्चे ने कह रहे हैं फोन पर पढ़ना, बच्चे को लगता भी मेरे टीचर का फोन नहीं था, फिजिकल वाला जो है, फिजिक्स वाला जो है वो ठीक है। सर देखो, एक मैं 2 मिनट में गल लवांगा। टीचर माइनस हो गया ना, टीचर माइनस है, टीचर की कोई वैल्यू नहीं है। एक मेरी स्टूडेंट जड़ा है वो टीचर की रिस्पेक्ट ही नहीं, वो मान जाए ही रिस्पेक्ट। मैं ऐसे करके जड़ी चीज सी मैं इस तो बाद आगे तुरिया ही नहीं, खत्म करती ना सी। दैट इज इट। ये सब तो बड़ा एक खतरनाक चैलेंज, मैं करना एग्री करता मैं, बिल्कुल सब तो बड़ा खतरनाक चैलेंज यही है। ऐसी हर जगह ह्यूमन वैल्यू माइनस कर रहे हैं, पर कल कौन खत्म रहा? ह्यूमन बीइंग खुद ही कर रहे हैं। ਤੁਸੀਂ ਇਹ ਗੱਲ ਕਰਦੇ ਪਿਓ, ਕਿੰਨੇ ਕੇਸਿਸ ਐਸੇ ਹੋਏ ਵੀ ਗੂਗਲ ਨੂੰ ਮੈਪ ਨੂੰ ਫੋਲੋ ਕਰਦੇ ਕਰਦੇ ਬੰਦੇ ਦਾ ਮਾਈਂਡ ਇੱਕ ਪੇ ਜਾ ਕੇ ਦੇਖਿਆ ਨਾ। ਜੇ ਗੂਗਲ ਮੈਪ ਨੂੰ ਫੋਲੋ ਕਰਦੇ ਕਰਦੇ ਇਹ ਚੀਜ਼ ਹੋ ਰਹੀ ਆ ਤੇ ਇੰਨੇ ਵਾਰ ਟੈਕਨੋਲੋਜੀ ਫੋਲੋ ਕਰਦੇ ਕਰਦੇ ਕੀ ਹੋਏਗਾ? ठीक है ना। देखो सिंपल है, एक रोबोटिक सर्जरी है, अगर एक सर्जन गलती करता है ना तो छोटी मोटी गलती करेगा, अगर प्रोग्रामिंग च गलती हो गई ना तो सोच नहीं सकते भी गोडा कितने जाएगा नहीं। दिस इज ट्रू, बिकॉज ਉਹਦਾ एरर भी बड़ा डिवास्टेटिंग होएगा। पहला टीचर 4 का लिखते ही
ਬੱਚੇ ਦੀ ਟੈਨਸ਼ਨ नहीं तुम बंद कर दो, नहीं सर मैं तो देख भी नहीं दिया। मेरी बात फॉलो करो जरा नहीं मैं फॉलो कर ली ਤੁਹਾਡੀ गलती है, बंद कर देने हैं। देखो पता गल की है, ऐसी मैं फिर गल करना, ऐसी किसी चीज दे अगेंस्ट नहीं, ये चीज बच्चे का रुझान बढ़ा सकती है। मैं नहीं साइंस प्रूव कर रही है कि अगर बच्चा प्रेजेंटेशन देखता है, देखो कुछ चीजें अच्छियां भी हो रही हैं, ऐसी टेक्नोलॉजी को अपना दुश्मन ना समझे, दुश्मन खुद बना रहे हैं। डिपेंडेंस टेक्नोलॉजी क्यों आई, टेक्नोलॉजी ऐसी कटी अपने आप को ईजी करने ਲਈ। ਹੁਣ अगर टेक्नोलॉजी साढ़े ते रूल करेगी फिर ऐसी गुलाम। जगह पक्का आया टेक्नोलॉजी आई नहीं है, ठीक है ना, पर बंदे की जगह एआई आई तो ये रीजन है। एआई बंदे की जगह नहीं आई, एआई आई है कुछ सप्लीमेंट करने, पर बंदा अपनी जगह आप लेके आ रहा है। लेके आए क्या सारा स्ट्रैटेजी है, कोई जो मर्जी कोई जो बढ़ावा दी जाती है क्यों नहीं, वही गल मैं तुहानू दस्सिया ना, मैं तुहानू दस्सिया ना, पेंटर ने डिस्क्रिमिनेट किया कि मेरी पेंटिंग है तेरी पेंटिंग है। देखो ये पहचानना किन्ने फाइनली सारा हमारा नागरिकता को ਆਪਾਂ ਧਰਮਾਂ ਜੋੜੀਏ ਨਾ ਜੋੜੀਏ है ही धर्म जोड़नी जोड़नी है, धर्म चो निकलनी है पर ਧਰਮ ਦਾ ਮਨੋਂ ਸਾਡੇ ਕੋਲ ਬਦਲਦਾ ਹੈ। नहीं नहीं तुसी धर्म किन्नू कह रहे हो, ਧਰਮ ਤੋਂ ਹੀ ਕਿਹਾ ਨਾਗਰਿਕਤਾ ਜਿਹੜੀ मैं तो कहना धर्म आ अपना काम किवें करना। ਸਾਡਾ बिल्कुल ਕੰਮ ਕਿਵੇਂ ਕਰਨਾ, ਉਹ ਹੁਣ ਚੋਰ ਨੂੰ ਪਤਾ ਕਿ ਚੋਰੀ ਕਿੱਦਾਂ ਕਰਨੀ, ਤੇ ਉਹਦਾ ਧਰਮ ਛੱਡੋ वो काम नहीं है ना 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 ना। देखो ऐसे नहीं नहीं प्लीज बी वेरी सीरियस। देखो मैं एक ना बड़ी स्पष्ट चीज कहांगा, डिस्कशन और डिस्कशन रहने दी, अगर मजाक वाली गल है तो मजाक कर, ठीक है। पहला तो धर्म की डेफिनेशन पढ़ो, धर्म इज राइट टू कंडक्ट ड्यूटीज इन राइटफुल मैनर। अगर तुम चोरी नूं चोर धर्म कहते हो तो फिर तुम धर्म की डेफिनेशन के अगेंस्ट, फिर तुम धर्म पढ़िया ही नहीं, फिर तुम धर्म नहीं पढ़िया। इदा तो बंदा कल कोई क्रिमिनल कहेगा गोली मारना मेरा धर्म है, मारती गोली, इट्स नॉट दैट। धर्म की डेफिनेशन स्टार्ट जितों होंदी है, क्योंकि तुहानू ये पता नहीं शायद कि इंडियन सिस्टम दे विच जितों इंडिया स्टार्ट हो रहा ਉਹਦੇ ਵਿੱਚ किते भी लॉ ਦਾ वर्ड ਦਾ मतलब नहीं हैगा। ਸਰ ਮੇਰੇ ਨਾਲ ਇੱਕ ਮਿੰਟ ਗੀਤਾ ਦੇ ਵਿੱਚ ਅਰਜਨ ਜੀ ਨੂੰ ਦੇ ਦਿੰਦੇ ਧਰਮ ਕਰ ਆ ਮਾਂ ਨੂੰ ਜੋ ਮਰਜ਼ੀ ਕਰੇ ਤੇ ਗੋਲੀ ਨਹੀਂ ਲੱਗੀ ਇਹ ਬੜੀ ਛੋਟੀ ਇੰਟਰਪ੍ਰੀਟੇਸ਼ਨ ਹੈ ਸਰ ਗੀਤਾ ਦੀ। ਸਰ ਤੁਸੀਂ ਕਿੰਨੇ ਸਾਲ ਲਗਾਏ ਗੀਤਾ ਦੇ? ਇਹਦੀ ਇੰਟਰਪ੍ਰੀਟੇਸ਼ਨ ਦੇ ਬੱਚੇ ਵਾਲੀ ਇੰਟਰਪ੍ਰੀਟੇਸ਼ਨ ਆ ਕਿ ਕਰ ਕੋ ਕਹਿੰਦੇ ਮਾਰਦੇ ਬੰਦੇ ਸਾਰਿਆਂ ਨੂੰ। ਗੀਤਾ ਜਿਸ ਉਪੇਸ਼ ਨਾਲ ਗੱਲ ਕਰ ਰਹੀ ਆ ਉਹਨੂੰ ਪਹਿਲਾਂ ਪਹਿਚਾਨੋ। ਸਰ ਉਹ ਤੁਸੀਂ ਨਾ ਨਾ ਪਹਿਲਾਂ ਉਸ ਗੱਲ ਤੇ ਰਹੋ ਨਾ। ਸਰ ਜਿਹੜਾ ਸਾਹਮਣੇ ਆ ਰਿਹਾ ਸਾਹਮਣੇ ਆ ਰਿਹਾ ਵੀ ਸ਼ਬਦਾਂ ਨਾਲ ਕਰ ਰਿਹਾ ਮਰਨਾ ਚਾਹੀਦਾ ਉਹਨੂੰ। ਆਪਣੇ ਜਿਹੜਾ ਉਹਨਾਂ ਦਾ ਗੁਰੂ ਜੀ ਨਾਲ द्रोणाचार्य भी मर रहे, मरना चाहिए ਉਹਨੂੰ, मरना चाहिए बिल्कुल। हर वो इंसान ਨੂੰ मरना ही पेगा। सुनो सर सुनो, ਹੁਣ सुन लोगे, हर वो इंसान ਨੂੰ मरना पेगा ਜਿਹੜਾ इंसान मनुखता के अगेंस्ट हो चुका है या डेवलपमेंट के अगेंस्ट हो चुका है। ऐसी नहीं मारा कि नेचर मार देगी। आज मैंने एक चीज का जवाब दो, आज हिटलर वर्गा बंदा सी, मरना चाहिए सी कि नहीं चाहिए सी? ਤੁਹਾਡੇ ਅਨੁਸਾਰ ਤਾਂ ਨਹੀਂ ਮਰਨਾ ਚਾਹੀਦਾ ਫਿਰ, ਜਿਹਨੇ ਗੈਸ ਚੈਂਬਰ 'ਚ ਬੰਦੇ ਵਾੜਤੇ। ਔਰ ਹਿਟਲਰ ਦੇ ਨਾਲ ਐਸੇ ਬੰਦੇ ਹੋਣਗੇ ਜਿਹੜੇ ਖੁਦ ਹਿਟਲਰ ਨਹੀਂ ਹੋਣਗੇ ਔਰ ਉਹਨੂੰ ਸਪੋਰਟ ਕਰਦੇ ਹੋਣਗੇ। ਹੋ ਸਕਦਾ ਚੰਗੇ ਬੰਦੇ ਹੋਣ, ਗੱਲ ਬੰਦੇ ਚੰਗੇ ਦੀਆਂ ਮਾੜੇ ਦੇ ਨਹੀਂ ਆ। ਮੈਂ ਕਿਸ ਨੂੰ ਸਪੋਰਟ ਕਰ ਰਿਹਾ? ਤੁਸੀਂ द्रोणाचार्य ਦੀ ਗੱਲ ਕਰਦੇ ਹੋ, ਤੁਸੀਂ ਭੀਸ਼ਮ ਪਿਤਾਮਾ ਦੀ ਗੱਲ ਕਰਦੇ ਹੋ। ਜਦੋਂ ਔਰ ਇਹ ਬੜਾ ਵੱਡਾ ਲੈਸਨ ਹੈ, ਜਦੋਂ ਇੱਕ ਇਨਸਾਨ ਆਪਣੇ ਕਿਸੇ ਆਬਜੈਕਟਿਵ 'ਚ ਭੀਸ਼ਮ ਪਿਤਾਮਾ ਦਾ ਪਹਿਲਾ ਜਿਹੜੀ ਕਰਪਸ਼ਨ ਜਦੋਂ ਸ਼ੁਰੂ ਹੁੰਦੀ ਕਿੱਥੋਂ ਹੁੰਦੀ ਆ? कृष्ण किते भी ये नहीं कहता, वो कहता पहली महाभारत की नींव भीष्म पितामह ने रखी। हूँ मैं तुहानू पूछदा, तुसीं गीता पढ़ी है, भीष्म पितामह ने की नींव रखी महाभारत? ऐसी बड़ी अच्छी व्याख्या दी कि मारता मारना नहीं चाहिए। महाभारत की की नींव रखी मैंने दसो? महाभारत की नींव भीष्म पितामह ने रखी है। महाभारत होनी नहीं सी जे भीष्म पितामह ना होंदा। दसो ना किदा नहीं है ही है नहीं, दसो। नहीं नहीं पासे पूसे की गल ना करिए, पासे तो बन ही गए, पासे तो बन गए, दो पासे बन गए। मैं सिर्फ तुहानू यह कह रहा, तुसीं ऐसी नूं गीता की गल करनी है, अपना विचार नहीं जो गीता कह रही है बारे। जो किसी चीज़ को डिस्कस करना उसकी बाउंड्रीज च रह के करांगे। मर्चेंट ऑफ वेनिस की गल करांगे ना, तो जो शेक्सपीयर लिख रहे वो विचों गल करांगे। वो जो शायलॉक नूं गलत कह रहा, कुछ ऑथर फड़ के शायलॉक नूं जस्टिफाई भी करनगे, बट बिल्कुल उसके दायरे ना ना। फिर देखो जो बंदे लिटरेचर तुम पूछ सकते, जो लिटरेचर को डिस्कस करना ना,
ਉਹਨੂੰ ਉਸ ਦਾਇਰੇ 'ਚ ਰੱਖ ਕੇ, ਕਿਉਂਕਿ ਉਸ ਵੇਲੇ ਜਿਹੜੀਆਂ ਅਜ਼ੰਪਸ਼ਨ ਸੀਗੀਆਂ, ਪਹਿਲੀ ਗੱਲ ਤਾਂ ਇਹ ਵੀ ਡਿਬੇਟੇਬਲ ਹੈ ਮਹਾਭਾਰਤ ਹੋਈ ਕਿ ਨਹੀਂ ਹੋਈ। ਸੋ ਜੋ ਅਜ਼ੰਪਸ਼ਨਸ ਉਸ ਵੇਲੇ ਸੀਗੀਆਂ ਉਹ ਮੰਨੀਆਂ ਪੈਣਗੀਆਂ, ਅਦਰਵਾਈਜ਼ ਸਿਸਟਮ ਪ੍ਰੂਵ ਹੀ ਨਹੀਂ ਹੋ ਸਕਦਾ। ਸੋ ਵੈਨ ਵੀ ਟਾਕ ਆਫ ਐਥਿਕਸ, यूटिलिटेरियन इज वन विच इज ग्रेटेस्ट गुड फॉर ग्रेटेस्ट नंबर। ਹੁਣ ਇਹ ਜਿਹੜੀਆਂ ਇੰਗਲਿਸ਼ ਡੈਫੀਨੇਸ਼ਨਸ ਐਥਿਕਸ ਦੀਆਂ ਇਹ ਕਹਿ ਰਹੀ ਆ, ਸੋ ਫॉर ग्रेटेस्ट नंबर ਜਿਹੜਾ ग्रेटेस्ट गुड ਹੋਏ, ਇਹ ਨਹੀਂ ਵੀ ग्रेटेस्ट ਬੰਦਾ ਚੰਗਾ ਕਿਹੜਾ ਕਹਿ ਰਿਹਾ, ਬਿਕॉज आवर पर्पस इज नॉट टू जस्ट से। सो होलिस्टिकली मैं कहना चाहता ਸੀ ਕਿ ऐसी ਸਰ ਤੁਸੀਂ ਕਹਿੰਦੇ ਹੋ ਐਥਿਕਸ ਨੂੰ ਆਪਾਂ ਇੰਪਲੀਮੈਂਟ ਨਹੀਂ ਕਰ ਸਕਦੇ ਜਿਸ ਤਰ੍ਹਾਂ ਮੈਜੋਰਟੀ ਦੀ ਗੱਲ ਕਰਦਾ ਪਿਆ ਸੀ, ਮੈਜੋਰਟੀ हाँ मैं तो ये सिर्फ थ्योरीज है ना, सो थ्योरीज ओवर पीरियड ऑफ चेंज हुई। नहीं सर मैं दस रहा कि एथिक्स टर्म इवॉल्व किवें हुई, एथिक्स वाधा किवें आया। सो पहली ਜਿਹੜੀ ਸੋਚ ਆਈ ਉਹ ਆਈ ਸੀ ਕਿ ਜਿਹੜਾ ਲਾਰਜਰ ਨੰਬਰ ਤੇ ਗੁੱਡਸ ਨੂੰ ਗਵਰਨ ਕਰੇ, ਬੰਦਿਆਂ ਦੇ ਗੁੱਡਸ ਨੂੰ ਗਵਰਨ ਕਰੇ, ਉਹ ਐਥੀਕਲ ਸੋਚ। ਸੋ ਦੈਨ ਡਾਇਰੈਕਟਲੀ ਇਟ ਵਾਸ ਚੇਂਜਿੰਗ, एवोल्यूशन हो रही है ना। हाँ जी सर। नहीं सर मैं उन्होंने वही गल कही है, मैं वही गल कर रहा, ये ऐसी एवोल्यूशन ऑफ एथिक्स टू बी इस वेले सर जो निकली है, मैं उस टाइम की गल कर रहा, इवॉल्व इस तरह हो रहा है एथिक्स, ਜਿਹੜਾ एथिक्स शब्द है ना, ਦੀ इवॉल्व ਜਿਹੜੀ एवोल्यूशन हो रही है ना, वो इस तरह हो रही है कि एक टाइम ਤੇ एथिकल ਮੰਨਿਆ ਜਾਂਦਾ ਸੀ ਕਿ ਜਿਹੜਾ ਸਾਰਿਆਂ ਵਾਸਤੇ ਚੰਗਾ, ਉਹਦੇ ਵਿੱਚ ਜਿਹੜੀਆਂ ਫਲॉज ਆਏ, ਉਹ ਫਲॉज ਕਿਹੜੇ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਰਟਿਕੂਲਰ ਜਿਹੜਾ ਛੋਟਾ ਗਰੁੱਪ ਹੈ ਉਹਦੀ ਵਾਇਲੇਸ਼ਨ ਹੋਣੀ ਸ਼ੁਰੂ ਹੋ ਗਈ। ਸੋ ਦੈਨ it was then all people have basic right, then theory of justice. So finally ਜਦੋਂ ਅਸੀਂ ਗੱਲ ਕਰਦੇ ਹਾਂ, so these were ਇਹਦੀ ਸਪਲੀਮੈਂਟਰੀ ਮੈਂ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿੱਦਾਂ ਐਥਿਕਸ ਇਵੋਲਵ ਹੋ ਰਿਹਾ ਵੈਸਟਰਨ ਸੋਸਾਇਟੀ 'ਚ, ਸਾਡੀ ਜਿਹੜੀ ਅਪਰੋਚ ਸੀਗੀ ਹੋਲਿਸਟਿਕ ਸੀਗੀ, ਜਿਹੜੀ ਪਹਿਲਾਂ ਹੀ ਕੀ ਲੈ ਕੇ ਚੱਲ ਰਹੀ, ਦਿਸ ਵਾਸ ਜਸਟ ਟੂ ਕੰਪੇਅਰ ਦ ਟੂ ਥਾਟਸ, ਇੱਕ ਥਾਟ ਪ੍ਰੋਸੈਸ ਜਿਹੜਾ ਟਾਈਮ ਔਰ ਸਾਡਾ ਇਮਮੋਰੀਅਲੀ ਅਸੀਂ ਹੋਲਿਸਟਿਕ ਚੀਜ਼ ਨੂੰ ਮੰਨ ਕੇ ਚੱਲ ਰਹੇ ਹਾਂ। ਅੱਜ ਦੇਖੋ ਸਸਟੇਨੇਬਿਲਿਟੀ ਦੀ ਗੱਲ ਹੋ ਰਹੀ ਹੈ ਨਾ, ਅੱਜ ਸਸਟੇਨੇਬਿਲਿਟੀ ਨੂੰ ਗ੍ਰੇਟੈਸਟ ਗੁੱਡ ਵਾਸਤੇ ਕਿਹਾ ਜਾ ਰਿਹਾ ਕਿ ਸਾਰੀ ਮਨੁੱਖਤਾ ਕੀ ਸਾਰਾ ਪਲੈਨਟ ਹੀ ਸਾਨੂੰ ਸੇਵ ਕਰਨਾ ਪਏਗਾ, ਔਰ ਸ਼ਾਇਦ ਉਹ ਸੱਚ ਵੀ ਹੈ, ਅਦਰਵਾਈਜ਼ ਵੀ ਵਿਲ ਨਾਟ ਹੈਵ रिसोर्सेज नहीं रहने, और डिस्ट्रीब्यूशन नहीं रहेगी तो बंदा ही सफर करेगा। होलिस्टिक अप्रोच कह रही है कि जी साडी टोटल ह्यूमैनिटी है या ना कॉस्मोस है, एक ही है, दिस इज वन, एंड देन ह्यूमन बीइंग हैज सोल, बॉडी, माइंड एंड इंटेलेक्ट। सो इट इज emphasizing upon all the three components, whereas the West sees personality as a different component। ठीक है, ऐसी पर्सनैलिटी में अलग अलग कॉम्पोनेंट मानते हैं, whereas in holism says it is the unity, the absence of duality, कोई dual nature नहीं है, everything is inside us। then second, thus the Indian model of management is value driven holistic approach, और ਜਿਹੜੀਆਂ ਚੀਜ਼ਾਂ ਨੂੰ ਬੇਸ ਲੈ ਕੇ ਚੱਲੇ ਆ, what is the spiritual principle of unity, oneness and non duality, कोई non dual नहीं है। then universe is undivided whole, so as a smallest part I am the part of the universe and universe is undivided whole, then entire humanity is one। now we have been talking of integrity। so integrity concept ਜਿਹੜਾ ਸੀਗਾ ਇਹ ਵੀ western concept ਹੈ, whereas we were talking of divine nature। ਹੁਣ ਜਿਹੜਾ ਧਰਮਾ ਨਾ, ਜਿਹਨਾਂ ਨੇ ਧਰਮਾਂ ਦੀ ਗੱਲ ਕੀਤੀ, ਚੋਰ ਧਰਮਾਂ ਦੇ ਪਹਿਲੀ ਚੀਜ਼ ਹੈ divine nature, anything against the divine nature is non dharmic। so first we should try to emphasize what is the divine nature। divine nature of man ਦੀ ਅਗਰ ਅਸੀਂ ਗੱਲ ਕਰਦੇ ਹਾਂ ਜਾਂ divine nature of any being ਦੀ ਗੱਲ ਕਰਦੇ ਹਾਂ ਤਾਂ ਉਹ ਡਿਸਕ੍ਰਾਈਬ ਕੀਤੀ ਗਈ ਹੈ ਕਿ divine nature ਹੋਣੀ ਕਿੱਦਾਂ। ਤਦੇ ਅਸੀਂ ਜਦੋਂ ਯੂਟੋਪੀਆ ਦੀ ਗੱਲ ਕਰਦੇ ਹਾਂ, ਅਸੀਂ ਰਾਮ ਰਾਜੇ ਦੀ ਗੱਲ ਕਰਦੇ ਹਾਂ, ਔਰ ਰਾਮ ਰਾਜੇ ਨੂੰ ਪਾਰਟਿਕੂਲਰ ਰਾਮਚੰਦਰ ਨਾਲ ਜੋੜਦੇ ਹਾਂ। ਰਾਮ ਰਾਜੇ ਇਜ਼ ਨਾਟ ਵਨ ਪਾਰਟਿਕੂਲਰ ਟਰਮ for Ramchandra, a substitute, otherwise Ram Rajya is equivalent to utopian form of government। ਹੁਣ utopian form of government ਇਹ ਕਹਿੰਦੀ ਆ ਵੀ ਅਗਰ ਇੱਕ ਇਨਸਾਨ ਵੀ ਕੋਈ ਗੱਲ ਕੱਢਦਾ ਹੈ ਨਾ, ਉਹਨੂੰ ਸੁਣਨਾ ਪਏਗਾ ਤੁਹਾਨੂੰ। he has the law of natural justice prevailed to be heard, ਔਰ ਸਾਡੀ ਕੋਰਟ ਵੀ ਇਸ ਗੱਲ ਤੇ ਬੇਸ ਕਰਦੀ ਹੈ ਕਿ ਜਿਹੜਾ ਕ੍ਰਿਮੀਨਲ ਤੋਂ ਕ੍ਰਿਮੀਨਲ ਆਫੈਂਸ ਵੀ ਕਰਕੇ ਆ ਰਿਹਾ, ਉਹਨੂੰ ਵੀ ਤੁਸੀਂ ਹੀਅਰਿੰਗ ਦੇਣੀ ਹੈ। so law of natural justice,
So every man has or should go towards divine nature, or divine nature की है, spirit ਦੀ nature ਕੀ ਹੈ? It is righteousness, it is fearlessness. ਇਸੇ ਚੀਜ਼ ਨੂੰ ਜਦੋਂ ਅਸੀਂ ਐਕਸਪਲੇਨ ਕਰਦੇ ਹਾਂ ਬਾਣੀ 'ਚ, ਤਾਂ ਪਹਿਲਾ ਸ਼ਬਦ ਹੀ ਜਿਹੜਾ ਆਉਂਦਾ ਉਹ ਨਿਰਭਉ ਆਉਂਦਾ। fearlessness needs to ਨਿਰਵੈਰ ਵੀ, unbiased ਹੋ ਹੀ ਤਾਂ ਸਕਦੇ ਹਾਂ ਜੇ fearless ਹੋਵਾਂਗੇ। ਜੇ fearful ਹਾਂ ਤੇ biasness ਆਏਗੀ ਹੀ ਆਏਗੀ। ਹੁਣ when I was developing this paper, so this was a common crux that what we are trying in management, ਜੋ ਕਿ ਕਾਫੀ ਸਾਲਾਂ ਤੋਂ ਹੋ ਰਿਹਾ ਸੀ, ਅਸੀਂ ਵੈਸਟਰਨ ਕੇਸ ਸਟੱਡੀਜ਼ ਲੈਂਦੇ ਸੀਗੇ, ਉਹਨਾਂ ਕੇਸ ਸਟੱਡੀਜ਼ ਦੇ ਥਰੂ ਐਕਸਪਲੇਨ ਕਰਦੇ ਸੀ। ਕਿਉਂਕਿ ਟੀਚਿੰਗ ਪੈਡਾਗੋਜੀ ਦੀ ਗੱਲ ਮੈਂ ਕਰ ਰਿਹਾ ਸੀ, ਸਪੈਸ਼ਲੀ ਜਿਹੜੇ ਗੁੱਡ ਬੀ ਸਕੂਲ ਸੀਗੇ। ਮੈਂ ਜਦੋਂ MBA ਕੀਤੀ, ਸਾਨੂੰ ਹੁੰਦਾ ਸੀ ਕੇਸ ਸਟੱਡੀਜ਼ ਲਿਆਓ, ਔਰ ਉਹ ਕੇਸ ਸਟੱਡੀਜ਼ ਜਿਹੜੀਆਂ ਸੀ ਬਾਹਰ ਦੀਆਂ ਕੰਪਨੀਜ਼, ਉਹ ਇਨਵਾਇਰਨਮੈਂਟ ਵੀ ਐਗਜ਼ਿਸਟ। ਮੈਨੂੰ ਯਾਦ ਹੈ ਫਸਟ ਟਾਈਮ ਜਦੋਂ 96 ਵਿੱਚ ਵਰਡ ਪੜ੍ਹਿਆ ਕਿਓਸਕ ਐਂਡ ਵੈਂਡਿੰਗ ਮਸ਼ੀਨ, ਉਦੋਂ ਇੰਡੀਆ ਵਿੱਚ ਕਿਓਸਕ ਜਾਂ ਵੈਂਡਿੰਗ ਮਸ਼ੀਨਸ ਹੁੰਦੀਆਂ ਹੀ ਨਹੀਂ ਸੀ। ਹੁਣ ਸਾਨੂੰ ਇਮੈਜਿਨ ਕਰਨਾ ਪੈਂਦਾ ਸੀ ਵੀ ਕਿਓਸਕ ਇੱਕ ਐਸੀ ਮਸ਼ੀਨ ਆ ਜਿਹਦੇ 'ਚ ਪੈਸੇ ਪਾਵਾਂਗੇ ਤਾਂ ਕੈਨ ਬਾਹਰ ਆ ਜਾਏ। ਹੁਣ ਸੋਚੋ 96 'ਚ ਉਹ ਚੀਜ਼ ਇੰਡੀਆ 'ਚ ਨਹੀਂ ਸੀ। ਹੁਣ ਉਹ ਬੱਚਾ ਦੇਖ ਵੀ ਨਹੀਂ ਪਾ ਰਿਹਾ, ਉਹਨੂੰ ਸਮਝਾ ਰਹੇ ਹੋ, ਸਾਰਾ ਕੇਸ ਹੀ ਉੱਤੇ ਚੱਲ ਰਿਹਾ ਵੀ ਕਿਵੇਂ ਕਿਓਸਕ ਵੈਂਡਿੰਗ ਮਸ਼ੀਨ ਦਾ ਫੇਲਿਅਰ ਹੋ ਗਿਆ। ਆਈ ਐਮ ਜਸਟ ਰੈਫਰਿੰਗ ਟੂ ਵਨ ਆਫ ਦ ਕੇਸ ਆਫ ਕੋਕ ਇਨ ਅਮਰੀਕਾ। ਉਹਨੂੰ ਕਿੰਨਾ ਕੁ ਰਿਲੇਟ ਕਰ ਪਾਵਾਂਗੇ, ਜਿਹੜੀ ਚੀਜ਼ ਇੰਡੀਅਨ ਸਿਨੈਰੀਓ 'ਚ ਹੋਈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕੀਤੀ। ਹੁਣ ਤੁਸੀਂ ਇਮੈਜੀਨੇਸ਼ਨ 'ਚ ਕਰ ਰਹੇ ਹੋ, ਉਹਨੂੰ ਸਮਝ ਨਹੀਂ ਲੱਗਦੀ। ਸੋ ਦ ਪ੍ਰੀਮਾਈਸ ਹੀਅਰ ਵਾਸ ਕਿ ਕਿਤੇ ਨਾ ਕਿਤੇ ਅਸੀਂ ਉਹ ਥਿਊਰੀਜ਼ ਦੀ ਗੱਲ ਕਰੀਏ ਜਿਹੜੀਆਂ ਸਾਡੇ ਤੋਂ ਐਗਜ਼ਿਸਟ ਕਰ ਰਹੀਆਂ ਨੇ ਔਰ ਸਾਨੂੰ ਐਜੂਕੇਟ ਕਰ ਸਕਦੀਆਂ। ਕੁਝ ਸੰਮੇਲਨ ਤਾਂ ਸੋਚ ਸਕਦੇ ਹਾਂ ਨਾ। ਅਗਰ ਮੈਂ ਐਗਜ਼ਾਮਪਲ ਹੀ ਦੇਖੋ, ਇੱਕ ਸਿੰਪਲ ਜਿਹੀ ਚੀਜ਼ ਆ, ਇੱਕ ਛੋਟੀ ਜਿਹੀ ਪੋਇਮ ਦੀ ਮੈਂ ਗੱਲ ਕਰਦਾ। ਆਲਮੋਸਟ ਐਵਰੀ ਵਨ ਆਫ ਅਸ ਹੇਅਰ ਇਜ਼ ਐਕਸਪੋਜ਼ ਟੂ ਵਨ ਪੋਇਮ ਐਂਡ ਦੈਟ ਇਜ਼ ਜੈਕ ਐਂਡ ਜਿਲ ਵੈਂਟ ਅਪ ਟੂ ਦੀ ਪ੍ਰਾਇਮਰੀ ਬੇਸਿਕ ਪੋਇਮ 'ਚ ਆ ਜਾਂਦੀ ਹੈ ਨਾ। You just tell me that in our culture, which kid will relate himself to Jack or Jill? How many Jacks and Jills we have in India? So ऐसी एक alien चीज ना उन्होंने पहला ही रूबरू कराना शुरू करता ना, वो एक वक्री चीज सीख रहा और ਉਹਦੀ ओरिएंटेशन ही उस तरह होनी है ਜਿਹੜਾ ਇਨਵਾयरमेंट ਐਗਜ਼ਿਸਟ ਨਹੀਂ ਕਰਦਾ। ਸੋ ਸਿਮੂਲੇਸ਼ਨ ਵੀ ਉਨੀ ਕੀਤੀ ਜਾਏ ਜਿਹੜੀ ਸਿਮੂਲੇਸ਼ਨ ਉਹ ਦੇਖ ਪਾ ਰਿਹਾ। ਹੁਣ ਇੱਥੇ ਰਹਿ ਕੇ ਮੈਂ ਮਾਰਸ ਬਾਰੇ ਤੁਹਾਨੂੰ ਗੱਲ ਦੱਸਣਾ ਸ਼ੁਰੂ ਕਰਾਂ, ਮਾਰਸ 'ਚ ਹੁੰਦਾ, ਮਾਰਸ 'ਚ ਹੁੰਦਾ, ਅਸੀਂ ਮਾਰਸ ਵੇਖਿਆ ਹੀ ਨਹੀਂ ਨਾ, ਸਾਨੂੰ ਉੱਥੋਂ ਦੀ ਪ੍ਰੋਬਲਮ ਬਾਰੇ ਕੁਝ ਪਤਾ। ਬਟ ਵੀ ਆਰ ਲਿਵਿੰਗ ਇਨ दैट एनवायरमेंट, सो दैट इज क्रिएटिंग एस्पिरेशनल लर्निंग। ऐसी बचपन 'ਚ एक ख्वाहिश जगाई एक बच्चे के मन 'ਚ कि लर्निंग एट दैट पार्ट ऑफ द वर्ल्ड इज मच बेटर, सोफिस्टिकेटेड। और ऐसी जिन्होंने आज कहने हैं बिगेस्ट प्रॉब्लम इंडिया की पलायन आ, वो सिर्फ अनएम्प्लॉयमेंट नहीं है। बड़े बड़े एम्प्लॉयड लोग, बड़े सैटल्ड लोग भी सब कुछ छड़ के अमेरिका चले जाएंगे, बिकॉज एक मेंटल साढ़े एक कॉम्पलैक्स कह लो या एक जेनेटिक ऑर्डर जो नॉट जीन्स आई मस्ट से पर इन्वायरमेंटली आ गया कि लाइफ एट दैट साइड इज बेटर। और वो दी उपज ऐसी प्रमोशन के थ्रू चल रही है, होंगे नहीं हो शुरू तो। नाउ दिस इज समथिंग कैन बी टेक द थिंग सिंपली एंड एक्सप्लेन। ਹੁਣ ਜਿਹੜੀ ਧਰਮਾਂ ਦੀ ਗੱਲ ਆਈ, ਹੁਣ ਜਿਹੜੀ ਸਨਾਤਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਲੋ ਆਇਆ ਸੀ ਉਹ ਕੀ ਆਇਆ ਸੀਗਾ? ਇਟ ਵਾਸ ਦਿਸ ਸੰਸਕ੍ਰਿਤ ਇਨਸਕ੍ਰਿਪਸ਼ਨਸ taught by some people who knew ਸੰਸਕ੍ਰਿਤ, ਔਰ ਉਹਨਾਂ ਨੇ ਕੀਤਾ ਉਹਨੂੰ ਮਿਸ ਇੰਟਰਪ੍ਰੀਟ ਕਰਨਾ ਸ਼ੁਰੂ ਕਰਤਾ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਗੱਲਾਂ ਕੀਤੀਆਂ ਉਹਦੇ ਵਿੱਚ ਇੰਨੀਆਂ ਕਿ ਸੈਕਰੀਫਾਈਸਿਸ, ਇੰਨੇ ਕਿ ਰਿਚੁਅਲ ਆ ਚੁੱਕੇ ਸੀ ਕਿ ਇਨਸਾਨ ਰਿਚੁਅਲ ਕਰ ਕਰਕੇ ਪਾਗਲ ਹੋ ਗਿਆ। ਹੁਣ ਰਿਚੁਅਲ ਐਕਚੁਅਲ 'ਚ ਲਿਖੇ ਆ ਕਿ ਨਹੀਂ ਲਿਖੇ ਮਤਲਬ ਨਹੀਂ ਰਹਿ ਗਿਆ ਲੋਕਾਂ ਨੂੰ। ਰਿਚੁਅਲ ਇੱਕ ਪੰਡਿਤ ਦੀ ਰੋਜ਼ੀ ਰੋਟੀ ਦਾ ਜ਼ਰੀਆ ਬਣ ਚੁੱਕਾ ਸੀ। ਸੋ ਅਸੀਂ ਰਿਲੀਜਨ ਨੂੰ ਕੰਪਲੈਕਸ ਕੀਤਾ ਰਾਦਰ ਦੈਨ ਕਿ ਰਿਲੀਜਨ ਵਾਸ ਟੂ ਸਿੰਪਲੀਫਾਈ ਆਰ ਲਾਈਫ। ਤੁਸੀਂ ਖੁਦ ਸੋਚੋ ਕਿ ਇਸੇ ਰਿਲੀਜਨ ਜਾਂ ਧਰਮ ਦੀ ਅਸੀਂ ਗੱਲ ਕਰਦੇ ਹਾਂ, ਉਹ ਕੰਪਲੈਕਸਿਟੀ ਹੈ ਕਿ ਸਿੰਪਲੀਫਿਕੇਸ਼ਨ? ਇਟ ਸ਼ੁੱਡ ਬੀ ਸਿੰਪਲੀਫਿਕੇਸ਼ਨ। ਸੋ ਸੇਕਰਡ ਐਂਡ ਸਿੰਪਲ ਵੇਜ਼ ਵੇਅਰ ਐਵਰੀ ਐਕਟ ਇਜ਼ ਅ ਪ੍ਰੇਅਰ ਐਂਡ ਐਵਰੀ ਸਟੈਪ ਇਜ਼ ਅ ਪਿਲਗ੍ਰਿਮੇਜ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਦਾ। ਸਾਡੇ ਸਾਰਿਆਂ ਦੇ ਘਰ ਦੇ ਵਿੱਚ ਅਕਸਰ ਸਾਡੀ ਮਾਵਾਂ ਹੀ ਕਹਿੰਦੀਆਂ ਨੇ ਕਿ ਬੇਟਾ ਧਿਆਨ ਨਾ ਕਰੋ, ਕੋਈ ਕੰਮ ਹੋਇਆ ਸੀ ਕਹਿੰਦੇ ਧਿਆਨ ਨਾ ਕਰੋ। ਹੁਣ ਧਿਆਨ ਵਰਡ ਦੀ ਇੰਗਲਿਸ਼ ਵਿਆਖਿਆ ਅਗਰ ਦੇਖੀਏ ਤਾਂ ਧਿਆਨ ਵਰਡ ਕਿੱਥੇ ਆਉਂਦਾ? ਕੰਸਨਟ੍ਰੇਸ਼ਨ, ਐਂਡ ਸੁਪਰੀਮ ਕੰਸਨਟ੍ਰੇਸ਼ਨ ਇਜ਼ ਮੈਡੀਟੇਸ਼ਨ। concentration at one particular object is meditation, equivalent to meditation। और सानू क्या जा रहा है ध्यान ना करो, ਇਹਦਾ मतलब ਸਾਡੀ ਕਲਚਰ ਦਾ ਪਾਰਟ ਹੈ ਕਿ ਅਸੀਂ ਹਰ ਚੀਜ਼ ਨੂੰ ਐਜ਼ ਅ ਪ੍ਰੇਅਰ ਲੈ ਕੇ ਚੱਲੀਏ। ਨਾਟ ਉਹ ਵਾਲੀ ਪ੍ਰੇਅਰ ਵੀ ਉਹਨੂੰ ਨਾ ਕਿ ਡਿਵਾਈਨ ਸਮਝੀਏ ਕਿ ਇਹ ਚੀਜ਼ ਹੀ ਮੇਰੀ
ਜ਼ਿੰਦਗੀ ਹੈ, ਇਹਦੇ ਥਰੂ ਮੈਂ ਕੁਝ ਕਰ ਰਿਹਾ ਔਰ ਇਹਦੇ 'ਚ ਮੇਰੀ ਇੱਕ ਤਰ੍ਹਾਂ ਦੀ ਖੁਸ਼ੀ ਨਹੀਂ ਸਿਰਫ ਆਉਣੀ ਚਾਹੀਦੀ, ਇਹਦਾ ਜਿਹੜਾ ਅਸਲੀ ਏਮ ਹੈ ਉਹ ਵੀ ਨਜ਼ਰ ਆਉਣਾ ਚਾਹੀਦਾ। ਇਫ ਅ ਟੀਚਰ ਔਰ ਅ ਡਾਕਟਰ, ਮੈਂ ਫਿਰ ਦੇਖੋ ਇਹ ਜਿਹੜੀ ਐਗਜ਼ਾਮਪਲਸ ਹੁੰਦੀਆਂ ਨੇ ਨਾ, ਇਹ ਬਹੁਤ ਆਈਡੀਅਲਿਜ਼ਮ ਵੱਲ ਹੁੰਦੀਆਂ, ਗ੍ਰੇ ਏਰੀਆਜ਼ ਐਗਜ਼ਿਸਟ ਕਰਦੇ ਆ। ਪਰ ਅਗਰ ਕੋਈ ਟੀਚਰ ਜਾਂ ਕੋਈ ਡਾਕਟਰ ਇਹ ਸਮਝ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ, ਹੁਣ ਇਹ ਭਾਈ ਸਾਹਿਬ ਕਹਿਣਗੇ ਉਹ ਭੁੱਖਾ ਮਰ ਜਾਏਗਾ, ਉਹ ਗੱਲ ਬਾਤ ਦੀ ਆ, ਹੈ ਨਾ, ਮੈਂ ਪਹਿਲੇ ਦੱਸਣਾ। ਬਟ ਐਟ ਦ ਸੇਮ ਟਾਈਮ ਐਕਚੁਅਲ ਦੇ ਵਿੱਚ ਕਿਉਂਕਿ ਸਮਾਜ ਆ ਰਿਹਾ ਨਹੀਂ, ਬਟ ਅਗਰ ਉਹ ਕੌਨਸ਼ੀਅਸ, ਦੇਖੋ ਮੈਂ ਅੱਜ ਵੀ ਆਈ ਵਿਲ ਨੇਮ ਫਿਊ ਆਫ ਦ ਡਾਕਟਰਸ, ਨਾਮ ਤਾਂ ਨਹੀਂ ਲਵਾਂਗਾ, ਕੁਝ ਡਾਕਟਰਸ ਅੰਮ੍ਰਿਤਸਰ ਦੇ ਵਿੱਚ ਨੇ ਜਿਹੜੇ ਕਿ ਕਹਿੰਦੇ ਆ ਕਿ ਅਸੀਂ ਸੀਨੀਅਰ ਸਿਟੀਜ਼ਨ ਤੋਂ ਪੈਸੇ ਨਹੀਂ ਲੈਂਦੇ। 2-3 ਨੂੰ ਤਾਂ ਮੈਂ ਮਿਲ ਚੁੱਕੇ ਹਾਂ, ਠੀਕ ਹੈ। ਕੋਈ ਸੀਨੀਅਰ ਸਿਟੀਜ਼ਨ ਚਲਾ ਜਾਏ 60 ਤੋਂ ਉੱਪਰ, ਉਹ ਕਹਿੰਦੇ ਮੈਂ ਪੈਸੇ ਨਹੀਂ ਲੈਂਦੇ। ਕੋਈ ਬੰਦਾ ਜਿਹੜਾ ਰਿਕਸ਼ਾ ਵਾਲਾ ਚਲਾ ਜਾਏ, ਠੀਕ ਹੈ, ਉਹ ਪੁੱਛਦਾ ਬੰਦਾ ਡਾਕਟਰ ਪਹਿਲਾਂ ਕਿਸੇ ਨੂੰ, ਉਹ ਵੀ ਦੇਖੋ he is trying to educate the person in the most cheap manners। ऐसी सिर्फ गल है करते हैं कि बदलाव हो नहीं सकता, फिर ये लोग कौन ने, then who are these people? they are trying to do something at least, कुछ तो कर ही रहे ने ना। now if not used in wholesome way, intellect will fairly go in the hands of destructive force। otherwise की होएगा, ਜਿਹੜਾ इंटेलेक्चुअल, देखो मैं पहले भी गल कही सी कि अगर इंसान इंटैलीजेंट है ना तो बेस्ट भी कर सकता, वही वर्स्ट करने की कैपेबिलिटी भी रखता। अगर ये चीज़ां नहीं सिखाई जाणगियां, अगर बार बार नैतिकता की गल नहीं होएगी, धार्मिक गल नहीं होएगी, तो शायद उसका जो टेंडेंसी आ गोइंग टूवर्ड्स वो खतरनाक हो जाएगी। वो कुछ देखो, मैं इस तरह ऐसी एज्यूम करके चलिए कि जिन्होंने पता है कि अच्छाई की है, ਜਿਹੜਾ अच्छाई बारे गल कर रहा है या ਉਹਦੇ ਬਾਰੇ ਉਹਦਾ ਸਰਵਣ ਕਰ ਰਿਹਾ, ਐਟਲੀਸਟ ਉਹ ਤੋਂ ਉਮੀਦ ਕੀਤੀ ਜਾ ਸਕਦੀ ਹੈ। ਜਾਂ ਜਿਹੜਾ ਉਹਦੀ ਗੱਲ ਹੀ ਨਹੀਂ ਕਰ ਰਿਹਾ, ਪਖੰਡੀ ਦੀ ਗੱਲ ਨਹੀਂ ਮੈਂ ਕਰ ਰਿਹਾ, ਜਾਣ ਕੇ ਕਰ ਰਿਹਾ, ਜਾਣ ਕੇ ਵਾਲੇ ਨੂੰ ਛੱਡ ਦੀ, ਉਹ ਤਾਂ ਜ਼ਿਆਦਾ ਖਤਰਨਾਕ ਹੋ ਗਿਆ ਨਾ। ਬਟ ਅਦਰਵਾਈਜ਼ ਨਾਓ ਚਲੋ ਇਹ ਦਿਸ ਵਾਸ ਡੀਲਿੰਗ ਵਿਦ ਮੈਨੇਜਮੈਂਟ ਓਨਲੀ। ਹੁਣ ਕੁਝ ਮਾਡਲਸ ਨੇ ਜਿਹੜੇ ਮੈਂ ਡਿਸਕਸ ਕਰਨਾ ਚਾਹਾਂਗਾ। ਹੁਣ ਕਿਸ ਤਰ੍ਹਾਂ ਇਹ ਗੀਤਾ ਦੇ ਟ੍ਰਾਂਸਲੇਟਡ ਪ੍ਰਿੰਸੀਪਲਸ ਨੇ ਜਿਹੜੇ ਮੈਨੇਜਮੈਂਟ 'ਚ ਯੂਜ਼ ਇਸ ਵੇਲੇ ਹੋ ਰਹੇ ਨੇ। ਜਿੱਦਾਂ ਹੋਲਿਸਟਿਕ ਦੀ ਗੱਲ ਕਰਦਾ, ਇਹ ਹੋਲਿਸਟਿਕ ਵਿਜ਼ਨ ਐਸੀ ਇੰਗਲਿਸ਼ ਵਰਡ ਤੋਂ ਬੋਰੋ ਕੀਤਾ ਹੈ, ਪਰ ਐਗਜ਼ਿਸਟ ਪਹਿਲਾਂ ਕਰ ਰਿਹਾ ਸੀ, ਵੇਅਰ ਕ੍ਰਿਸ਼ਨਾ ਇਜ਼ ਸੇਇੰਗ ਕਿ ਐਵਰੀ ਹਿਊਮਨ ਹੈਜ਼ ਇਮੈਂਸ ਪੋਟੈਂਸ਼ੀਅਲ ਐਨਰਜੀ ਐਂਡ ਟੈਲੈਂਟਸ। ਤੁਸੀਂ ਉਹਨੂੰ ਕੇਵਲ ਇੱਕ ਜਗ੍ਹਾ ਨਹੀਂ ਦੇਖਣਾ, ਉਹਦੇ ਅੰਦਰ ਜਿਹੜੀ એનર્ਜੀ ਔਰ ਪੋਟੈਂਸ, ਐਸੇ ਕਰਕੇ ਕ੍ਰਿਸ਼ਨ ਇਹ ਗੱਲ ਕਹਿ ਰਿਹਾ ਕਿ ਜਿਹੜੀ ਆਤਮਾ ਹੈ ਨਾ, ਹੁਣ ਦੇਖਣਾ ਜਿਹੜੀ ਲਾਅ ਆਫ ਟ੍ਰਾਂਸਫੋਰਮੇਸ਼ਨ ਦੀ ਗੱਲ ਕਰ ਰਹੇ ਹਾਂ એનર્ਜੀ ਦੀ, that is what he is referring in Gita when he says कि शरीर मर रहा है, आत्मा अमर है, वो अपनी फॉर्मेशन चेंज करती है। soul never dies, it just transforms। this is what law of conservation of energy is saying, energy is neither created nor destroyed but changes its form। ऐसी जो है बाहरों पढ़ी सानू समझ लगी law of conservation of energy आ, पर यही गल साइंटिफिकली गीता च समझाई जा रही है कि आत्मा अपनी फॉर्मेशंस बदलती है, ना डिस्ट्रॉय होती है, ना ही कभी जमती। एंड हियर द सोल इज रेफर्ड एज एक्सट्रीम पोटेंशियल एनर्जी एंड द बॉडी इज द आउटर पार्ट ऑफ द सोल। देन nowadays we are talking of right thinking, right brain part। ऐसी लेफ्ट ब्रेन और राइट ब्रेन की बहुत चर्चा सी इनिशियली जो वैसटर्न थ्योरीज आईयां, तो आज भी मैनेजमेंट ਨੂੰ एनालिटिकल किया जाता है। whereas now because if we interview or we see the life of the people like नारायण मूर्ति भी से, रतन टाटा भी से, वैस्ट ਦੇ ਵਿੱਚ ਅਸੀਂ ਮਾਰਕ ਜ਼ੁਕਰਬਰਗ ਦੀ ਗੱਲ ਕਰਦੇ ਹਾਂ, ਜਾਂ ਜਿਹੜਾ ਤੁਹਾਡਾ आई विल नॉट टॉक ऑफ दिस पर्सन ਜਿਹੜਾ ਟੈਸਲਾ ਵਾਲਾ, ਅਦਰ ਪਰਸਨ ਬਿਲ ਗੇਟਸ ਦੀ ਗੱਲ ਕਰਦੇ ਹਾਂ। ਇਹ ਤੁਹਾਨੂੰ ਦੱਸਣਗੇ ਇਹਨਾਂ ਦੀ ਲਾਈਫ ਨੂੰ ਤੁਸੀਂ ਥੋੜਾ ਦੇਖੋ ਕਿ ਕਾਫੀ ਸਟੇजेस ਐਸੀਆਂ ਆਈਆਂ ਜਦੋਂ ਉਹਨਾਂ ਨੇ ਐਨਾਲਿਟਿਕਲ ਡਿਸੀਜਨਸ ਨਹੀਂ ਲਿੱਤੇ, ਜਸਟ ਗੋਇੰਗ ਬਾਈ ਦੀ ਕਾਲ ਆਫ ਦੀ ਮਾਈਂਡ, ਔਰ ਜਿਹਨੂੰ ਅਸੀਂ ਇੰਟਿਊਸ਼ਨ ਕਹਿੰਦੇ ਹਾਂ, ਬੇਸਡ ਡਿਸੀਜਨਸ ਕੀਤੇ। ਸੋ ਗੀਤਾ ਟਾਕਸ ਦੈਟ ਐਵਰੀ ਪਰਸਨ ਹੈਜ਼ ਐਨ ਆਈ ਆਫ ਵਿਜ਼ਡਮ। ਆਈ ਆਫ ਵਿਜ਼ਡਮ ਉਹ ਆ ਕਿ ਜੋ ਮੈਨੂੰ ਦਿਖ ਰਿਹਾ ਨਾ, ਉਸ ਤੋਂ ਪਿੱਛੇ ਦੇਖ ਰਿਹਾ ਜਾਂ ਉਸ ਤੋਂ ਅੱਗੇ ਦੇਖ ਰਿਹਾ, ਜਿਹਨੂੰ ਅਸੀਂ ਤੀਸਰਾ ਨੇਤਰ ਕਹਿੰਦੇ ਹਾਂ, ਦ ਆਈਜ਼ ਆਫ ਵਿਜ਼ਡਮ, ਜਿਹੜੀ ਕਿ ਦੇਖਣ ਵਾਲੀ ਚੀਜ਼ ਨਹੀਂ ਦੇਖ ਰਹੀ ਬਟ ਆਉਣ ਵਾਲੀ ਚੀਜ਼ ਦੀ ਸੰਭਾਵਨਾ ਕਰ ਰਹੀ ਹੈ। ਸਾਡੇ ਸਾਰਿਆਂ ਅੰਦਰ ਹੈਗੀ ਹੈ, ਪਰ ਸ਼ਾਇਦ ਇੰਨਾ ਡਿਵੈਲਪਡ ਨਹੀਂ ਹੈ ਇੰਸਟਿੰਕਟ। ਅਸੀਂ ਉਹਨੂੰ ਇੱਕ ਇੰਸਟਿੰਕਟ ਕਹਿੰਦੇ ਹਾਂ। ਉਹ ਇੰਸਟਿੰਕਟ ਡਿਵੈਲਪਮੈਂਟ ਦੇ ਵੀ ਕਾਫੀ ਅੱਗੇ ਪ੍ਰੈਕਟਿਸ ਦੇ ਮੈਥਡਸ ਨੇ। ਫਾਈਨ ਕਿ ਉਹ ਇੰਸਟਿੰਕਟ ਨੂੰ ਕਿੱਦਾਂ ਅਸੀਂ ਉਜਾਗਰ ਕਰੀਏ, ਜਿਹਦੇ 'ਚ ਵਨ ਆਫ ਦੈਟ ਇਜ਼ ਮੈਡੀਟੇਟਿੰਗ ਇਨ ਅ ਕੰਟੈਂਪਲੇਟਿਵ ਸਾਇਲੈਂਸ, especially at one particular hour of the day, and that is 4 o'clock। मैं नहीं कह रहा साइंस प्रूव करती भी है,
ਪਿਚੂਟਰੀ ਗਲੈਂਡ ਸਾਡਾ 4 ਵਜੇ ਐਕਟੀਵੇਟ ਹੁੰਦਾ 3:30 ਤੋਂ ਲੈ ਕੇ 4:30 ਵਜੇ ਇਸ ਵੇਲੇ ਇਹ ਚੀਜ਼ ਔਰ ਉਸ ਜਿਹੜਾ ਬੰਦਾ ਉਸ ਫਾਰਮ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਉਹਦੀ ਉਹ ਪਿਚੂਟਰੀ ਐਕਟੀਵੇਸ਼ਨ ਜਿਹੜੀ ਆ ਸਾਰੇ ਦਿਨ ਨੂੰ ਗਵਰਨ ਕਰਦੀ ਹੈ। ਇਹਦਾ ਮਤਲਬ ਉਹਦੀ ਇੰਟੂਇਸ਼ਨ ਹੋਣ ਦੇ ਚਾਂਸਸ ਜਾਂ ਉਹਦੀ ਵਿਜ਼ਡਮ ਦੇ ਚਾਂਸਸ ਵੱਧ ਜਾਂਦੇ। वर्क इज डन एज वर्शिप, चलो कर्मा सेल्फलेस। सो सेल्फलेस वर्क का फायदा है कि वर्क विल नॉट बी बेस्ड अपॉन लस्ट एंड ग्रीड। जो सेल्फलेस हो जाएगा बंदा अपने काम पर ज्यादा ध्यान देगा, रिवॉर्ड्स वाल घट देगा, यानी कि रिवॉर्ड छड़ देगा और उसका एंड रिजल्ट रिवॉर्ड नहीं होएगा। नाउ व्हाट इज दिस जरा योग और योगा योग वर्ड तो योगा कह के बड़ा पॉपुलराइज किया, इसने एक्सरसाइज किया था, बट योग वाज नेवर एन एक्सरसाइज। योग वाज perfection in work, quality of outputs, that means yoga was the unification। ਜਿਹੜਾ ਸੰਸਕ੍ਰਿਤ word yoga ਹੈ ਉਹਦਾ ਮਤਲਬ unification ਹੈ, and that unifies 3 aspects of human being: soul, mind and body। One is the soul, then is your mind and third is your body। ਇਹਨੂੰ ਜਦੋਂ unification ਚ ਕਰ ਦਿੱਤਾ ਜਾਏ that is yoga, which is practically realistically ਇਹ ਦੇਖੀਏ ਬੜੀ difficult stage। Yoga is not that what Baba Ramdev is promoting. This is just one physical asana ਜਿਹੜੇ ਉਸ ਚੀਜ਼ ਨੂੰ ਉੱਥੋਂ ਤੱਕ ਲੈ ਕੇ ਜਾ ਸਕਦੇ ਆ, because this has been proved ਕਿ ਸਾਡੀ body ਕੁਝ particular geometries ਵਿੱਚ ਆਪਣੇ ਆਪ ਨੂੰ ਵਧੀਆ ਮੈਡੀਟੇਟ। ਤੁਸੀਂ ਦੇਖਿਆ ਹੋਵੇਗਾ ਜਿੰਨੇ ਵੀ ਬੰਦੇ ਮੈਡੀਟੇਟਿਵ ਸਾਇਲੈਂਸ 'ਚ ਬੈਠੇ ਨੇ ਅਕਸਰ ਉਹ ਚੌਂਕੜੀ 'ਚ ਬੈਠੇ ਹੁੰਦੇ। So not explaining much, now I'll discuss some of the models। ਦੇਖੋ ਇਹ ਹੁਣ ਜਿਹੜਾ ਰਿਗਵੇਦ 'ਚੋਂ ਆਇਆ, this has been transferred। ਜਿਹੜੀ modern education ਆ ਇੱਕ ਅਗਰ ਧਿਆਨ ਨਾਲ ਦੇਖੀਏ, this is focusing upon knowing and known। So we just teach the students, ਜਿੱਦਾਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, we tell the student ਕਿ these are the 3 laws of motion। ਕਿਹਨੇ ਦਿੱਤੇ? ਨਿਊਟਨ ਨੇ ਦਿੱਤੇ। ਠੀਕ ਹੈ, ਇਹ laws of motion ਕਿਸ ਤਰ੍ਹਾਂ ਆਏ, what are the actual process, ਕਿਸ ਤਰ੍ਹਾਂ ਪਹੁੰਚਿਆ, nobody is teaching that। So what is happening, ਉਹ ਇਹਨੂੰ ਯਾਦ ਕਰ ਲੈਂਦਾ ਹੈ, रिप्रोड्यूस भी कर देगा ਵੱਧ ਤੋਂ ਵੱਧ, बट एक ਜਿਹੜਾ एक्चुअल साइंटिस्ट ਜਿਹੜਾ प्रिपेयर होना है ਉਹ ਨਿਊਟਨ ਨੂੰ ਦੇਖ ਕੇ प्रिपेयर ਹੋਏਗਾ ਕਿ ਉਹਦੇ ਦਿਮਾਗ 'ਚ ਕੀ ਚੀਜ਼ਾਂ ਆਉਣੀਆਂ ਸ਼ੁਰੂ ਹੋਈਆਂ। ਤੁਸੀਂ ਹੈਰਾਨ ਹੋਵੋਗੇ ਜਿਹੜੀ ਇਹ ਕਹਾਣੀ ਆ ਕਿ ਸੇਬ ਗਿਰਿਆ ਔਰ ਨਿਊਟਨ ਨੇ ਦੇਖਿਆ, ਇਹ ਇੱਕ ਹਾਈਪੋਥेसिस है, एक झूठ है और कितने सालों से सारे पढ़ रहे, इतना कोई घटना हुई ही नहीं। सो ਇਹਦਾ मतलब एग्जैक्टली what happened with Newton no one knows। ਉਹ ਟ੍ਰਾਂਸਫੋਰਮੇਸ਼ਨ ਕਿਵੇਂ ਆਈ? ਸੋ ਦੈਟ ਮੀਨਸ ਕਿਤੇ ਨਾ ਕਿਤੇ ਸਾਨੂੰ ਕਿਸੇ ਦੀ ਵੀ ਡਿਸਕਸ਼ਨ ਕਰਨ ਵਾਲੇ, ਲੈਟਸ ਸੇ ਅਸੀਂ ਬੱਚਿਆਂ ਨੂੰ ਐਂਟਰਪ੍ਰੀਨਰਸ਼ਿਪ ਪੜਾਉਂਦੇ ਆ, ਅੱਜ ਇੰਡੀਅਨ ਗਵਰਨਮੈਂਟ ਕਿੰਨਾ ਜ਼ੋਰ ਲਾ ਰਹੀ ਹੈ ਐਂਟਰਪ੍ਰੀਨਰਸ਼ਿਪ ਤੇ। ਠੀਕ ਹੈ, ਕਿਸੇ ਵੀ ਬੰਦੇ ਨੇ ਕਿਹਾ JRD ਟਾਟਾ ਦੀ ਕੇਸ ਹਿਸਟਰੀ ਪੜਾਈ ਆ ਕੇ ਕਿ JRD ਟਾਟਾ ਕਿਵੇਂ ਘਰੋਂ ਨਿਕਲ ਕੇ ਇੱਕ ਧੋਤੀ ਲੈ ਕੇ ਚਲਾ ਗਿਆ, ਇੰਨਾ ਵੱਡਾ ਐਮਪਾਇਰ ਖੜਾ ਕਰ ਗਿਆ। ਅਸੀਂ ਉੱਧਰ ਤਾਂ ਫੋਕਸ ਨਹੀਂ ਕਰਦੇ ਪਏ, ਜਦ ਤੱਕ ਉਹਦੇ ਚੈਲੰਜਸ ਨਹੀਂ ਦੇਖਾਂਗੇ, ਉਹ ਕਿਹੜੇ ਦੌਰ ਚੋਂ ਨਿਕਲੇ ਇਹ ਨਹੀਂ ਦੇਖਾਂਗੇ, ਉਹ ਟੈਂਪਰ ਡਿਵੈਲਪ ਨਹੀਂ ਹੋ ਸਕਦਾ। ਅੱਜ ਦਾ ਬੱਚਾ ਕਹਿੰਦਾ ਪੱਖੇ ਤੋਂ ਬਾਅਦ AC ਇਹ ਕਰਕੇ, ਉਹ ਤੁਸੀਂ ਨੂੰ ਐਂਟਰਪ੍ਰੀਨਰ ਕਿਵੇਂ ਬਣਾ ਦੋਗੇ? ਉਹਦੇ 'ਚ ਹਾਰਡ ਵਰਕ ਦੀ क्षमता ਬਹੁਤ ਘੱਟ ਹੋ ਰਹੀ ਹੈ। ਸੋ ਫਰਸਟ ਯੂ ਹੈਵ ਟੂ ਟੀਚ ਹਿਮ ਦੈਟ ਦ ਲਾਈਫ ਆਫ ਆਲ ਦ ਐਂਟਰਪ੍ਰੀਨਰਸ ਹੈਜ਼ ਬੀਨ ਗੋਇੰਗ ਥਰੂ ਥੀਸ ਫੇਜ਼ਸ। ਉਹ ਬਹੁਤ ਗਰੀਬੀ ਤੋਂ ਨਿਕਲ ਕੇ ਇੱਥੋਂ ਤੱਕ ਗਏ ਨੇ, ਦੇ ਹੈਵ ਫੇਸਡ ਆਲ ਦ ਹਾਰਡਸ਼ਿਪਸ। ਪਹਿਲਾਂ ਉਹਦੇ ਵਾਸਤੇ ਵੀ ਤਿਆਰ ਹੋਵੋ। ਸੋ ਦੈਟ ਮੀਨਸ 1/3 knowledge we are teaching, that is known, and 2/3 knowledge is process of knowing। ਉਹ ਪ੍ਰੋਸੈਸ ਨੂੰ ਐਟਲੀਸਟ ਕਿਤੇ ਨਾ ਇੱਕ ਲੈਵਲ ਤੇ ਜ਼ਰੂਰ ਦੱਸਣਾ ਚਾਹੀਦਾ ਜੇ ਮੈਂ ਸਾਇੰਟਿਸਟ ਹੀ ਕ੍ਰੀਏਟ ਕਰਨਾ ਵੀ ਇਹ ਸਾਇੰਟਿਸਟ ਇਹ ਪ੍ਰੋਸੈਸ ਚੋਂ ਨਿਕਲੇ। ਹੁਣ ਬੱਚਾ ਜਾਣਦਾ ਹੈ ਵੀ ਆਇਨਸਟਾਈਨ ਇਹ ਸੀਗਾ, ਉਹਨੇ ਥਿਊਰੀ ਆਫ ਰਿਲੇਟਿਵਿਟੀ ਦੇ ਦਿੱਤੀ। ਐਸੀ ਇਹ ਵੀ ਚੀਜ਼ ਧਰਮ ਨਾਲ ਵੀ ਇਹੀ ਹੋ ਰਹੀ ਹੈ। ਅਸੀਂ ਕੁਝ ਪ੍ਰਿੰਸੀਪਲ ਫੜੇ, ਲੋਕਾਂ ਨੂੰ ਦੱਸਤੇ, ਉਹਨਾਂ ਨੇ ਯਾਦ ਕਰ ਲਏ। ਹੁਣ ਮੈਮ ਨੇ 7 ਸੈਂਸ ਦੀ ਗੱਲ ਕੀਤੀ, ਹੁਣ ਜਿਹੜੇ 7 ਸੈਂਸ ਆਏ ਉਹ 7 ਸੈਂਸ ਦੇ ਪਿੱਛੇ ਕੀ ਲੌਜਿਕ ਸੀਗਾ ਕਿ ਉਹਨਾਂ ਨੂੰ ਸਿਨ ਮੰਨਿਆ ਗਿਆ। ਠੀਕ ਹੈ, ਹੁਣ ਅਸੀਂ ਝੂਠ ਦੀ ਗੱਲ ਕਰਦੇ ਹਾਂ, ਝੂਠ ਦੇ ਉੱਪਰ 12 ਤਰ੍ਹਾਂ ਦੇ ਵਰਣਨ ਨੇ ਮਹਾਭਾਰਤਾ ਵਿੱਚ, 12 ਤਰ੍ਹਾਂ ਦੇ ਝੂਠ ਨੇ। ਇੱਕ ਝੂਠ ਇਹ ਵੀ ਆ ਜਿਹੜਾ ਸੱਚ ਹੈ। ਉਹ ਸੱਚ ਕੀ ਹੈ? ਅਸ਼ਵਸਥਾਮਾ ਮਰ ਗਿਆ, ਨਰੋ ਨਹੀਂ ਹਤੋ। ਇਹ ਵੀ ਝੂਠ ਹੈ ਪਰ ਐਕਚੁਅਲ ਚ ਸੱਚ ਆ। ਸੋ ਕ੍ਰਿਸ਼ਨ ਇਹਨੂੰ ਵੀ ਝੂਠ ਕਹਿ ਰਿਹਾ, ਸੱਚ ਗਲਤ ਇੰਟੈਂਸ਼ਨ ਨਾਲ ਬੋਲਿਆ ਗਿਆ। ਸੋ ਸੀ ਮੈਂ ਇਹ ਸਿਰਫ ਦੱਸਣਾ ਚਾਹ ਰਿਹਾ, ਆਈ ਐਮ ਨਾਟ ਹੇਅਰ ਟੂ ਕਮੈਂਟ ਕਿ ਇਹ ਕਿੰਨਾ ਕਿ ਸਹੀ ਹੈ ਕਿ ਕਿੰਨਾ ਗਲਤ ਹੈ। ਮੈਂ ਤੁਹਾਨੂੰ ਰਿਚਨੈਸ ਦੱਸ ਰਿਹਾ ਵੀ ਕਿੰਨੇ ਕਿ ਸਟੀਕ ਤਰੀਕੇ ਨਾਲ ਡਿਫਾਈਨ ਕੀਤੀਆਂ ਗਈਆਂ ਚੀਜ਼ਾਂ।
ਲਾਈ ਦੀ 12 ਤਰ੍ਹਾਂ ਦੀ ਵਿਆਖਿਆ ਕਿਸੇ ਵੀ ਹੋਰ ਤੁਹਾਨੂੰ ਟੈਕਸਟ ਨਹੀਂ ਮਿਲੇਗੀ, ਬਟ ਮਹਾਭਾਰਤ ਇਜ਼ ਟਾਕਿੰਗ ਆਫ ਦੋਜ਼ 12 ਫਾਰਮਸ ਆਫ ਲਾਈਸ। ਇੱਕ ਤਾਂ ਸਿੱਧਾ ਸਿੱਧਾ ਲਾਈ ਹੈ, ਬੰਦੇ ਝੂਠ ਬੋਲਦਾ, ਇੱਕ ਵਿਦ ਪਰਪਸ ਲਾਈ, ਇੱਕ ਹੈ ਸੱਚਾ ਪਰ ਬੋਲਿਆ ਰੋਂਗ ਇੰਟੈਂਸ਼ਨ ਨਾਲ। So modern education is focusing only on the known and not on the field. So though the development of participants consciousness, because what we want is the conscious development of the person. ऐसे सारे कहने हैं कि learner produce ना है, conscious learner produce हो, ਜਿਹੜਾ ਖੁਦ ਜਾਗਰੂਕ ਹੋਏ। ਹੁਣ ਜਿੱਦਾਂ ਚਲੋ ਐਗਜ਼ਾਮਪਲ ਅਸੀਂ ਐਕਸਟ੍ਰੀਮ ਐਗਜ਼ਾਮਪਲਸ ਲੈ ਲਈਆਂ ਸੀਗੀਆਂ, ਜਿਹੜਾ ਭਗਤ ਸਿੰਘ ਦੀ ਗੱਲ ਕਰਦੀ, ਗੁਰੂ ਉਹ ਐਕਸਟ੍ਰੀਮ, ਬਟ ਉਹਨਾਂ ਦੀ ਕੌਨਸ਼ੀਅਸ ਇੰਨੀ ਡਿਵਨ ਸੀ, ਉਹਨਾਂ ਅੰਦਰੋਂ ਡਰ ਖਤਮ ਕਿਉਂ ਹੋਇਆ? ਕਿਉਂਕਿ ਕੌਨਸ਼ੀਅਸ ਜਿਹੜੀ ਤੁਸੀਂ ਗੱਲ ਕੀਤੀ ਮਰਨਾ ਹੀ ਪਏਗਾ, ਉਹ ਮਰਨ ਨੂੰ ਮਰਨਾ ਸਮਝ ਹੀ ਨਹੀਂ ਰਹੇ। ਨਹੀਂ ਨਹੀਂ, ਇਹਦਾ ਮਤਲਬ ਹਾਂ ਦੁਨਿਆਵੀ ਬੰਦੇ ਲਈ ਬਿਲਕੁਲ ਤੁਹਾਡੀ ਦੁਨਿਆਵੀ ਬੰਦੇ ਲਈ ਇਹਦਾ ਮਤਲਬ ਇਹ ਆ, ਉਹਨਾਂ ਲਈ ਇਹਦਾ ਮਤਲਬ ਅਮਰ ਹੋਣਾ ਹੈ। ਦੇਖੋ ਸ਼ਾਇਦ ਇੱਕ ਚੀਜ਼ ਹੈ, ਇੱਕ ਸੋਚ ਹੈ ਨਾ, ਉਹ ਸੋਚ ਤਾਂ ਕਦੀ ਮਰਨੀ ਨਹੀਂ। ਅੱਜ ਕਿੰਨੇ ਸਾਲ ਹੋ ਗਏ, ਅੱਜ ਵੀ ਉਸ ਇਨਸਾਨ ਦੀ ਗੱਲ ਹੋ ਰਹੀ ਹੈ। ਆਈ ਥਿੰਕ ਹਿਸ ਏਜ ਵਾਸ 23 years at that time, if I'm not wrong. ਕਿੰਨੀ 30, so 30 years ਦੀ ਏਜ ਕਿੰਨੀ ਸੀ? 23 ਸੀ ਮੇਰੇ ਖਿਆਲ, 23। ਹੁਣ ਇਹ ਕੁਝ ਇੱਕ ਮਾਡਲ ਸੀਗਾ। ਅਗੇਨ ਦਿਸ ਇਜ਼ ਸਮਥਿੰਗ ਵਿਚ ਮੈਨੇਜਮੈਂਟ ਪੀਪਲ ਵਿਲ ਮੋਰ ਰਿਲੇਟ, ਪਰ ਥੋੜਾ ਆਮ ਦੁਨਿਆਵੀ ਮੈਨੇਜਮੈਂਟ ਦੀਆਂ ਦੋ ਬੁੱਕਸ ਬਹੁਤ ਪਪੂਲਰ ਹੋਈਆਂ ਸੀ। ਵਨ ਵਾਜ਼ ਆਈ ਐਮ ਓਕੇ ਯੂ ਆਰ ਓਕੇ, ਐਂਡ ਦੈਨ ਦੇयर ਵਾਜ਼ ਹੂ ਮੂਵਡ ਮਾਈ ਫਰੌਗ। ਉਹ ਸਾਰੀਆਂ ਮੋਟੀਵੇਸ਼ਨ ਔਰ ਟ੍ਰਾਂਜੈਕਸ਼ਨ ਐਨਾਲਿਸਿਸ ਤੇ ਗੱਲ ਕਰਦੇ, ਲੀਡਰਸ਼ਿਪ ਤੇ। ਸੋ ਆਈ ਡਿਸਕਵਰਡ ਕਿ ਟ੍ਰਾਂਜੈਕਸ਼ਨ ਐਨਾਲਿਸਿਸ ਇਹ ਕਹਿੰਦਾ ਹੈ ਕਿ ਜਦੋਂ ਇਨਸਾਨ ਗੱਲਾਂ ਕਰਦੇ ਆ, ਜੋ ਵੈਸਟਰਨ ਥਿਊਰੀ ਹੈ, ਉਹ 3 ਈਗੋ ਸਟੇਟਸ ਤੇ ਗੱਲ ਕਰਦੇ ਆ, ਐਜ਼ ਅ ਪੇਰੈਂਟ, as a child, as an adult. कोई भी इंसान है नहीं कि पेरेंट है। I can become parent at times, I am becoming child also. जो मैनू कोई मेरे तो ऊपर का बंदा मिलता, मैं लगता है गल सुननी है, मैं एज ए चाइल्ड सुनना। इस तरह तुसी भी हो, हर इंसान 3 ईगो स्टेट से चल रहा है। इवन बच्चा भी कई बार पेरेंट बिहेव करता है, छोटा बच्चा भी तुहानू कई बार डिक्टेट करता भी इदां करो। सो दिस वाज द फिलोसफी, पर ਉਹਦੇ 'ਚ ਇੱਕ ਲਿਮਿਟੇਸ਼ਨ ਸੀ ਕਿ पेरेंट चाइल्ड ईगो स्टेट डिस्कस हुई, पर ਉਹਨੂੰ ट्रांजैक्ट ਕਿਵੇਂ ਕੀਤਾ ਜਾਏ ਲੀਡਰਸ਼ਿਪ ਵਾਸਤੇ। द थ्योरी इज वेरी ब्यूटीफुल, और ਉਹਦੀ ਲੀਡਰਸ਼ਿਪ ट्रांजैक्शन नहीं नजर आ रही ਸੀ। सो कुछ कोरिलेट करने की कोशिश की गई महाभारत चों। ਇਹਨਾਂ ਨੇ 3 ਤਰ੍ਹਾਂ ਦੇ ਕਰੈਕਟਰ ਸੈੱਟ ਬਣਾਏ, ਮਾੜਾ ਚੰਗਾ ਡਿਸਕ੍ਰਾਈਬ ਨਹੀਂ ਕੀਤਾ, ਸਿਰਫ ਕਿਹਾ ਕਿ ਪੋਪੂਲੇਸ਼ਨ ਦੇ ਵਿੱਚ 3 ਤਰ੍ਹਾਂ ਦੇ ਕਰੈਕਟਰਸ ਹਮੇਸ਼ਾ ਹੋਣਗੇ। ਉਹ 3 ਤਰ੍ਹਾਂ ਦੇ ਕਰੈਕਟਰ ਕੀ ਹੈ? वन इज तामसिक, अदर इज राजसिक, एंड द थर्ड इज सात्विक। हमेशा एक ऑर्डिनरी पॉपुलेशन च ये 3 ਵੱਡੀਆਂ ਸੈਗਮੈਂਟਸ ਬਣਨਗੇ। एक बंदा होएगा तामसिक, तामसिक सिंपलटन। सिंपलटन का मतलब यह नहीं है कि सिंपल है, सिंपलटन इज फुलिश। जेड़ा ग्रीड लस्ट, महाभारत ਉਹਨੂੰ ਪੂਰਾ ਕਹਿ ਰਿਹਾ, ग्रीड लस्ट है चीज़ां ਵੱਲ दौड़ रहा, सिर्फ हवस वास्ते कमा रहे हैं, कर रहे हैं, वो मूर्ख ਉਹਨੂੰ ਕਿਹਾ ਜਾ ਰਿਹਾ क्योंकि ਉਹਨੂੰ पहचान नहीं है सही गलत, और वो भी साडी पॉपुलेशन का पार्ट है, हमेशा रहेगा। दूसरा है राजसिक, जेड़ा फोर्सफुल है, एंबिशियस है, जिन्होंने पता तो है और वो एंबिशियस है, फोर्सफुल है, दबाना चाहता। और तीसरा पार्ट होएगा सात्विक, ਜਿਹੜਾ ਇਹ ਚੀਜ਼ਾਂ ਤੋਂ ਪਰਾਂ ਹੈ। ਹੁਣ ਜਦੋਂ ਤੁਸੀਂ ਆਰਗੇਨਾਈਜੇਸ਼ਨ ਵਿੱਚ ਜਾਂਦੇ ਹੋ, ਲੈਟਸ ਸੇ ਬਿਜ਼ਨਸ ਆਰਗੇਨਾਈਜੇਸ਼ਨ ਜਾਂ ਕਿਸੇ ਐਡਮਿਨਿਸਟ੍ਰੇਸ਼ਨ 'ਚ, ਤੁਹਾਨੂੰ ਤਿੰਨਾਂ ਨਾਲ ਡੀਲ ਕਰਨਾ ਪਏਗਾ ਕਿਉਂਕਿ ਸੋਸਾਇਟੀ ਦਾ ਪਾਰਟ ਹੈ। ਹੁਣ ਜਦੋਂ ਤਿੰਨਾਂ ਨਾਲ ਡੀਲ ਕਰਨਾ, ਤੇ ਲੈਟ ਅਸ ਸੇ ਸਾਡੇ ਕੋਲ 4 ਤਰੀਕੇ ਨੇ, ਸਾਮ, ਦਾਨ, ਭੇਦ, ਦੰਡ। ਸੋ 4 टाइप्स ऑफ मोटिवेशंस existing in our culture, they were explained. Sam means treating on equality, is choice है साडी। दान, treating with rewards, bed, treating with criticism, and dand is teaching with punishments। ਤੁਸੀਂ ਕਿੰਨੂੰ ਕਿਹੜੇ ਟਾਈਮ ਤੇ ਕਿਸ ਤਰ੍ਹਾਂ ਕਰਨਾ ਉਹਦੀ ਡਿਸਕ੍ਰਿਪਸ਼ਨ ਹੈ। ਅਗਰ ਬੰਦਾ ਤਾਮਸਿਕ ਹੈ ਔਰ ਤੁਸੀਂ ਮੈਥਡ ਸੋਚ ਰਹੇ ਹੋ, ਮੈਂ ਇੱਕ ਲੀਡਰ ਆ, ਮੈਂ ਸੋਚ ਰਿਹਾ ਕਿ ਮੈਂ ਸਾਰਿਆਂ ਨੂੰ ਇਕੁਐਲਿਟੀ ਦੇਣੀ ਆਪਣੀ ਆਰਗੇਨਾਈਜੇਸ਼ਨ, ਸਪੈਸ਼ਲੀ ਇਹ ਸੌਫਟਵੇਅਰ ਕੰਪਨੀਜ਼ ਦੀ ਦੇਖੋ, ਉਹਦੇ ਵਿੱਚ ਡਿਗਰੀਜ਼ ਦਾ ਫਰਕ ਜ਼ਿਆਦਾ ਨਹੀਂ ਹੁੰਦਾ। ਤੁਸੀਂ ਦੇਖੋਗੇ ਕਿ ਸੌਫਟਵੇਅਰ ਕੰਪਨੀ ਤੁਹਾਡੇ ਕੋਈ ਬੱਚੇ ਇੰਜੀਨੀਅਰਿੰਗ ਕਰਦੇ ਆ, ਉਹਨਾਂ ਵਿੱਚ ਨਾ ਸੈਂਟਰਲਾਈਜੇਸ਼ਨ ਜ਼ਿਆਦਾ ਨਹੀਂ ਹੈਗੀ। ਸੌਫਟਵੇਅਰ ਕੰਪਨੀਜ਼ ਆਰ ਵੈਰੀ ਮਚ ਡੀਸੈਂਟਰਲਾਈਜ਼ਡ। ਉਹਨਾਂ 'ਚ ਅਸੀਂ ਦੇਖਦੇ ਹਾਂ ਗਰੁੱਪਸ ਹੁੰਦੇ ਨੇ, ਇੱਕ ਟੀਮ ਲੀਡਰ ਹੁੰਦਾ, TL ਹੁੰਦਾ, ਔਰ ਉਹ TL ਨੂੰ ਸਾਰੇ ਰਿਪੋਰਟ ਕਰਦੇ, ਔਰ TL ਦਾ ਬਾਅਦ 'ਚ ਇੱਕ ਪ੍ਰੋਗਰਾਮ ਲੀਡਰ ਹੁੰਦਾ। ਸੋ ਜਿੱਦਾਂ ਇੱਕ ਜਿਹੜੀਆਂ ਮਕੈਨੀਕਲ ਆਰਗੇਨਾਈਜੇਸ਼ਨਸ ਨੇ, ਉਹਦੇ ਵਿੱਚ ਬਹੁਤ ਹਾਇਰਾਰਕੀਜ਼ ਨੇ, ਸੁਪਰਵਾਈਜ਼ਰਸ ਤੋਂ ਲੈ ਕੇ ਵਾਈਸ ਪ੍ਰੈਜ਼ੀਡੈਂਟ ਤੱਕ, ਪਰ ਇੱਥੇ ਘੱਟ ਨੇ, ਬਿਕੋਜ਼ ਐਵਰੀਵਨ ਇਜ਼ ਆਫ ਦੀ ਸਿਮਿਲਰ ਕੈਲੀਬਰ, ਸਾਰੇ ਐਕਚੁਅਲ ਸੌਫਟਵੇਅਰ ਇੰਜੀਨੀਅਰ ਹੀ ਨੇ ਨਾ। ਸੋ ਉਹਦੇ ਵਿੱਚ ਇਕੁਐਲਿਟੀ ਬਹੁਤ ਮਸਟ ਹੈ ਕਿ ਜਦੋਂ ਮੈਂ ਪ੍ਰੋਗਰਾਮ ਡਿਸਟ੍ਰੀਬਿਊਸ਼ਨ ਕਰਨੀ ਆ ਤਾਂ ਆਈ ਸ਼ੁੱਡ ਬੀ ਟੇਕਿੰਗ ਐਵਰੀ ਕੰਪੋਨੈਂਟ ਦੇਅਰ। ਸੋ ਉਹਦੇ ਵਿੱਚ ਬੰਦਾ ਅਗਰ ਤਾਮਸਿਕ ਤਰ੍ਹਾਂ ਦਾ ਆ ਗਿਆ ਮੇਰੇ ਕੋਲ, ਪਹਿਲਾਂ ਤਾਂ ਮੈਂ ਪਹਿਚਾਨਾਂਗਾ ਮੈਨੂੰ ਚਾਹੀਦਾ ਕੀ ਹੈ, ਔਰ ਤਾਮਸਿਕ ਨੂੰ ਤੁਸੀਂ ਗਾਈਡ ਕਰਨਾ ਮੀਨਸ ਅਗਰ ਉਹਦੀ ਸਮਾਨਤਾ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨੂੰ ਗਾਈਡ ਕਰਨਾ ਪਏਗਾ।
ठीक है, दिस इज व्हाट द काउंसिल ऑफ महाभारत इज सेइंग। जे राजसिक है तो राजसिक ਨੂੰ गाइडेंस ਦੀ ਲੋੜ ਨਹੀਂ, क्योंकि एम्बिशियस है, ही नोज व्हाट इज गुड एंड बैड, जस्ट टेल हिम व्हाट टू डू, इन्फॉर्म कर दो। अगर सात्विक है तो रादर ਉਹਦੀ ਕੰਸਲਟੇਸ਼ਨ ਲਓ। ਜਦੋਂ ਤੁਹਾਨੂੰ ਪਤਾ ਚੱਲ ਜਾਏ ਕਿ ਤੁਹਾਡੇ ਗਰੁੱਪ 'ਚ ਇੱਕ ਸਮਝਦਾਰ ਬੰਦਾ ਬੈਠਾ ਹੈ ਤੇ ਨਾ ਉਹਨੂੰ ਗਾਈਡ ਕਰੋ, ਨਾ ਇਹਨੂੰ ਇਨਫੋਰਮ ਕਰੋ, ਰਾਦਰ ਉਹਦੀ ਸਲਾਹ ਲਓ। ਤੁਸੀਂ ਇਹੀ ਦੇਖੋ, ਇੱਕ ਫੰਕਸ਼ਨ ਹੁੰਦਾ ਕਿਸੇ ਕਾਲਜ ਦੇ ਵਿੱਚ, ਅਗਰ ਪ੍ਰਿੰਸੀਪਲ ਬੈਠਾ ਤਾਂ ਉਦੋਂ ਹਮੇਸ਼ਾ ਐਸੀ ਟੀਮ ਹੋਣੀ ਚਾਹੀਦੀ ਹੈ, ਹੈਗੀ ਕਿ ਨਹੀਂ ਇਹਨਾਂ ਨੂੰ ਪਤਾ, ਹੋਣੀ ਚਾਹੀਦੀ ਹੈ। ਜਿਹਨਾਂ ਨੂੰ ਕਈਆਂ ਨੂੰ ਦੱਸਣਾ ਪਏਗਾ ਇਹ ਕਰ ਦਿਓ, ਕਈਆਂ ਨੂੰ ਗਾਈਡ ਵੀ ਕਰਨਾ ਪਏਗਾ ਇਸ ਤਰ੍ਹਾਂ ਕਰੋ, ਔਰ ਇੱਕ ਇਹ ਹੋਣਗੇ ਜਿਹਨਾਂ ਦੀ ਸਲਾਹ ਲਏਗਾ ਤੁਸੀਂ ਦੱਸੋ ਕਿੱਦਾਂ ਕਰੀਏ। अगर उल्टा कर देगा ना वो तो सारे बंदे डीमोटिवेट हो जाएंगे। हूँ अगर सात्विक का बंदा बहुत समझदार है, सात्विक यू कैन रेफर टू एज अ वाइज मैन, समझदार है, तो उसी को गाइड करना शुरू कर दोगे तो यू विल बी डीमोटिवेटिंग दैट मैन। ਤੁਸੀਂ ਉਹਦੀ ਕੈਪੇਬਿਲਿਟੀ ਤੇ ਇੱਕ ਪ੍ਰਸ਼ਨ ਚਿੰਨ੍ਹ ਲਗਾਤਾ, ਜਿਹਦਾ ਨੁਕਸਾਨ ਆਰਗੇਨਾਈਜੇਸ਼ਨ ਭੁਗਤੇਗੀ। ਜਿਸ ਲਈ ਅਸੀਂ ਗੱਲ ਕਰਦੇ ਹਾਂ ਕਿ ਲੈਟਸ ਸੇ ਹੁਣ ਇਸੇ ਤਰ੍ਹਾਂ ਨਾਲ ਕੋਈ ਹੋਰ ਐਗਜ਼ਾਮਪਲ ਅਸੀਂ ਲੈ ਸਕਦੇ ਹਾਂ। लेट्स से दान, दान है, दान मीन्स एनी ऑफरिंग इवन अदर देन मॉनेटरी, ठीक है, नहीं है ही दान है मेरी क्लियर फॉर दिस। उस तो बाद आ गया जो राजसिक उन्हें एम्पावरमेंट। अगर सात्विक का फिर सात्विक ਨੂੰ सिर्फ इन्ना चाहिए तुम रिकॉग्नाइज करते हो कि इन्ना तो समझ लो बंदा सियाना हैगा। अगर तुम उन्होंने रिवॉर्ड देंगे हो तुम नहीं, जो कभी मैं छोटी जी एग्जाम्पल देना कि सपोज करो एक बच्चा है या ऐसे एज एन इंडिविजुअल ऐसे लिफ्ट लेने हैं, अगर मैं किसी कार वाले तो लिफ्ट लेना और मैंने गवर्नमेंट कॉलेज उतार देता और मैंने मोटिवेट कर ली की कहांगा, यहाँ तो कुछ भी नहीं कहांगा, पर एटलीस्ट थैंक यू कहांगा। थैंक यू भी जो की मिल रहा कुछ भी नहीं, बट यू रिकॉग्नाइजिंग हिज एफर्ट। एट द सेम टाइम अगर एक ऑटो रिक्शा वाला है वो तुहानू ड्रॉप करता तो उसी थैंक यू कह के आ जाते हो। सो वी हैव टू रियलाइज दैट व्हाट इज द लेवल ऑफ मैन मीन्स व्हाट कैरेक्टरिस्टिक ही इज डीलिंग विद। सो ऐसी हर जगह अगर असी कार वाले नूं बाद उतर के गई है ला फट 50 रुपए अपना किराया इत्थों तक दा, वो तो पागल हो जाएगा भी ये बंदा मेरे नाल किस तरह कर रहा है। सो दिस वाज वन मॉडल टू डिस्कस। देन दिस इज सम वन मॉडल व्हिच इज रेफरिंग टू एज ट्राइन। ये बड़ा कॉम्प्लेक्स है इनू, क्योंकि एग्जैक्टली ये विच ना कुछ ऐसे फंक्शंस ने ये डिफरेंट ऑथर्स ने कंट्रीब्यूट किया, मैंने कलेक्ट किया बिकॉज दिस पार्ट एंड दिस पार्ट दे वर डिपिक्टेड डिफरेंटली। इकट्ठा कलैक्टिव नहीं है, मैं तुहानू पहले ही दसदा। सो इनू कलैक्टिवली तुसीं देख सकते हो, इनू कलैक्टिवली देखने की कोशिश मैं की सी। सो आई मेड इट और मैं केस भी लिखा और केस पब्लिश भी हुआ। बट अदरवाइज दिस मॉडल बिलोंग्स टू 3 डिफरेंट मॉडल्स, उन्होंने कलैक्ट करके बनाया। तो मैं तुहानू पहले ही दसदा। ऐसे अक्षर वर्ड यूज करते शिवा, विष्णु एंड ब्रह्मा, एंड वी बिलीव दैट द इंडियन गॉड्स आर ट्राइन। सो इट इज नॉट 3 गॉड्स, it is depiction of 3 phases of time ਦੇ ਦੋ। ਜਿਹਨੂੰ ਆਮ ਉਦਾਹਰਨਾਂ ਚ ਸਮਝਾਇਆ ਜਾਏ, ਇਹ 3 ਐਸੀ ਫੇਜ਼ ਡਿਵਾਈਡ ਕੀਤੇ ਟਾਈਮ ਦੇ, ਔਰ ਅਸੀਂ ਇੱਕ ਐਜ਼ਿਊਮ ਕਰ ਲਿਆ ਕਿ ਜਿਹੜਾ ਟਾਈਮ ਨੂੰ ਕੰਟਰੋਲ ਕਰ ਰਿਹਾ ਹੈ ਪਾਸਟ ਨੂੰ, ਉਹ ਸ਼ਿਵਾ ਹੈ, ਕਿ ਜੋ ਕੁਝ ਵੀ ਡਿਸਟਰੋਏ ਹੋਈ ਜਾ ਰਿਹਾ ਉਹ ਸ਼ਿਵਾ ਕਰ ਰਿਹਾ ਹੈ। ਦਿਸ ਇਜ਼ ਵਨ ਅਜ਼ੰਪਸ਼ਨ ਮੇਡ ਬਾय द सनातन, वन फोर्स ऑफ नेचर which is destroying the old, and one is the future creator and the present is governed by Vishnu। इन्हों जस्ट भी समझाना चाहांगा जो फोर्सेस ऑफ मैन, दिस इज माई एडिशन। मैं इन्हों देखा भी जो 3 तरह के काम होंगे ऑर्गेनाइजेशन में। वन इज एफिशिएंसी, ऐसे ये नहीं कह सकते कि एफिशिएंसी तो बिना काम नहीं चलेगा, एफिशिएंसी इज वेरी मच रिक्वायर्ड। देन इज एक्सीलेंस, कई बंदे एक्सीलेंस बारे सोचते हैं, एक्सीलेंस भी होनी चाहिए। अगर ऑर्गेनाइजेशन खड़ी है तो एक्सीलेंट काम करना चाहिए कि फाइनली टू प्रोड्यूस समथिंग व्हिच इज एक्सीलेंट। And one is the effectiveness। So if we see the Indian model, तुसीं एक चीज़ देखना कि जेडे अवतारास ने समय तो समय बदलते रहे, and Vishnu is the main controller of the present we say। So ਇਹਦਾ मतलब सब तो ज़्यादा इंपॉर्टेंस जेडी दिती गई ਉਹਨੂੰ ਦਿੱਤੀ गई वो here is operations। जिमें G ਨੂੰ लेना है generation, ब्रह्मा generator, O is operation and D is destroyer, गॉड बन गया ना, उल्टा करता है इनू। दैट मीन्स ऑपरेशंस की इंपॉर्टेंस सब तो ज्यादा है, इस करके ऑपरेशनल एक्सीलेंस नहीं होनी चाहिए, ऑपरेशनल इफेक्टिवनेस होनी चाहिए। हाउ इट कम्स ऑपरेशनली इफेक्टिव मीन्स व्हेन आई बिकम एफिशिएंट फ्रॉम द पास्ट।
ਪਾਸਟ ਵਿੱਚ ਮੈਂ ਸਿੱਖ ਲਿਆ ਵੀ ਇਹ ਕੰਮ ਨਹੀਂ ਕਰਨੇ, ਐਰਰਸ ਰਿਡਿਊਸ ਕਰਾਂਗਾ ਤੇ ਮੈਂ ਇਫੈਕਟਿਵ ਹੋ ਜਾਵਾਂਗਾ। ਐਂਡ ਵੈਨ ਆਈ ਥਿੰਕ ਆਫ ਐਕਸੀਲੈਂਟ ਫਿਊਚਰ, ਇਹਨੂੰ ਅਡਾਪਟ ਕੀਤਾ ਸੀਗਾ ਪਹਿਲੀ ਵਾਰੀ ਜੈਪਨੀਜ਼ ਕੰਪਨੀ ਨੇ, ਜਿਹਦਾ ਨਾਮ ਹੈ ਮਿਤਸੂਬਿਸ਼ੀ। ਮਿਤਸੂਬਿਸ਼ੀ ਅਸੀਂ ਕਾਰਸ ਵਿੱਚ ਦੇਖ ਸਰ, ਇੱਕ ਮਿੰਟ, ਮਿਤਸੂਬਿਸ਼ੀ ਅਸੀਂ ਕਾਰਸ ਵਿੱਚ ਦੇਖਦੇ ਹਾਂ, ਬਹੁਤ ਉਹਦੀ ਐਗਜ਼ਾਮਪਲ ਸੁਣੀ ਹੋਏਗੀ, ਪਰ ਮਿਤਸੂਬਿਸ਼ੀ ਦਾ ਪਹਿਲਾ ਜਿਹੜਾ ਕੰਮ ਸੀਗਾ, ਪੇਜ ਹੁੰਦੇ ਨਾ ਜਿਹੜੇ 4 ਮੂੰਹ ਵਾਲੇ, ਉਹ ਬਣਾਉਂਦੀ ਸੀਗੀ। ਇੱਕ ਵਾਰੀ ਇੱਕ ਅਮਰੀਕਨ ਕੰਪਨੀ ਨੇ, ਸੀ ਦ ਜੈਪਨੀਜ਼ ਸਟਾਈਲ, ਤੁਸੀਂ ਇੱਥੋਂ ਹੈਰਾਨ ਹੋਵੋਗੇ ਵੀ ਕਿੰਨਾ ਪ੍ਰਾਊਡ ਉਹ ਬੰਦੇ ਆਪਣੇ ਕਲਚਰ ਤੇ ਆ। ਇੱਕ ਅਮਰੀਕਨ ਕੰਪਨੀ ਨੇ ਮਿਤਸੂਬਿਸ਼ੀ ਨੂੰ ਆਰਡਰ ਦਿੱਤਾ, ਆਈ ਐਮ ਟਾਕਿੰਗ ਆਫ 80s, 80 ਦਾ ਕੇਸ ਸਟੱਡੀ ਹੈ। ਉਹਦੇ 'ਚ ਆਰਡਰ ਦਿੱਤਾ ਕਿ ਸਾਨੂੰ ਜਿਹੜੇ ਹੁੰਦੇ ਨਾ ਪੇਜ, ਜਿਹੜੇ ਉਹਨੂੰ ਕਹਾਂਗੇ ਸਕਰੂਜ਼, ਉਹ ਸਕਰੂਜ਼ ਸਪਲਾਈ ਕਰੋ 10 ਦੇ ਪੈਲੇਟਸ ਵਿੱਚ, ਸੌਰੀ 100 ਦੇ ਪੈਲੇਟਸ ਵਿੱਚ, ਔਰ ਉਹ 100 ਦੇ ਵਿੱਚੋਂ 10% ਐਰਰ ਹੋ ਸਕਦਾ ਹੈ, ਵੀ 10% ਡਿਫੈਕਟਿਵ ਦੇ ਸਕਦੇ। ਇਹ ਆਰਡਰ ਦੀ ਮਿਨੀਮਮ ਰਿਕੁਆਇਰਮੈਂਟ ਆ ਵੀ ਜੇ ਤੁਸੀਂ ਮੰਨ ਲਓ ਇੱਕ ਪੈਕਟ ਭੇਜ ਰਹੇ ਹੋ, 1000 ਪੈਕਟ ਭੇਜਣਾ, ਉਹਦੇ 100 ਜਾਣਗੇ ਵੱਖਰੇ ਵੱਖਰੇ ਪੈਕਟ, ਤੇ ਇੱਕ ਪੈਕਟ ਵਿੱਚ ਕਿੰਨੇ ਡਿਫੈਕਟਿਵ ਹੋ ਸਕਦੇ ਆ? 100 ਵਿੱਚੋਂ 10, ਕਿਉਂਕਿ 10% ਹੈ। ਐਂਡ ਸੀ ਵਾਟ ਮਿਤਸੂਬਿਸ਼ੀ ਇਜ਼ ਰਾਈਟਿੰਗ ਟੂ them। ਮੈਨੂੰ ਲੱਗਦਾ ਅਗਰ ਕੋਈ ਸਾਡੀ ਕੰਪਨੀ ਹੁੰਦੀ, ਕਿਉਂਕਿ ਸਾਡੀ ਸੋਚ ਆਈ ਕਿ ਨਾ 10 ਤਾਂ ਬਹੁਤ ਘੱਟ ਹੈ ਯਾਰ, 20 ਤਾਂ ਲਾਓ ਕਰੋ, ਹੈ ਨਾ। ਵਾਟ ਜੈਪਨੀਜ਼ ਪੀਪਲ ਡਿਡ, ਉਹਨਾਂ ਨੇ ਪੈਕਟਸ ਬਣਾਏ, ਠੀਕ ਹੈ, ਉਹਨਾਂ ਨੇ ਹਰ ਪੈਕਟ 'ਚ ਇੱਕ ਛੋਟਾ ਪੈਲੇਟ ਪਾਇਆ। ਦੇਖੋ ਮੈਂ ਗਲਤ ਕਰਨਾ, ਤੁਸੀਂ ਵੈਰੀਫਾਈ ਕਰ ਸਕਦੇ ਹੋ ਜਾ ਕੇ। ਜੈਪਨੀਜ਼ ਆਈਡੀਆ ਆਫ, ਇਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ, ਸਾਡਾ ਆਈਡੀਆ ਸਟ੍ਰਾਈਕ ਦਾ, ਜੈਪਨੀਜ਼ ਕਦੀ ਸਟ੍ਰਾਈਕ ਨਹੀਂ ਜੇ ਕਰਦਾ। ਜਦੋਂ ਦਾ ਜਾਪਾਨ ਐਡਵਾਂਸ ਹੋਇਆ, ਜਾਪਾਨ ਨੇ ਕਦੀ ਸਟ੍ਰਾਈਕ ਨਹੀਂ ਕੀਤੀ। ਜਾਪਾਨ ਅਗਰ ਪ੍ਰੋਟੈਸਟ ਕਰਦਾ, ਬਲੈਕ ਪੈਚ ਲਾ ਕੇ ਡਬਲ ਪ੍ਰੋਡਕਸ਼ਨ ਕਰਦਾ। ਸੋ ਇਹ ਸੋਚ ਆ, ਡਬਲ ਪ੍ਰੋਡਕਸ਼ਨ, ਉਹ ਕਹਿੰਦੇ ਡਬਲ ਪ੍ਰੋਡਕਸ਼ਨ ਕੀਤੀ, ਸਾਂਭ ਕੇ ਦੱਸ ਕਿੱਦਾਂ ਸਾਂਭੇਗਾ, ਔਰ ਕੰਪਨੀ ਬੜੀ ਜਲਦੀ ਗੱਲ ਮੰਨਦੀ ਉਹਨਾਂ ਦੀ। ਸੋ ਉਹਨਾਂ ਨੇ 100 ਪੈਕਟ ਭੇਜੇ, ਉਹਦੇ ਵਿੱਚ 100 ਪੇਜ ਪਾਏ ਇੱਕ ਪੈਕਟ 'ਚ, ਨਾਲ ਐਕਸਟਰਾ ਪੈਕਟ ਵਿੱਚ ਛੋਟਾ ਜਿਹਾ ਪਾਇਆ, ਇੱਕ ਚਿੱਠੀ ਪਾਈ, ਉਹਨੇ ਲਿਖਿਆ these are the 100 screws per packet supplied to your companies, we wonder why you ordered 10 defective pieces। ਇਹ ਅਸੀਂ ਨਾਲ ਸਪਲਾਈ ਕਰ ਰਹੇ ਐਕਸਟਰਾ, ਮਤਲਬ ਸਮਝਿਓ 100 ਪੇਜ ਭੇਜ ਕੇ ਨਾਲ 10 ਐਕਸਟਰਾ ਪਾਏ ਡਿਫੈਕਟਿਵ। ਐਂਡ that is 19, ਉਹ ਪਹਿਲੀ ਵਾਰੀ ਵਰਡ ਆਇਆ 6 ਸਿਗਮਾ ਕੁਆਲਿਟੀ, ਐਰਰ ਫ੍ਰੀ ਰਿਡਕਸ਼ਨ। ਬੇਟੀ ਛੋਟੀ ਚੀਜ਼ 'ਚ ਵੀ ਦੇ ਅਸਿਊਮ ਕਿ ਵੀ ਹੈਵ ਬਿਕਮ ਐਰਰ ਫ੍ਰੀ, ਸਾਡੀ ਕੋਈ ਗਲਤੀ ਨਹੀਂ ਹੈ। ਸੋ 100 ਤਾਂ ਲਓ ਸਹੀ, 10 ਤੁਸੀਂ ਕਿਹਾ ਹੀ ਡਿਫੈਕਟਿਵ ਹੋ ਸਕਦਾ, ਐਕਸਟਰਾ ਲੈ ਲਓ। ਸੋ ਉਸ ਤੋਂ ਬਾਅਦ ਸੋਚੋ ਜੈਪਨੀਜ਼ ਕੰਪਨੀ ਦਾ ਇਮੇਜ ਕੀ ਗਿਆ ਹੋਏਗਾ ਅਮਰੀਕਾ ਦੇ ਵਿੱਚ। ਐਂਡ ਦੈਟ ਇਜ਼ ਵਨ ਰੀਜ਼ਨ ਕਿ ਅੱਜ ਤੁਸੀਂ ਵਰਲਡ ਓਵਰ ਦੇਖ ਲਓ, ਜਿੰਨੇ ਵੀ ਸਪੇਸ ਸਟੇਸ਼ਨਸ ਨੇ ਨਾ, ਉਹਦੇ ਜਿਹੜੇ ਮੋਨੀਟਰਸ ਯੂਜ਼ ਹੁੰਦੇ ਨੇ, ਯੂ ਵਿਲ ਸੀ ਸੋਨੀ ਪੀਪਲ ਓਵਰ ਦੇਅਰ। ਇੰਨੀਆਂ ਕੰਪਨੀਜ਼ ਵਰਲਡ ਓਵਰ ਨੇ, ਪਰ ਇਹਨੂੰ ਕੋਈ ਰਿਪਲੇਸ ਨਹੀਂ ਕਰ ਪਾਇਆ। ਇਟ ਇਜ਼ ਨਾਟ ਦ ਬ੍ਰਾਂਡ ਇਮੇਜ, it is the image as a quality leader. They have occupied that position. हाँ जी सर, तुझे कुछ कह रहे थे? जनरेटर कौन होता सर? जनरेटर किन्नू कहते सर? हाँ जी, हाँ फ्यूचर है, तो फ्यूचर ही फाउंड किया जाता सर। फ्यूचर बाद आएगा, ਜਿਹੜਾ ਮਰ ਗਿਆ ਉਹਨੂੰ ਕੀ ਕਹੋਗੇ? ਐਸੀ ਪ੍ਰੈਜ਼ੈਂਟ ਤੋਂ ਸੋਚੀਏ ਨਾ, ਬ੍ਰਹਮਾ ਕ੍ਰੀਏਟਰ ਆ, ਕ੍ਰੀਏਸ਼ਨ ਕੀ ਹੁੰਦੀ ਹੈ? ਜਿਹੜਾ ਕ੍ਰੀਏਟ ਕਰਦਾ ਰਹੇਗਾ। ਹਰ ਸਿਰਜਣਨ ਜਿਹੜਾ ਵਿਨਾਸ਼ ਤੋਂ ਬਾਅਦ ਹੁੰਦਾ ਸਰ, ਪਹਿਲਾਂ ਵਿਨਾਸ਼ ਹੋਏਗਾ। ਜਦੋਂ ਤੁਸੀਂ ਧਰਤੀ ਦੀ ਨਹੀਂ ਏਦਾਂ ਹੱਸੀਏ ਨਾ ਸਰ, ਜਦੋਂ ਇੰਟੈਲੈਕਚੁਅਲ ਗੱਲ ਹੋਵੇ ਨਾ ਆਪਾਂ ਦੰਦ ਕੱਢੀਏ, ਫਾਇਦਾ ਕੀ ਹੈ? ਪਲੀਜ਼, ਇਹ ਤਾਂ ਮੈਂ ਡਿਸਕਸ ਨਹੀਂ ਕਰਦਾ। ਬਿਕੋਜ਼ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਮੈਂ ਤੇ FDP ਤੇ ਲਗਾ ਰਿਹਾ, ਆਈ ਐਮ ਵੈਰੀ ਸ਼ੌਕ ਟੂ ਸੀ ਇਫ ਸਮਬਡੀ ਇਜ਼ ਸਪੀਕਿੰਗ ਵਿਦ ਯੂ ਪੈਸ਼ਨੇਟਲੀ, ਤੁਸੀਂ ਬੈਠੇ ਆ ਸੋਚੋ ਵੀ ਇਹ ਸਭ ਕੁਝ ਐਵੇਂ ਹੀ, ਤੇ ਫਿਰ ਆਪਾਂ ਗੱਲ ਨਾ ਕਰੀਏ। ਐਸੀ ਹੁਣੇ ਗੱਲ ਮੋਰੈਲਿਟੀ ਦੀ ਕਰਦੇ ਪਏ ਸੀ, ਐਸੀ ਇੱਥੇ ਐਜ਼ ਅ ਪਾਰਟਿਸਪੈਂਟ ਬੈਠੇ ਆ, ਐਸੀ ਮੋਰੈਲਿਟੀ ਦੀ ਗੱਲ ਕਰਦੇ ਆ ਕਿ ਐਸੀ ਮੋਰਲਿਸਟਿਕਲੀ ਸੁਣਨ ਬੈਠੇ ਆ। ਥੋੜਾ ਜਿਹਾ ਵਾਈਡਨ ਕਰਕੇ ਸੋਚੋ ਇਸ ਚੀਜ਼ ਨੂੰ। ਉਹਨਾਂ ਦਾ ਡਾਊਟ ਆ, ਮੈਂ ਲੈ ਰਿਹਾ ਸਰ, ਜਦ ਤੱਕ ਵਿਨਾਸ਼ ਨਹੀਂ, ਅਸੀਂ ਬਿਗ ਬੈਂਗ ਦੀ ਕ੍ਰੀਏਸ਼ਨ ਕਹਿੰਦੇ ਆ। ਬੈਂਗ ਵਾਸ ਡਿਸਟਰਕਸ਼ਨ, ਫਿਰ ਕ੍ਰੀਏਸ਼ਨ ਸ਼ੁਰੂ ਹੋਈ। ਇੱਕ ਇਨਸਾਨ ਮਰੇਗਾ, ਨਵਾਂ ਆਏਗਾ। ਇਹਨੂੰ ਉਲਟਾ ਤੁਸੀਂ ਦੇਖ ਰਹੇ ਹੋ ਕਿ ਨਵਾਂ ਆਇਆ ਤੇ ਪੁਰਾਣਾ ਮਰ ਗਿਆ। ਤੇ ਸਰ ਸਾਈਕਲ ਚੱਲ ਰਿਹਾ ਨਾ, ਇਹ ਚੱਕਰ ਹੈ, ਇਹ ਕਾਲ ਚੱਕਰ ਇਲਾਦਾ ਨਹੀਂ ਹੈਗੇ। ਇਹ ਸਿਰਫ ਡਿਸਟਿੰਕਸ਼ਨ ਕੀਤੀ ਗਈ ਹੈ, ਇਹ ਤਿੰਨੋਂ ਵੱਖਰੇ ਨਹੀਂ ਆ, ਇਹ ਤਿੰਨੋਂ ਐਗਜ਼ਿਸਟ ਕਰਦੇ ਗੋਲ ਆ।
ਤੁਸੀਂ ਇਸ ਜਗ੍ਹਾ ਤੇ ਖੜੇ ਹੋ, ਇਹਨੂੰ ਸਟਾਰਟਿੰਗ ਪੁਆਇੰਟ ਕਹਿੰਦੇ ਹੋ ਕਿ ਐਂਡ ਪੁਆਇੰਟ ਕਹਿੰਦੇ ਹੋ? ਤੁਸੀਂ ਗੋਲ ਝਾਰੇ ਦੇ ਇਸ ਜਗ੍ਹਾ ਤੇ ਖੜੇ ਹੋ ਨਾ, ਇਹ ਸਟਾਰਟਿੰਗ ਪੁਆਇੰਟ ਹੈ ਕਿ ਐਂਡ ਪੁਆਇੰਟ ਆ? ਰੇਸ ਸ਼ੁਰੂ ਵੀ ਇੱਥੋਂ ਹੋਈ ਹੈ ਸਰ, ਰੇਸ ਖਤਮ ਵੀ ਇੱਥੇ ਹੋਣੀ। ਥੋੜਾ ਬ੍ਰੌਡਲੀ ਸੋਚੋ, ਰੇਸ ਸ਼ੁਰੂ ਜਿੱਥੋਂ ਹੋ ਰਹੀ ਹੈ ਉੱਥੇ ਐਂਡ ਹੋ ਰਹੀ ਹੈ। ਸੋ ਫਾਈਨਲ ਜਿਹੜਾ ਵੀ ਕ੍ਰੀਏਟ ਹੋਇਆ ਉਹ ਖਤਮ ਹੋ ਜਾਏਗਾ। ਸੋ ਬ੍ਰਹਮਾ ਕ੍ਰੀਏਟਸ, ਉਹ ਕ੍ਰੀਏਸ਼ਨ ਕਰਦਾ। ਜਦੋਂ ਅੰਤ ਕਰਨਾ ਹੈ ਉਹਦਾ, ਸਾਡਾ ਤਾਂ ਫੋਰਸ ਮੰਨਿਆ ਗਿਆ, ਜਦੋਂ ਅੰਤ ਕਰਨਾ ਉਹਦਾ ਅੰਤ ਸ਼ਿਵਾ ਕਰਦਾ, ਉਹਦਾ ਅੰਤ ਸ਼ਿਵਾ ਹੀ ਕਰਦਾ। The last destruction is the hands of, this is our mythology। ਇਹ ਕੋਈ ਸਾਇੰਟਿਫਿਕ ਪ੍ਰਿੰਸੀਪਲ ਨਹੀਂ ਹੈ ਇਹਦੇ ਚ, ਅਸੀਂ ਮੰਨਿਆ ਤਾਂ ਕਿ ਸ਼ਿਵਾ ਡਿਸਟਰੋਏ ਕਰਦਾ। ਤੇ ਡਿਸਟਰੋਏ ਕਿਹਨੂੰ ਕਰਦਾ? ਜੋ ਹੈਗਾ। ਜਿਹਦਾ ਵੀ ਵਿਨਾਸ਼ ਸਾਡੇ ਹਿੰਦੂ ਧਰਮ ਚ ਮੰਨਿਆ ਤਾਂ ਕਹਿੰਦੇ ਸ਼ਿਵਾ ਕਰ ਦਿੰਦਾ। ਸੋ ਸ਼ਿਵਾ ਇੱਕ ਫੋਰਸ ਬਣਾਇਆ ਗਿਆ ਜਿਹੜਾ ਡਿਸਟਰਕਸ਼ਨ ਕਰਦਾ। ਬ੍ਰਹਮਾ ਇੱਕ ਫੋਰਸ ਬਣਾਇਆ ਗਿਆ ਜਿਹੜਾ ਕ੍ਰੀਏਟ ਕਰਦਾ। ਬ੍ਰਹਮਾ ਦੀ ਨਾਭੀ ਚੋਂ ਨਿਕਲਿਆ ਤੇ ਨਿਕਲੇਗਾ ਕਿ ਫਿਊਚਰ ਨਿਕਲੇਗਾ ਨਾ। ਜਿਹੜਾ ਵੀ ਈਵਨ ਜਿਹੜਾ ਅਵਤਾਰ ਵੀ ਆਏਗਾ, ਪ੍ਰੈਜ਼ੈਂਟ ਨਹੀਂ ਆਏਗਾ, ਅਗਲਾ ਅਵਤਾਰ ਆਏਗਾ ਨਾ। ਹਰ ਇਨਸਾਨ ਅਗਲਾ ਆਏਗਾ, ਉਹਨੂੰ ਕ੍ਰੀਏਟ ਕੌਣ ਕਰ ਰਿਹਾ? ਔਰ ਜਦੋਂ ਕ੍ਰੀਏਟ ਕਰੇਗਾ, ਪੁਰਾਣੀ ਚੀਜ਼ ਦਾ ਵਿਨਾਸ਼ ਵੀ ਤਾਂ ਜ਼ਰੂਰੀ ਹੈ। ਉਹ ਪਹਿਲਾਂ ਆਬਸੋਲੀਟ ਹੋਏਗੀ ਫਿਰ ਨਵੀਂ ਆਏਗੀ। ਸੋ ਇੱਕ ਸਾਈਕਲਿਕ ਚੱਲ ਰਹੇ ਨੇ, 1 2 3 ਖੜੇ ਨਹੀਂ ਹੈਗੇ। Anyways, so this was to see the managerial aspect. When effectiveness is governed, it is controlling all the 3 things inside. So I hope you understand, अगर ऐसे effectively किसी चीज नू करते हाँ, it should be done in the manner thinking towards excellence and removing the inefficiencies। और इनू ऐसी theory of optimality कहने हैं, ਜਿਹੜੀ ਕਿ ਸਾਡੀ ਇਕਨੋਮਿਕਸ ਵਿੱਚ ਐਗਜ਼ਿਸਟ ਕਰਦੀ। ਵੀ ਮੈਕਸਿਮਾਈਜ਼ ਨਾ ਕਰੀਏ, ऑप्टिमली प्रोड्यूस करना शुरू कर दिया। ऑप्टिमल इज डीलिंग विद द प्रेजेंट बेस्ट। फ्यूचर बेस्ट आएगा, प्रेजेंट बेस्ट होएगा, एंड प्रेजेंट बेस्ट इज कर्बिंग द इनएफिशिएंसीज फ्रॉम द पास्ट। ठीक है जी। This is something which is now used as motivation stages। और इनू कोई होर यूज करे ना करे, साइकेट्रिस्ट ने ना वो सारे इनू यूज करते हैं। एंड दिस वाज फर्स्ट टाइम परफॉर्म्ड इन गीता व्हेन अर्जुन वाज लिसनिंग टू कृष्ण। जो गीता एक्सप्लेन की गई है उदो यही स्टेजेस पे ध्यान रखा गया, बिकॉज जो अर्जुन का डाउट सीगा वो डीमोटिवेशन सी। वो डीमोटिवेशन ऐ नहीं सी कि मैं जितांगा कि हारांगा। वो डीमोटिवेशन कर, अगर मैं जित गया, जी गल इन्होंने की, अगर मैं जित गया तो अपने नू मार के जितांगा, यही सी ना। तो मेरे अपने खत्म हो गए, सारा संसार खत्म हो गया, तो किस तरह की जित? तो उन्होंने एक्सप्लेन किया गया सी कि यू आर नॉट विनिंग टू सेव योर किंगडम, वी आर फाइटिंग हियर टू फाइट फॉर द कॉज ऑफ धर्म। और एक छोटी जी व्याख्या दी गई सी कि अगर धर्म की इन्नी हानि हो चुकी है, हुण तुहाडे भीष्म वाला आंसर आ रहा, अगर धर्म की इन्नी हानि हो चुकी है कि प्रेजेंट बंदे जिस द्रोण बैठा है, भीष्म बैठा है, वो सभा दे विच एक क्वीन, जिहड़ी कि क्वीन है, राजवधू है, ਉਹਦਾ चीरहरण हो सकता। तो उस अगर वो लोग राजे बनते ने तो ਉਹਦੇ ਚ ऑर्डिनरी वुमन की स्थिति की होएगी? अगर द्रौपदी का चीरहरण किया जा सकता है तो एक ऑर्डिनरी नारी जिहड़ी किसी आम बंदे की पत्नी है ਉਹਦਾ की हश्र किया जा सकता है? और उस हश्र के जिम्मेदार हर इंसान थी ਜਿਹੜਾ उस वेले चुप सी, चाहे ਉਹਦੇ कारण कोई भी रहे होणगे, चाहे ਉਹਦਾ कारण कोई भी रहा होएगा। किसी का कारण ਉਹਦੀ कसम सी, किसी का कारण ਉਹਦਾ कुछ और सी, कोई राज सिंहासन ਦਾ पता सी, whatever। So they all, so this was the first lesson। और ਉਹਦੇ ਵਾਸਤੇ ਪਹਿਲੀ ਚੀਜ਼ ਜਿਹੜੀ ਕੀਤੀ ਗਈ, that was ਵਿਰਾਟ ਰੂਪ। ਵਿਰਾਟ ਦਾ ਮਤਲਬ ਹੈ ਮੈਗਨੀਫਾਈਂਗ योर इमेज। ਅੱਜ ਵੀ ਅਸੀਂ ਇਹ ਕਰਦੇ ਜਦੋਂ ਕਿਸੇ ਸਪੀਕਰ ਨੂੰ ਇੰਟਰੋਡਿਊਸ ਕਰਦੇ, ਤੁਸੀਂ ਇੱਕ ਚੀਜ਼ ਕਦੇ ਸੋਚੀ ਨਹੀਂ, ਸਪੀਕਰ ਦੇ ਆਉਣ ਤੋਂ ਪਹਿਲਾਂ ਉਹਦਾ ਬਾਇਓਡਾਟਾ ਕਿਉਂ ਪੜਿਆ ਜਾਂਦਾ? ਅਸੀਂ ਸਿਰਫ ਇੰਨਾ ਦੱਸ ਸਕਦੇ ਹਾਂ ਫਲਾਣਾ ਸਪੀਕਰ ਆਇਆ, ਇਹਨੂੰ ਸੁਣ ਲਓ। ਵਾਈ ਵੀ ਰੀਡ ਦ ਅਚੀਵਮੈਂਟਸ ਆਫ ਦੀ ਪਰਸਨ। ਤੁਹਾਡਾ ਚੀਫ ਗੈਸਟ ਆਏਗਾ ਕੋਈ ਵੀ, ਤੁਸੀਂ ਚੀਫ ਗੈਸਟ ਦਾ ਬਾਇਓਡਾਟਾ ਪੜ੍ਹਦੇ ਹੋ ਨਾ ਥੋੜਾ ਜਿਹਾ, ਕਿਉਂ ਪੜ੍ਹਦੇ ਹੋ? ਟੂ ਵੀ ਅੰਡਰਸਟੈਂਡ ਦਿਸ ਇਜ਼ ਅ ਸਾਈਕੋਲੋਜੀਕਲ ਪ੍ਰੋਸੈਸ that people assume the person's magnanimity with his position and achievements। ਇਹਨੂੰ ਉਹਦੀ ਅਚੀਵਮੈਂਟ ਦੱਸ ਕੇ ਤੁਹਾਨੂੰ ਇਹ ਦੱਸਿਆ ਜਾਂਦਾ ਵੀ he is of value। ਸੋ ਪਹਿਲੀ ਵੈਲਿਊ ਕ੍ਰਿਸ਼ਨ ਨੂੰ ਕੋਈ ਲੋੜ ਨਹੀਂ ਸੀ ਵਿਰਾਟ ਬਣਾਉਣ ਦੀ। ਵਿਰਾਟ ਤਾਂ ਬਣਾਇਆ ਗਿਆ ਕਿ ਹੁਣ ਇਹਨੂੰ ਸ਼ਿਸ਼ੇ ਮੰਗਰ ਸੁਣ। Now your doubts will be cleared। So first thing he assumed was patient listening। तो वो अपने घुटनों पे बैठ गया। घुटना एक सिंबॉलिक आ
कि पेशेंटली उन्हें सुनना शुरू कर दिया। सो फर्स्ट थिंग ही डिड, ही रेफर्ड अर्जुन नॉट, उस वाक्य तो पहला उन्हें अर्जुन ਨੂੰ हमेशा पार्थ किया। पूरी गीता विच अगर अर्जुन ਨੂੰ संबोधन किया गया है पार्थ कह के किया गया। पार्थ का मतलब होता फ्रेंड, पर उस वेले उन्हें क्या पुरुषोत्तम। पुरुषोत्तम का मतलब कहता पुरुषों विचों उत्तम। पुरुष मीन्स नॉट मैन बट द ह्यूमैनिटी, यू आर बेस्ट अमंगस्ट द ह्यूमैनिटी। वो क्यों कहा गया? जो भी बंदा यही चीज साइकैट्रिस्ट करता है, जो कोई डिप्रैसिव केस या कोई साइकोलॉजिकल केस चलता है, तो सब तो पहला साडा फर्ज है बनता जो साइकैट्रिस्ट कोई करते है प्रोसैस में ਉਹਦੀ स्ट्रेंथ ਤੇ फोकस कर। ਉਹਨੂੰ ਇਹ नहीं कहते भी तू आ वा तू आ वा तू आ वा, ਉਹਨੂੰ ਪਹਿਲਾਂ ਕਹਿੰਦੇ भी तू बहुत ਵਧੀਆ ਬੰਦਾ, तेरे अंदर है खूबी है। once you put stress upon his strengths, ਉਹਦਾ ਉਤਥਾਨ ਹੋ ਜਾਂਦਾ, ਉਹਦਾ ਲੈਵਲ ਰਾਈਜ਼ ਹੁੰਦਾ, ਫਿਰ ਅਸੀਂ ਹੌਲੀ ਹੌਲੀ ਉਹਦੇ ਡਾਊਟਸ ਰਿਮੂਵ ਕਰਦੇ। then you put strength upon that what is the intellectual level of his duty। let's say अगर कोई बंदा किसी state of demotivation च है, गीता कहती मोटिवेशन का सिर्फ एक कारण है डिमोटिवेशन का। अगर मैं अपने पाथ विच कोई ऑब्सटैकल देख रहा तो मैं उन्होंने करन च डिमोटिवेट होवांगा। अगर मेरा ऑब्सटैकल हटाता जाए तो मैं मोटिवेटेड। ऑब्सटैकल किसी भी तरीके का हो, यहाँ फिजिकल ऑब्सटैकल हो सकता, मैंटल आ ते धार्मिक तौर पर हो सकता, स्पिरिचुअल तौर पर हो सकता, मोटिवेशन रिवॉर्ड वाली भी हो सकती। मेरा ऑब्सटैकल मैंने पैसे मिलणगे, मैंने कहा हाँ मिलणगे, रिमूव करता ना कि हाँ तेन पैसे मिलणगे। एक कहता पैसे की गल नहीं आ, मैनू फायदा की है करन दा, वो फायदा कुछ होर तरह का सोच रहा। सो ही रिमूव, उन्हें गल जी की फिजिकल नहीं की, वो कहना मैं वो हारना तो अज्यूम ही नहीं कर रहा, कहना कि मैं जित भी गया ते। सो ऑब्सटैकल वाज साइकोलॉजिकल इंटैलेक्चुअल, मैनू फिजिकल जितना कोई मतलब नहीं है। सो इस करके उन्होंने, सो ही शोड हिम द एक्शन प्लान टू अचीव द गोल एंड फाइनली द कॉन्सिक्वेंसेस कि once you win this war what is going to happen after this war। so अगर तुसी किसी ਨੂੰ क्लियर पिक्चर दिखा दो, तुसी कदी ਇਹਨੂੰ, क्योंकि बड़ा कॉम्प्लेक्स मॉडल है, पर तुसी ਇਹਦੀ फोटो लगा सकते हो और किसी साइकियाट्रिस्ट ਨਾਲ बैठ के डिस्कस करना, which I have already done। they say that we follow each step और ऐसी फाइनली एक्शन प्लान वास्ते बंदे ਨੂੰ टास्क भी दिंने। हर डिप्रेशन के केस ਦੇ ਵਿੱਚ बंदे ਨੂੰ पहले दिन तो बाद एंड तक डॉक्टर कुछ टास्क दिंदा कि यह तेरे एक्शन गोल्स ने छोटे छोटे, इन्हों अचीव करना शुरू कर, फिर वो चो बाहर आंदा। तुसी संजू मूवी देखी होएगी, तो देखा ਉਹਦੇ ਵਿੱਚ ਉਹਨੂੰ ਦੌੜ भी ਲਵਾਉਂਦੇ ਉੱਪਰ। ਜਦੋਂ ड्रग्स चो बाहर आंदा हो तो एक जगह एक पहाड़ ऊपर दौड़दा हो। ਹੁਣ सोचने वाली गल है ड्रग्स तो बाहर कढ़ ਲਈ दौड़ ਲਵਾਉਂਦੇ की लोड़ हैगी। दैट वाज नॉट जस्ट फिजिकल एक्सरसाइज, दैट वाज टू शो दैट योर बॉडी इज इंप्रूविंग एंड यू कैन अचीव दिस लेवल। सो साइकेट्रिक प्रोसेस जिहड़ा है एक्शन प्लान्स तो बिना कभी भी पूरा नहीं होता। और पेशेंट लिसनिंग अक्सर ऐसे की करते हैं, जो बंदा डीमोटिवेटेड है या डिप्रेसिव है या बच्चा आम डीमोटिवेट है, ऐसे उन्होंने सुनते नहीं, ऐसी पहला ही लैक्चर देना शुरू कर देना। सिर्फ एक वर्ड सुन के पहले उन्होंने सुनो कि वो डाउट जो दे रहा किस स्टेट तो जाके दे रहा। जिदा बच्चा कहता मेरा पढ़ने को दिल ही नहीं करता, हूँ दिल ना करने का कारण की है? क्या वो पढ़ नहीं पा रहा, क्या उन्होंने पढ़ना ही नहीं चाहता? अगर पढ़ना चाहता तो क्यों चाहता, या नहीं चाहता तो क्यों नहीं चाहता? सो देयर इज द रोल ऑफ अ मेंटर। यूजीसी बड़ा आजकल स्ट्रेस कर रही है मेंटरशिप। सो दिस इज हाउ अ मेंटर हैज टू वर्क। फाइनली चलो, थैंक यू सो मच। सो हियर आई एंड अप, चलता रहेगा।